ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨਨ ਕਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ। ਇਹੋ ਮਨ ਤੇਰਾ ਭਾਈ ਰਹਾ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਵਹਾਰਾ। ਸੰਤਨ ਸਿਉ ਹਮ ਲਾਹਾ ਖਟਿਆ, ਹਰ ਭਗਤ ਭਰੇ ਭੰਡਾਰਾ। ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ। ਧਰਮ ਰਾਏ ਅਬ ਕਹਾਂ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ। ਕਹੋ ਨਾਨਕ ਹਰਿ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ। ਜੋ ਦਾਸ ਨੂੰ ਗੁਰਮੁਖ ਪਿਆਰੇ ਸਿੰਘਾਂ ਨੇ ਆਗਿਆ ਕੀਤੀ ਸੀ ਕਿ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਖਾਲਸਾ ਜੀ ਦਮਦਮੇ ਟਕਸਾਲ ਵਾਲਿਆਂ ਦੇ ਪਵਿੱਤਰ ਜੀਵਨ ਸੰਬੰਧੀ ਕੁਝ ਵਿਚਾਰਾਂ ਸੰਗਤ ਨਾਲ ਸਾਂਝੀਆਂ ਕੀਤੀਆਂ ਜਾਣ, ਤਾਂ ਇਹ ਹੁਕਮ ਮੰਨਦਿਆਂ ਹੋਇਆਂ ਦਾਸ ਨੇ ਮਹਾਂਪੁਰਸ਼ਾਂ ਦੇ ਪਵਿੱਤਰ ਜੀਵਨ ਸੰਬੰਧੀ ਕੁਝ ਵਿਚਾਰਾਂ ਬਿਆਨ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਕੁਝ ਵਿਚਾਰ ਪਹਿਲਾਂ ਹੋ ਚੁੱਕੀ ਹੈ, ਉਸ ਤੋਂ ਅੱਗੇ ਦੀ ਕੁਝ ਵਿਚਾਰ ਆਪ ਜੀ ਨਾਲ ਸਾਂਝੀ ਕਰ ਰਿਹਾ। ਸੰਤ ਜਰਨੈਲ ਸਿੰਘ ਖਾਲਸਾ ਜੀ ਦੇ ਸਮੇਂ ਵੀ ਬਾਬਾ ਜੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੂਰਨ ਤੌਰ ਤੇ ਸਾਰਾ ਪ੍ਰਬੰਧ ਸੰਭਾਲਦੇ ਰਹੇ। ਜੁਲਾਈ 1982 ਵਿੱਚ ਜਦੋਂ ਧਰਮ ਯੁੱਧ ਮੋਰਚਾ ਖਾਲਸਾ ਜੀ ਨੇ, ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਕੇ ਆਰੰਭ ਕੀਤਾ ਸੀ, ਉਦੋਂ ਬਾਅਦ ਬਾਬਾ ਜੀ ਮਹਿਤੇ ਸਾਰਾ ਪ੍ਰਬੰਧ ਸੰਭਾਲਦੇ ਰਹੇ ਨੇ। ਅਤੇ ਗਾਹੇ ਬਗਾਹੇ ਬਾਬਾ ਜੀ ਸੰਤ ਜਰਨੈਲ ਸਿੰਘ ਖਾਲਸਾ ਜੀ ਪਾਸ ਅੰਮ੍ਰਿਤਸਰ ਸਾਹਿਬ ਜਾਇਆ ਕਰਦੇ ਸਨ। ਇੱਕ ਤਾਂ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਰਤਨ ਸੁਣਨ ਵਾਸਤੇ ਅਤੇ ਪ੍ਰਬੰਧ ਸੰਬੰਧੀ ਕੁਝ ਵਿਚਾਰਾਂ, ਗੁੱਝੀਆਂ ਵਿਚਾਰਾਂ ਉਹਨਾਂ ਨਾਲ ਕਰਨ ਵਾਸਤੇ ਜਾਇਆ ਕਰਦੇ ਸਨ। ਇੱਕ ਵਾਰੀ ਜਦੋਂ ਬਾਬਾ ਠਾਕੁਰ ਸਿੰਘ ਜੀ ਸੰਤ ਜਰਨੈਲ ਸਿੰਘ ਖਾਲਸਾ ਜੀ ਪਾਸ ਨਾਨਕ ਨਿਵਾਸ ਪਹੁੰਚੇ, ਤਾਂ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਉੱਠ ਕੇ ਆਪ ਜੀ ਦਾ ਬਹੁਤ ਜ਼ਿਆਦਾ ਸਨਮਾਨ ਕੀਤਾ। ਆਪ ਜੀ ਨੂੰ ਬਦੋ ਬਦੀ ਸਰਾਣੇ ਵਾਲੇ ਪਾਸੇ ਬਿਠਾਇਆ, ਆਪ ਮੰਜੇ ਦੀ ਪੁਆਂਦ ਵਾਲੇ ਪਾਸੇ ਬੈਠੇ। ਤਾਂ ਸੰਗਤ ਵਿੱਚ ਆਏ ਹੋਏ ਦੋ ਪ੍ਰੇਮੀ ਸਿੰਘ, ਜਿਨ੍ਹਾਂ ਦਾ ਪਿੰਡ ਚੰਦੋ ਕਲਾਂ ਹਰਿਆਣਾ ਦੇ ਵਿੱਚ ਸੀ, ਉਹ ਬੜੇ ਹੈਰਾਨ ਹੋਏ ਅਤੇ ਬਚਨ ਬਿਲਾਸ ਕਰਨ ਤੋਂ ਬਾਅਦ ਬਾਬਾ ਜੀ ਨੂੰ ਵਿਦਾ ਕਰਨ ਵਾਸਤੇ ਸੰਤ ਜਰਨੈਲ ਸਿੰਘ ਜੀ ਨਾਨਕ ਨਿਵਾਸ ਵਿੱਚੋਂ ਥੱਲੇ ਉਤਰੇ। ਬਾਬਾ ਜੀ ਨੂੰ ਤੋਰ ਕੇ ਜਦੋਂ ਵਾਪਸ ਗਏ ਤੇ ਫਿਰ ਉਹਨਾਂ ਸਿੰਘਾਂ ਨੇ ਬੜੀ ਹੈਰਾਨੀ ਨਾਲ ਪੁੱਛਿਆ ਕਿ ਮਹਾਂਪੁਰਸ਼ੋ, ਆਪ ਜੀ ਦਾ ਐਡਾ ਮਾਣ ਸਨਮਾਨ ਆ ਸਾਰੇ ਪੰਥ ਵਿੱਚ, ਤੇ ਆਪ ਜੀ ਕੋਲ ਜਿਹੜੇ ਇਹ ਬਜ਼ੁਰਗ ਆਏ ਸਨ, ਇਸ ਬਜ਼ੁਰਗ ਦਾ ਆਪ ਜੀ ਨੇ ਇੰਨਾ ਸਤਿਕਾਰ ਕਿਉਂ ਕੀਤਾ? ਕੋਈ ਖਾਸ ਗੱਲ ਹੈ? ਇਹ ਕੌਣ ਹਨ? ਤਾਂ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਕਿਹਾ ਸੀ ਕਿ ਜੇ ਧਰਤੀ ਉੱਪਰ ਤੁਰਦਾ ਫਿਰਦਾ ਰੱਬ ਵੇਖਣਾ ਹੋਵੇ ਤਾਂ ਉਹ ਇਹ ਬਾਬਾ ਠਾਕੁਰ ਸਿੰਘ ਜੀ ਹਨ। ਇਹ ਧਰਤੀ ਤੇ ਤੁਰਿਆ ਫਿਰਦਾ ਰੱਬ ਹੈ। ਐਸੇ ਬਚਨ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਉਹਨਾਂ ਚੰਦੋ ਕਲਾਂ ਪਿੰਡ ਦੇ ਦੋ ਸਿੰਘਾਂ ਨੂੰ, ਫੌਜੀ ਸਿੰਘ ਸਨ, ਉਹਨਾਂ ਦੇ ਪ੍ਰਤੀ ਇਹ ਬਚਨ ਕਹੇ ਸਨ, ਭਾਵ ਕਿ ਇਹਨਾਂ ਸਤਿਕਾਰ ਬਾਬਾ ਜੀ ਦਾ ਕਰਿਆ ਕਰਦੇ ਸਨ। ਇੱਕ ਬਚਨ ਦਾਸ ਨੂੰ ਬਾਪੂ ਜਗੀਰ ਸਿੰਘ ਜੀ,
ਜੋ ਬਜ਼ੁਰਗ ਹੋ ਕੇ ਚੜ੍ਹਾਈ ਕਰ ਗਏ ਨੇ, ਮਹਿਤੇ ਰਿਹਾ ਕਰਦੇ ਸਨ। ਉਹਨਾਂ ਗੁਰਮੁਖਾਂ ਨੇ ਮੈਨੂੰ ਦੱਸਿਆ ਸੀ ਕਿ ਇੱਕ ਵਾਰੀ ਜਥੇ ਦੇ ਸਿੰਘ ਇਕੱਠੇ ਕਰਕੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਸਾਰੇ ਸਿੰਘਾਂ ਨੂੰ ਦੱਸਿਆ ਸੀ ਕਿ ਤੁਹਾਡੇ ਮੁਕਤ ਹੋਣ ਵਿੱਚ ਕਿੰਨਾ ਕੁ ਸਮਾਂ ਬਾਕੀ ਰਹਿੰਦਾ ਹੈ, ਤੇ ਕਿਹਾ ਸੀ ਕਿ ਸਾਰੇ ਸਿੰਘਾਂ ਵਿੱਚੋਂ ਇੱਕ ਸਿੰਘ ਜੋ ਕਿ ਤੁਹਾਡੇ ਸਾਰਿਆਂ ਨਾਲੋਂ ਵੱਧ ਸੇਵਾ ਸਿਮਰਨ ਦੀ ਜਿਸ ਦੀ ਕਮਾਈ ਹੈ ਤੇ ਨਿਰਮਾਣਤਾ ਵੀ ਉਹਦੇ ਵਿੱਚ ਬਹੁਤ ਆ, ਉਹ ਇੱਕ ਸਿੰਘ ਹੈ ਜੋ ਕਿ ਮੁਕਤ ਰੂਪ ਹੈ, ਉਹਦਾ ਅੱਗੇ ਕੋਈ ਜਨਮ ਨਹੀਂ ਹੈ। ਤੇ ਉਹ ਬਾਬਾ ਠਾਕੁਰ ਸਿੰਘ ਜੀ ਬਾਰੇ ਕਿਹਾ ਸੀ ਕਿ ਭਾਈ ਠਾਕੁਰ ਸਿੰਘ ਜੀ ਦਾ ਅਗਾਂਹ ਕੋਈ ਜਨਮ ਨਹੀਂ ਹੋਏਗਾ। ਤੇ ਬਾਪੂ ਜਗੀਰ ਸਿੰਘ ਜੀ ਦਾ ਤਾਂ ਕਿਹਾ ਸੀ ਕਿ ਤੁਹਾਡਾ ਇੱਕ ਜਨਮ ਹੋਰ ਹੈ, ਬੜੇ ਧਨਾੜ ਸ਼ਾਹੂਕਾਰ ਗੁਰਸਿੱਖਾਂ ਦੇ ਘਰ ਅਗਲਾ ਜਨਮ ਹੋਵੇਗਾ। ਇਸ ਜਨਮ ਵਿੱਚ ਤੁਹਾਡੀ 75 ਸਾਲ ਉਮਰ ਹੋਵੇਗੀ, ਚੜ੍ਹਾਈ ਕਰਨ ਤੋਂ ਬਾਅਦ ਤੁਹਾਡਾ ਜਨਮ ਹੋਵੇਗਾ ਤੇ 25 ਸਾਲ ਉਮਰ ਅਗਲੇ ਜਨਮ ਵਿੱਚ ਹੋਵੇਗੀ। ਜਵਾਨੀ ਦੀ ਉਮਰ ਵਿੱਚ ਤੁਸੀਂ ਚੜ੍ਹਾਈ ਕਰੋਗੇ, ਦੁਬਾਰਾ ਫਿਰ ਸੰਸਾਰ ਤੇ ਤੁਹਾਡਾ ਆਉਣਾ ਨਹੀਂ ਹੋਏਗਾ। ਸੋ ਕਹਿਣ ਤੋਂ ਮੁਰਾਦ ਹੈ ਕਿ ਬਾਬਾ ਜੀ ਜੀਵਨ ਮੁਕਤ ਸਨ। ਜਿਸ ਜੀਵਨ ਮੁਕਤ ਦੀ ਪਰਿਭਾਸ਼ਾ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਸੁਖਮਨੀ ਸਾਹਿਬ ਵਿੱਚ ਕਹੀ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਹਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਅਤੇ ਭਾਈ ਗੁਰਦਾਸ ਜੀ ਨੇ ਵੀ ਕਿਹਾ, ਜੀਵਨ ਮੁਕਤ ਸਚਾਵਾਂ ਚੋਲਾ। ਸੋ ਇਸ ਪ੍ਰਕਾਰ ਦੇ ਮਹਾਂਪੁਰਸ਼ ਜਿਵੇਂ ਘੜਾ ਭਰ ਕੇ ਪਾਣੀ ਦਾ ਚਬੱਚੇ 'ਚ ਰੱਖਿਆ ਹੋਵੇ ਤੇ ਚਬੱਚਾ ਵੀ ਪਾਣੀ ਨਾਲ ਭਰਿਆ ਹੋਵੇ, ਘੜੇ ਵਿਚਲਾ ਪਾਣੀ ਤੇ ਚਬੱਚੇ ਵਿਚਲਾ ਪਾਣੀ ਦੋਵੇਂ ਮਿਲੇ ਹੋਏ, ਜਦੋਂ ਘੜਾ ਭੰਨਦੇ ਉਹ ਫਿਰ ਵੀ ਮਿਲੇ ਹੋਏ ਨੇ। ਇਸ ਪ੍ਰਕਾਰ ਉਹ ਸਰੀਰਕ ਤੌਰ ਤੇ ਰੱਬ ਦੇ ਪਿਆਰੇ ਦੁਨੀਆ 'ਚ ਵਿਚਰਦੇ ਮਨੁੱਖਾਂ ਵਾਂਗ ਹੀ ਪ੍ਰਤੀਤ ਹੁੰਦੇ ਨੇ, ਪਰ ਅੰਦਰੋਂ ਉਹਨਾਂ ਦੀ ਜੋਤ ਆਤਮਾ ਪਰਮਾਤਮਾ ਵਿੱਚ ਇੱਕਮਿਕ ਹੁੰਦੀ ਹੈ। ਸਿਰਫ ਸਰੀਰ ਹੀ ਤਿਆਗਣਾ ਬਾਕੀ ਹੁੰਦਾ। ਉਹ ਪਰਾਰਬਧ ਮੁਤਾਬਕ ਜਦੋਂ ਤੱਕ ਉਹਨਾਂ ਦੀ ਪਰਾਰਬਧ ਹੈ, ਜੀਵਨ ਹੈ, ਉਦੋਂ ਤੱਕ ਉਹ ਸਰੀਰ ਚੱਲਦਾ ਫਿਰਦਾ ਹੈ, ਉਦੋਂ ਬਾਅਦ ਉਹ ਬ੍ਰਹਮ ਜੋਤ ਮਿਲ ਜਾਊਗਾ। ਇਸ ਪ੍ਰਕਾਰ ਬ੍ਰਹਮ ਦੀ ਜੋਤ ਵਿੱਚ ਹੀ ਜੀਵਨ ਜੋਤੀ ਆਤਮਿਕ ਜੋਤ ਉਹਨਾਂ ਦੀ ਲੀਨ ਹੁੰਦੀ ਹੈ। ਸੋ ਇਸ ਪ੍ਰਕਾਰ ਦੇ ਸਨ ਬਾਬਾ ਠਾਕੁਰ ਸਿੰਘ ਜੀ। ਔਰ 1982 ਤੋਂ ਲੈ ਕੇ ਸੰਤ ਜਰਨੈਲ ਸਿੰਘ ਖਾਲਸਾ ਜੀ ਸਮੇਂ ਆਪ ਜੀ ਨੇ ਸਾਰਾ ਪ੍ਰਬੰਧ ਸੰਭਾਲਿਆ। 1984 ਵਿੱਚ ਹਰਿਮੰਦਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਜਿਹੜਾ ਪ੍ਰਬੰਧ ਬਾਬਾ ਜੀ ਨੇ ਸੰਭਾਲਿਆ ਉਹ ਆਪਣੀ ਮਿਸਾਲ ਆਪ ਹੈ, ਕਿਉਂਕਿ 1984 ਤੋਂ ਬਾਅਦ ਹਿੰਦੁਸਤਾਨ ਦੀ ਸਰਕਾਰ ਦੀ ਪੂਰੀ ਅੱਖ ਬਾਜ ਅੱਖ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤੇ ਉੱਪਰ ਸੀ। ਸਿਆਣੀ ਉਮਰ ਦੇ ਨੌਜਵਾਨ ਸਿੰਘ ਬੜੇ ਉਸ ਵੇਲੇ ਮਹਿਤੇ ਗੁਰਦੁਆਰਾ ਸਾਹਿਬ ਤੋਂ ਪਾਸੇ ਵੀ ਚਲੇ ਗਏ, ਕਿਉਂਕਿ ਉਹ ਸਮਾਂ ਐਸਾ ਸੀ। ਅਤੇ ਮਹਿਤੇ ਵਿਖੇ ਮੇਜਰ ਜਗਜੀਤ ਸਿੰਘ ਦੀ ਸਰਕਾਰ ਵੱਲੋਂ ਫੌਜ ਵੱਲੋਂ ਡਿਊਟੀ ਲੱਗੀ ਸੀ ਤੇ ਉਹਨਾਂ ਦਾ ਤਾਂ ਹੁਕਮ ਸੀ ਕਿ ਇਹ ਸਥਾਨ ਉਡਾ ਦਿੱਤਾ ਜਾਏ, ਪਰ ਮੇਜਰ ਜਗਜੀਤ ਸਿੰਘ ਜੀ ਨੇ ਕਿਹਾ ਕਿ ਮੈਂ ਪਹਿਲਾਂ ਸਕਰੀਨਿੰਗ ਕਰਾਂਗਾ ਕਿ ਕੀ ਅੰਦਰ ਹਥਿਆਰ ਆਦਿ ਹਨ ਕਿ ਨਹੀਂ। ਤੇ ਉਹਨੂੰ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਇੱਕ ਵਾਰੀ ਬਚਨ ਕੀਤਾ ਸੀ ਕਿ ਆਉਣ ਵਾਲੇ ਸਮੇਂ 'ਚ ਤੁਹਾਨੂੰ ਸੇਵਾ ਮਿਲੇਗੀ, ਉਦੋਂ ਸੰਭਾਲ ਲਿਓ, ਕਿਉਂਕਿ ਉਹਨੇ ਪੁੱਛਿਆ ਸੀ ਆ ਕੇ ਕਿ ਸਾਨੂੰ ਕੀ ਸੇਵਾ ਹੁਕਮ ਕੀ ਹੈ। ਮਹਾਂਪੁਰਸ਼ਾਂ ਕਿਹਾ ਸੀ ਆਉਣ ਵਾਲੇ ਸਮੇਂ 'ਚ ਸੇਵਾ ਮਿਲੇਗੀ, ਤੁਸੀਂ ਉਦੋਂ ਸਾਂਭ ਲਿਓ। ਤਾਂ ਉਸ ਪ੍ਰਕਾਰ ਫਿਰ ਉਸਨੇ ਬਾਬਾ ਜੀ ਨਾਲ ਸੰਪਰਕ ਕੀਤਾ। ਬੂੜੇ ਨੰਗਲ ਪਿੰਡ ਵਿੱਚ ਸਨ ਬਾਬਾ ਜੀ, ਮਿਲ ਕੇ ਤੇ ਫਿਰ ਸਾਰਾ ਅੰਦਰੋਂ ਸਕਰੀਨਿੰਗ ਕੀਤੀ ਤੇ ਕੁਝ ਕੁ ਹਥਿਆਰ ਲਿਜਾ ਕੇ ਉਹਨੇ ਪਾਸੇ ਜਾ ਕੇ ਦੱਬ ਦਿੱਤੇ। ਬਾਅਦ ਵਿੱਚ ਉਹਨੂੰ ਇਸੇ ਕਾਰਨ ਕਰਕੇ ਫੌਜ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਸੀ, ਕੱਢ ਦਿੱਤਾ ਗਿਆ ਸੀ। ਉਹਨੇ ਵੀ ਬੜੀ ਵੱਡੀ ਸੇਵਾ ਨਿਭਾਈ। ਔਰ ਬਾਬਾ ਜੀ ਫਿਰ ਸਿੰਘਾਂ ਦੀ ਬੇਨਤੀ ਮੰਨ ਕੇ ਕਿ ਆਪ ਜੀ ਦੇ ਸਰੀਰ ਤੇ ਕੋਈ ਕਸ਼ਟ ਨਾ ਆਏ, ਸਰਕਾਰ ਵੱਲੋਂ ਕੋਈ ਤੰਗੀ ਤਕਲੀਫ ਨਾ ਦਿੱਤੀ ਜਾਏ, ਬੇਅਦਬੀ ਨਾ ਕੀਤੀ ਜਾਏ, ਆਪ ਜੀ ਇੱਥੋਂ ਪਾਸੇ ਰਹੋ। ਤਾਂ ਬਾਬਾ ਜੀ ਕੁਝ ਨਗਰਾਂ ਵਿੱਚ ਰਹੇ ਨੇ ਗੁਪਤ ਢੰਗ ਨਾਲ। 1984 ਦੇ ਹਮਲੇ ਤੋਂ ਬਾਅਦ ਬੂੜੇ ਨੰਗਲ ਪਿੰਡ ਅਤੇ ਇਸੇ ਤਰ੍ਹਾਂ ਬਲਪੁਰੀਆਂ ਤੇ ਹੋਰ ਏਕਲਗੱਡਾ ਪਿੰਡ ਤੇ ਇਸੇ ਤਰ੍ਹਾਂ ਗੰਗਾ ਨਗਰ ਬਾਬਾ ਜੀ ਥਾਵਾਂ ਥਾਵਾਂ ਤੇ ਰਹੇ ਨੇ। ਔਰ ਮਹਿਤੇ ਨਾਲ ਸੰਪਰਕ ਆਪ ਜੀ ਦਾ ਬਣਿਆ ਰਹਿੰਦਾ ਸੀ। ਖਾਸ ਕਰਕੇ ਇੱਕ ਸਿੰਘ ਭਾਈ ਸਰੂਪ ਸਿੰਘ ਜੀ ਪਿੰਡ ਸੈਦੋ ਲੇਲ ਵਾਲੇ, ਉਹ ਗੁਰਮੁਖ ਪਿਆਰੇ ਬਾਬਾ ਜੀ ਨੂੰ ਮਿਲ ਕੇ ਆਉਂਦੇ ਸਨ ਤੇ ਮਹਿਤੇ ਦੀ ਸਾਰੀ ਖਬਰ ਬਾਬਾ ਜੀ ਤੱਕ ਪਹੁੰਚਾਉਂਦੇ ਸੀ। ਬਾਬਾ ਜੀ ਦਾ ਜਿਹੜਾ ਹੁਕਮ ਹੁੰਦਾ ਸੀ ਉਹ ਮਹਿਤੇ ਸਿੰਘਾਂ ਤੱਕ ਪਹੁੰਚਦਾ ਸੀ।
ਪਹਿਲਾਂ ਤਾਂ ਇੰਜ ਥੋੜੀ ਗਿਣਤੀ ਵਿੱਚ ਸਿੰਘ ਮਹਿਤੇ ਰਹੇ, ਸਿਆਣੀ ਸਿਆਣੀ ਉਮਰ ਦੇ ਜਾਂ ਭੁਜੰਗੀ ਸਿੰਘ ਰਹੇ, ਨੌਜਵਾਨ ਸਿੰਘਾਂ ਨੂੰ ਪਾਸੇ ਰਹਿਣਾ ਪਿਆ। ਔਰ ਫਿਰ ਛੇਤੀ ਹੀ 1985 ਵਿੱਚ ਮਹਿਤੇ ਵਿਖੇ ਇੱਕ ਸ਼ਹੀਦੀ ਕਾਨਫਰੰਸ ਕੀਤੀ ਗਈ ਸੀ। ਉਹਦੇ ਵਿੱਚ ਜਿੱਥੇ ਹੋਰ ਸਿੰਘਾਂ ਦਾ ਰੋਲ ਹੈ, ਖਾਸ ਕਰਕੇ ਬਾਬਾ ਜੀ ਦਾ ਹੈ ਕਿ ਬਾਬਾ ਜੀ ਦੀ ਅਗਵਾਈ ਵਿੱਚ ਉਹ ਬੜੀ ਵੱਡੀ ਕਾਨਫਰੰਸ ਹੋਈ ਸੀ। ਉਹਦੇ ਵਿੱਚ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਨੂੰ ਸੱਦ ਕੇ ਬਹੁਤ ਸਨਮਾਨ ਦਿੱਤਾ ਗਿਆ ਸੀ ਅਤੇ ਪੰਥ ਨੂੰ ਫਿਰ ਲਾਮਬੰਦ ਕਰਨਾ ਆਰੰਭ ਕੀਤਾ ਗਿਆ। ਫਿਰ ਉਸੇ ਸਮਾਗਮ ਤੇ, ਸ਼ਹੀਦੀ ਸਮਾਗਮ ਤੇ ਹੀ ਇਹ ਫੈਸਲਾ ਕੀਤਾ ਗਿਆ ਕਿ ਸਰਬੱਤ ਖਾਲਸਾ ਸੱਦਿਆ ਜਾਏ, ਸ਼੍ਰੀ ਅਕਾਲ ਤਖਤ ਸਾਹਿਬ। ਤਾਂ ਫਿਰ 1986 ਵਿੱਚ ਜਨਵਰੀ ਮਹੀਨੇ ਵਿੱਚ ਸਰਬੱਤ ਖਾਲਸਾ ਹੋਇਆ ਅਕਾਲ ਤਖਤ ਸਾਹਿਬ ਵਿਖੇ। ਔਰ ਇਸ ਪ੍ਰਕਾਰ ਉਹਦੇ ਵਿੱਚ ਪੰਥਕ ਕਮੇਟੀ ਬਣਾਈ ਗਈ, ਜਿੱਥੇ ਸਾਰੇ ਸਮਾਗਮ ਦੀ ਜਿਹੜੀ ਅਗਵਾਈ ਸੀ ਬਾਬਾ ਜੀ ਨੇ ਕੀਤੀ। ਜਿਹੜੇ ਚੋਣਵੇਂ ਖਾੜਕੂ ਸਿੰਘ ਸਨ ਉਹ ਬਾਬਾ ਜੀ ਦਾ ਬਹੁਤ ਸਤਿਕਾਰ ਕਰਦੇ ਰਹੇ ਔਰ ਬਾਬਾ ਜੀ ਵੀ ਗੁਪਤ ਢੰਗ ਨਾਲ ਸਾਰੇ ਸਿੰਘਾਂ ਨੂੰ ਮਿਲਦੇ ਰਹੇ। ਇੰਨਾ ਬਚਨ ਜ਼ਰੂਰ ਹੈ ਕਿ ਕਦੇ ਵੀ ਬਾਬਾ ਜੀ ਨੇ ਕੋਈ ਗਲਤ ਕੰਮ ਕਰਨ ਦੀ ਸਲਾਹ ਨਹੀਂ ਦਿੱਤੀ, ਸਗੋਂ ਕੋਈ ਬੁਰਾ ਕੰਮ ਕਰੇ, ਈਰਖਾਬਾਜ਼ੀ ਚ ਆ ਕੇ ਜਾਂ ਵੈਰ ਵਿਰੋਧ ਆਪਸ ਵਿੱਚ ਮਤਭੇਦ ਖਾੜਕੂ ਸਿੰਘਾਂ ਦੇ ਹੁੰਦੇ ਰਹੇ ਤੇ ਬਾਬਾ ਜੀ ਵਿੱਚ ਪੈ ਕੇ ਉਹ ਮਤਭੇਦ ਦੂਰ ਕਰਦੇ ਰਹੇ। ਬੜੇ ਬੜੇ ਵੱਡੇ ਇਕੱਠ ਗੁਪਤ ਢੰਗ ਨਾਲ ਕਰਕੇ ਬਾਬਾ ਜੀ ਉਹਨਾਂ ਨੂੰ ਚੰਗੀ ਸਿੱਖਿਆ ਪ੍ਰੇਰਨਾ ਦਿੰਦੇ ਰਹੇ। ਔਰ ਇਸ ਸੰਘਰਸ਼ ਦੀ ਅਗਵਾਈ ਵੀ ਬਾਬਾ ਜੀ ਨੇ ਕੀਤੀ ਤੇ ਸਰਕਾਰ ਦੀ ਅੱਖ ਵੀ ਭਾਵੇਂ ਬਹੁਤ ਜ਼ਿਆਦਾ ਸੀ ਤੇ ਮਹਿਤੇ ਵਿਖੇ ਆ ਕੇ ਵੱਡੇ ਵੱਡੇ ਜਿਹੜੇ ਆਫੀਸਰ ਸਨ ਪੁਲਿਸ ਦੇ, ਉਹ ਘੇਰਾ ਪਾ ਲੈਂਦੇ ਸੀ ਬੜੀ ਵੱਡੀ ਫੋਰਸ ਨਾਲ। ਤੇ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਬਾਬਾ ਜੀ ਨੇ ਸਾਰੇ ਸਿੰਘਾਂ ਨੂੰ ਸਾਂਭ ਕੇ ਰੱਖਿਆ ਅਤੇ ਆਪਣੇ ਇਸ ਸਮੇਂ ਵਿੱਚ ਬਾਬਾ ਜੀ ਨੇ ਜਿੰਨੇ ਵੀ ਟਕਸਾਲ ਨਾਲ ਸੰਬੰਧਿਤ ਪਰਿਵਾਰ ਸਨ ਉਹਨਾਂ 'ਚ ਮਤਭੇਦ ਨਹੀਂ ਵਧਣ ਦਿੱਤੇ, ਸਗੋਂ ਘਟਾਏ। ਆਪਸੀ ਮੇਲ ਮਿਲਾਪ ਸਾਰਿਆਂ ਦਾ ਬਣਾ ਕੇ ਰੱਖਿਆ ਅਤੇ ਖਾਸ ਕਰਕੇ ਬਾਬਾ ਜੀ ਨੇ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ। ਇਸ ਜਥੇਬੰਦੀ ਨਾਲੋਂ ਵੱਧ ਹੋਰ ਕਿਸੇ ਜਥੇਬੰਦੀ ਨੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਨਹੀਂ ਸੰਭਾਲਿਆ। ਔਰ ਸ਼ਹੀਦਾਂ ਸਿੰਘਾਂ ਦੀਆਂ ਸਿੰਘਣੀਆਂ, ਉਹਨਾਂ ਦੇ ਬੱਚੇ, ਜਿਵੇਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜਿਹੜੇ ਸਿੰਘਾਂ ਨੇ ਸੋਧਾ ਲਾਇਆ, ਭਾਈ ਬੇਅੰਤ ਸਿੰਘ ਮਲੋਆ ਪਿੰਡ ਵਾਲੇ, ਉਹਨਾਂ ਦੀ ਧਰਮ ਸੁਪਤਨੀ ਬੀਬੀ ਬਿਮਲ ਕੌਰ ਖਾਲਸਾ ਜੀ ਨੂੰ ਬਾਬਾ ਜੀ ਨੇ ਚੋਣਾਂ ਵਿੱਚ ਖੜਿਆ ਕੀਤਾ ਸੀ। ਉਹਨਾਂ ਦੇ ਬੱਚਿਆਂ ਦੀ ਤਾਲੀਮ ਦਾ, ਵਿਦਿਆ ਦਾ ਪ੍ਰਬੰਧ ਵੀ ਬਾਬਾ ਜੀ ਵੱਲੋਂ ਕੀਤਾ ਗਿਆ। ਮੋਹਾਲੀ ਵਿਖੇ ਉਹਨਾਂ ਨੂੰ ਘਰ ਖਰੀਦ ਕੇ ਵੀ ਦਿੱਤਾ ਗਿਆ ਤੇ ਇਸ ਤਰ੍ਹਾਂ ਉਹਨਾਂ ਦੀ ਬਾਂਹ ਵੀ ਫੜੀ। ਭਾਈ ਸਤਵੰਤ ਸਿੰਘ ਦੇ ਪਿਤਾ ਮਾਤਾ ਜੀ ਬਾਪੂ ਤਰਲੋਕ ਸਿੰਘ ਜੀ ਆਦਿ, ਉਹਨਾਂ ਨੂੰ ਵੀ ਗੱਡੀਆਂ ਤੱਕ ਲੈ ਕੇ ਬਾਬਾ ਜੀ ਦਿੰਦੇ ਰਹੇ। ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਉਹਨਾਂ ਦੇ ਪਰਿਵਾਰਾਂ ਦੀ ਵੀ ਖਬਰਸਾਰ ਲੈਂਦੇ ਰਹੇ। ਇੱਥੋਂ ਤੱਕ ਕਿ ਇੱਕ ਵਾਰੀ ਕੁਝ ਪ੍ਰੇਮੀ ਬਾਬਾ ਜੀ ਵਾਸਤੇ ਕੋਈ ਵਾਹਵਾ ਮਹਿੰਗੀ ਗੱਡੀ ਲੈ ਗਿਆ। ਉਧਰੋਂ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਾਤਾ ਆ ਕੇ ਬਾਬਾ ਜੀ ਕੋਲ ਖੜੀ ਸੀ ਤੇ ਬਾਬਾ ਜੀ ਨੇ ਉਹਦੇ ਪੈਰਾਂ ਵਿੱਚ ਪਈਆਂ ਚੱਪਲਾਂ ਵੇਖੀਆਂ ਤੇ ਬਾਬਾ ਜੀ ਕਹਿਣ ਲੱਗੇ, ਆਹ ਸ਼ਹੀਦਾਂ ਦੇ ਪਰਿਵਾਰ ਇੰਨੀ ਗਰੀਬੀ ਵਿੱਚ ਸਮਾਂ ਲੰਘਾ ਰਹੇ ਨੇ ਤੇ ਮੈਂ ਇਹੋ ਜਿਹੀਆਂ ਮਹਿੰਗੀਆਂ ਗੱਡੀਆਂ ਤੇ ਚੜ੍ਹਿਆ ਫੱਬਦਾ, ਇਹ ਗੱਡੀ ਲੈ ਜਾਓ ਵੇਚ ਕੇ ਤੇ ਜਿੰਨੀ ਮਾਇਆ ਬਣਦੀ ਆ ਇਸ ਮਾਤਾ ਨੂੰ ਦੇ। ਤਾਂ ਉਹਨਾਂ ਨੇ ਹੱਥ ਜੋੜ ਕੇ ਕਿਹਾ, ਜੀ ਅਸੀਂ ਇਹ ਗੱਡੀ ਆਪਣੇ ਕੋਲ ਰੱਖ ਲੈਂਦੇ ਹਾਂ ਤੇ ਜਿੰਨੇ ਦੀ ਇਹ ਗੱਡੀ ਅਸੀਂ ਲਿਆਂਦੀ ਉਨੀ ਮਾਇਆ ਮਾਤਾ ਜੀ ਦੇ ਘਰ ਪਰਿਵਾਰ ਅਸੀਂ ਪਹੁੰਚਾ ਦਿਆਂਗੇ। ਤਾਂ ਉਨੀ ਮਾਇਆ 7-8 ਲੱਖ ਜਿੰਨਾ ਵੀ ਰੁਪਈਆ ਸੀ ਉਹਨਾਂ ਨੇ ਭਾਈ ਹਰਜਿੰਦਰ ਸਿੰਘ ਦੇ ਘਰ ਪਹੁੰਚਾਇਆ। ਇਤਿਹਾਸਕ ਮਹਾਂਪੁਰਸ਼ ਇਉਂ ਸ਼ਹੀਦ ਸਿੰਘਾਂ ਦਾ ਬਹੁਤ ਜ਼ਿਆਦਾ ਸਨਮਾਨ ਕਰਦੇ ਰਹੇ ਨੇ, ਹਰ ਤਰ੍ਹਾਂ ਦੀ ਮਦਦ ਕਰਦੇ। ਮੈਂ ਅੱਖੀਂ ਵੇਖਦਾ ਰਿਹਾ ਕਿ ਆਏ ਹੋਏ ਪਰਿਵਾਰਾਂ ਨੂੰ ਕਿਵੇਂ ਬਾਬਾ ਜੀ ਹੌਸਲਾ ਤਸੱਲੀਆਂ ਦਿੰਦੇ ਸੀ ਤੇ ਕਿੰਨਾ ਬਜ਼ੁਰਗਾਂ ਦਾ, ਮਾਈਆਂ ਦਾ ਸਤਿਕਾਰ ਕਰਦੇ ਸੀ। ਸ਼ਹੀਦਾਂ ਸਿੰਘਾਂ ਦੇ ਮਾਤਾ ਪਿਤਾ ਆਦਿ ਜਦੋਂ ਆਉਂਦੇ ਸਨ, ਭਾਈ ਜੁਗਰਾਜ ਸਿੰਘ, ਤੂਫਾਨ ਸਿੰਘ ਖਾਲਸਾ ਜੀ, ਉਹਨਾਂ ਦੇ ਘਰ ਭਾਈ ਜੁਗਰਾਜ ਸਿੰਘ ਦੇ ਭੋਗ ਦੇ ਸਮੇਂ ਵੀ ਬਾਬਾ ਜੀ ਨੇ ਸਾਰਾ ਉੱਥੇ ਪ੍ਰਬੰਧ ਸੰਭਾਲਿਆ। ਜਾ ਕੇ ਗਏ, ਪਹੁੰਚੇ, ਬਹੁਤ ਵੱਡਾ ਇਕੱਠ ਸੀ। ਉਹਨਾਂ ਦੇ ਮਾਤਾ ਪਿਤਾ ਦਾ ਵੀ ਸਤਿਕਾਰ ਕਰਦੇ ਰਹੇ। ਆਪ ਗਾਹੇ ਬਗਾਏ ਉਹਨਾਂ ਦੇ ਘਰ ਮਿਲਣ ਵਾਸਤੇ ਜਾਂਦੇ ਸੀ। ਜਦੋਂ ਵਿਦੇਸ਼ਾਂ ਤੋਂ ਦੌਰਾ ਕਰਕੇ ਜਾਂਦੇ ਸਨ, ਉਹਨਾਂ ਦੇ ਘਰ ਚੱਲ ਕੇ ਜਾਂਦੇ ਸੀ ਬਜ਼ੁਰਗਾਂ ਨੂੰ ਮਿਲਣ ਵਾਸਤੇ। ਲੋਈਆਂ, ਕੰਬਲ, ਕਈ ਕੁਛ ਲੈ ਕੇ ਜਾਂਦੇ ਸੀ, ਪਰ ਉਹਨਾਂ ਨੇ ਬਹੁਤ ਜ਼ਿਆਦਾ ਸੰਤੋਖ ਰੱਖਿਆ। ਉਹ ਕੁਛ ਵੀ ਨਹੀਂ ਸੀ ਲੈਂਦੇ ਇਤਿਹਾਸਕ। ਔਰ ਇਸੇ ਪ੍ਰਕਾਰ ਫਿਰ ਜਿਹੜੇ ਸਿੰਘ ਜੇਲ੍ਹਾਂ ਵਿੱਚ ਰਹੇ ਨੇ, ਉਹਨਾਂ ਕੈਦੀ ਸਿੰਘਾਂ ਵਾਸਤੇ ਜੀਪਾਂ, ਗੱਡੀਆਂ ਭਰ ਭਰ ਕੇ ਕੰਬਲ, ਚੋਲੇ, ਲੋਈਆਂ, ਬਦਾਮ, ਗਰੀਆਂ ਆਦਿਕ, ਘਿਓ, ਇਹ ਸਾਰੀ ਸਮੱਗਰੀ ਪਦਾਰਥ ਉਹਨਾਂ ਵਾਸਤੇ ਬਾਬਾ ਜੀ ਜੇਲ੍ਹਾਂ ਵਿੱਚ ਸਿੰਘਾਂ ਨੂੰ ਭੇਜਦੇ ਰਹੇ।
ਭਾਈ ਗੱਜਣ ਸਿੰਘ ਆਦਿਕ ਸਿੰਘ ਜਾ ਕੇ ਮੁਲਾਕਾਤਾਂ ਕਰਦੇ ਰਹੇ ਤੇ ਉਹਨਾਂ ਨੂੰ ਸਾਰਾ ਕੁਝ ਜੇਲ੍ਹਾਂ ਵਿੱਚ ਜਾ ਕੇ ਵੰਡ ਕੇ ਆਉਂਦੇ ਰਹੇ। ਇਤਿਹਾਦਕ ਪੰਥ ਦੀ ਅਗਵਾਈ ਬਹੁਤ ਸੁਚੱਜੇ ਢੰਗ ਨਾਲ ਬਾਬਾ ਜੀ ਨੇ ਕੀਤੀ ਔਰ ਆਪ ਜੀ ਦੇ ਸਮੇਂ ਮਹਿਤੇ ਜਥੇਬੰਦੀ ਦੇ ਅੰਦਰ 600-700 ਸਿੰਘ ਤਕਰੀਬਨ ਭਰਤੀ ਹੋ ਗਿਆ ਸੀ ਔਰ ਬਾਬਾ ਜੀ ਬਹੁਤ ਜ਼ਿਆਦਾ ਧਿਆਨ ਰੱਖਦੇ ਸਨ ਸਿੰਘਾਂ ਦਾ। ਖਾਸ ਕਰਕੇ ਜਿਹੜੇ ਗ੍ਰਿਸ਼ਤੀ ਸਿੰਘ ਹੁੰਦੇ ਸੀ ਮੇਰੇ ਵਰਗੇ, ਉਹਨਾਂ ਦੀਆਂ ਲੋੜਾਂ ਨੂੰ ਵੀ ਬਾਬਾ ਜੀ ਸਮਝਦੇ ਸੀ ਕਿ ਇਹਨਾਂ ਨੂੰ ਮਾਇਆ ਦੀ ਲੋੜ ਪੈਂਦੀ ਹੈ ਤੇ ਹਰ ਇੱਕ ਸਿੰਘ ਬਾਰੇ ਵੀ ਉਹ ਜਾਣਦੇ ਸਨ ਕਿ ਕਿਹੜਾ ਉਹਨਾਂ ਨੂੰ ਨਜ਼ਰਅੰਦਾਜ਼ ਕਰਦਾ, ਭਾਵ ਉਹਨਾਂ ਨੂੰ ਅੰਤਰਜਾਮੀ ਜਾਂ ਉੱਚੀ ਅਵਸਥਾ ਵਾਲੇ ਨਹੀਂ ਸਮਝਦਾ ਤੇ ਧੋਖਾ ਕਰਨ ਦਾ ਯਤਨ ਕਰਦਾ। ਜੇ ਕੋਈ ਐਸਾ ਹੁੰਦਾ ਸੀ ਤੇ ਮਹਾਂਪੁਰਸ਼ ਕੋਈ ਪਰਵਾਹ ਨਹੀਂ ਸੀ ਇਹਨਾਂ ਗੱਲਾਂ ਦੀ ਕਰਦੇ। ਜਿਹੜਾ ਕੋਈ ਸ਼ਰਧਾਵਾਨ ਸੀ ਉਹਦੇ ਬਾਰੇ ਵੀ ਜਾਣਦੇ ਸੀ। ਅੰਤਰਜਾਮਤਾ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਸੀ, ਭਾਵੇਂ ਕਿ ਸਾਧੂ ਦੀ ਜਿਹੜੀ ਪਰਿਭਾਸ਼ਾ ਹੈ ਜਾਂ ਸਾਧੂ ਦੀ ਜਿਹੜੀ ਅਵਸਥਾ ਉਹਨੂੰ ਇਹਨਾਂ ਰਿੱਧੀਆਂ ਸਿੱਧੀਆਂ ਨਿੱਧੀਆਂ ਅੰਤਰਜਾਮਤਾ ਆਦਿਕ ਨਾਲ ਨਹੀਂ ਤੋਲਿਆ ਜਾਂਦਾ। ਰਿੱਧੀ ਸਿੱਧੀ ਅੰਤਰਜਾਮਤਾ ਆਦਿਕ ਬਹੁਤ ਥੱਲੇ ਦੀ ਬਾਤ ਹੈ। ਜਿਹੜਾ ਪਰਮ ਪਦ ਹੈ, ਆਤਮ ਪਦ ਹੈ, ਇਹ ਬਹੁਤ ਉੱਚਾ ਹੈ। ਜਿਹੜੀ ਮੋਖ ਪਦਵੀ ਦੀ ਅਵਸਥਾ, ਪਰਮ ਪਦ ਦੀ ਅਵਸਥਾ, ਚੌਥਾ ਪਦ, ਉਹ ਰਿੱਧੀ ਸਿੱਧੀ ਨਿੱਧੀ ਤੋਂ ਬਹੁਤ ਅੱਗੇ ਹੈ। ਬਾਬਾ ਜੀ ਕੋਲ ਇਹ ਸਾਰਾ ਕੁਝ ਸੀ ਪਰ ਉਹ ਪ੍ਰਗਟ ਨਹੀਂ ਸੀ ਕਰਦੇ ਜਾਂ ਆਪਣੀ ਪੂਜਾ ਕਰਾਉਣ ਵਾਸਤੇ ਕਦੇ ਨਹੀਂ ਸੀ ਆਪਣੀ ਤਾਕਤ ਵਿਖਾਉਂਦੇ, ਪਰ ਹੈ ਬਹੁਤ ਕੁਝ ਸੀ। ਦੂਸਰਾ ਇਹ ਕਿ ਉਹਨਾਂ ਦੇ ਬਚਨ ਵਿੱਚ ਬੜੀ ਸੱਤਿਆ ਸੀ। ਸੁਤੇ ਸਿੱਧ ਸੁਭਾਵਕ ਹੀ ਜੋ ਮੁਖ ਤੋਂ ਬਚਨ ਉਚਰਦੇ ਸਨ, ਉਚਾਰਦੇ ਸਨ, ਉਹ ਪੂਰਾ ਹੋ ਜਾਂਦਾ ਸੀ। ਔਰ ਜਥੇਬੰਦੀ ਦੇ ਅੰਦਰ ਜਿਹੜੇ ਸਿੰਘ ਭਰਤੀ ਹੋਏ ਸਨ, ਜਿਸ ਕਿਸ ਤੇ ਖੁਸ਼ ਹੋ ਕੇ ਕਿਹਾ ਕਿ ਤੈਨੂੰ ਗਿਆਨੀ ਸਿੰਘ ਬਣਾਉਣਾ ਹੈ, ਉਹ ਕਥਾਵਾਚਕ ਗਿਆਨੀ ਸਿੰਘ ਬਣ ਗਿਆ। ਜਿਸ ਨੂੰ ਕਿਹਾ ਕਿ ਤੈਨੂੰ ਰਾਗੀ ਸਿੰਘ ਬਣਾਉਣਾ ਭਾਈ, ਤੂੰ ਕੀਰਤਨ ਸਿੱਖਿਆ ਕਰ, ਤੇ ਉਹਨਾਂ ਦੀ ਬਖਸ਼ਿਸ਼ ਭਰੇ ਬਚਨਾਂ ਨਾਲ ਬੜੇ ਬੜੇ ਸਿੰਘ ਰਾਗੀ ਸਿੰਘ ਬਣੇ, ਬੜੀ ਗਿਣਤੀ 'ਚ। ਬੜਿਆਂ ਨੂੰ ਕਥਾਵਾਚਕ ਬਣਾਇਆ ਉਹਨਾਂ ਨੇ ਬਚਨ ਕਰਕੇ, ਤੇ ਬੜਿਆਂ ਨੂੰ ਰਾਗੀ ਸਿੰਘ ਬਣਾਇਆ। ਬਹੁਤਾ ਸਿੱਖਣਾ ਨਹੀਂ ਪਿਆ, ਬਹੁਤ ਥੋੜੀ ਸਿੱਖਿਆ ਪ੍ਰਾਪਤ ਕਰਕੇ ਬੜੇ ਬੜੇ ਸੋਹਣੇ ਰਾਗੀ ਬਣੇ ਤੇ ਬੜੇ ਬੜੇ ਵਧੀਆ ਕਥਾਵਾਚਕ ਉਹਨਾਂ ਦੇ ਸਮੇਂ ਸਿੰਘ ਬਣੇ, ਜੋ ਅੱਜ ਵੀ ਸੇਵਾਵਾਂ ਨਿਭਾ ਰਹੇ ਨੇ। ਕਿੰਨਿਆਂ ਕੁ ਦੇ ਨਾਮ ਗਿਣੇ ਜਾਣ। ਸੋ ਇਸ ਪ੍ਰਕਾਰ ਉਹਨਾਂ ਦੀ ਕਮਾਈ ਸੀ ਅਤੇ ਨਜ਼ਰ ਵਿੱਚ ਏਡੀ ਤਾਕਤ ਸੀ ਕਿ ਦੂਰ ਖਲੋਤੇ ਕਿਸੇ ਵੱਲ ਵੇਖ ਲੈਣ, ਕਿਸੇ ਸਿੰਘ ਵੱਲ, ਤੇ ਉੱਥੇ ਸਿੰਘ ਭੈਭੀਤ ਹੋ ਜਾਂਦਾ ਸੀ ਕਿ ਬਾਬਾ ਜੀ ਵੇਖ ਰਹੇ ਨੇ, ਚੁੱਪ ਕਰ ਜਾਂਦਾ ਸੀ। ਉਹਦੇ ਤੇ ਬੜਾ ਅਸਰ ਪੈਂਦਾ ਸੀ। ਉਹਨਾਂ ਦੀ ਨਜ਼ਰ ਵਿੱਚ ਵੀ ਇਹ ਤਾਕਤ ਸੀ, ਕਿਉਂਕਿ ਸਤਿਗੁਰਾਂ ਦੇ ਬਚਨ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ, ਰਸਨਾ ਉੱਤੇ ਵੀ ਪਰਮੇਸ਼ਰ ਵਸਦਾ ਹੈ। ਉਹਨਾਂ ਦੀ ਨਜ਼ਰ ਵਿੱਚ ਵੀ, ਦ੍ਰਿਸ਼ਟੀ ਵਿੱਚ ਵੀ ਬ੍ਰਹਮ ਹੈ, ਉਹਨਾਂ ਦੇ ਹਿਰਦੇ ਵਿੱਚ ਵੀ ਬ੍ਰਹਮ ਹੈ। ਸੋ ਇਸ ਪ੍ਰਕਾਰ ਤਾਂ ਹੀ ਉਹਨਾਂ ਦੇ ਹਰ ਬਚਨ ਵਿੱਚ ਸੱਤਿਆ, ਹਰ ਫੁਰਨੇ ਵਿੱਚ ਤਾਕਤ, ਤੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਵੀ ਤਾਕਤ ਹੁੰਦੀ ਹੈ। ਪ੍ਰਭਾਵ ਸੀ ਉਹਨਾਂ ਦੀ ਕਮਾਈ ਦਾ। ਭਾਈ ਸਰੂਪ ਸਿੰਘ ਜੀ ਵੱਲੋਂ ਕੁਝ ਬਚਨ ਦੱਸੇ ਗਏ ਦਾਸ ਨੂੰ ਕਿ ਇੱਕ ਵਾਰੀ ਭਾਈ ਸਰੂਪ ਸਿੰਘ ਜੀ ਕਹਿੰਦੇ, ਮੇਰੇ ਨਾਨਕਿਆਂ ਦੇ ਪਿੰਡ ਏਕਲ ਗੱਡੇ ਬਾਬਾ ਜੀ ਸਨ ਤੇ ਮੈਂ ਕਿਸੇ ਕੰਮ ਘਰ ਨੂੰ ਆਇਆ ਸੀ, ਤੇ ਘਰੋਂ ਜਦੋਂ ਮੈਂ ਵਾਪਸ ਗਿਆ ਤੇ ਮੈਂ ਉਹਨਾਂ ਨੂੰ ਲੱਭਦਾ ਸੀ, ਢੂੰਡਦਾ ਸੀ ਕਿ ਬਾਬਾ ਜੀ ਕਿੱਥੇ ਨੇ। ਤਾਂ ਉਹ ਭਾਈ ਸਰੂਪ ਸਿੰਘ ਦੇ ਮਾਮੇ ਜੋ ਸਨ ਉਹ ਖੇਤਾਂ 'ਚੋਂ ਨਦੀਨ ਕੱਢ ਰਹੇ ਸੀ ਤੇ ਪਸ਼ੂ ਪਿੱਛੇ ਭੁੱਖੇ ਸਨ, ਤੇ ਬਾਬਾ ਜੀ ਉਹਨਾਂ ਪਸ਼ੂਆਂ ਵਾਸਤੇ ਮੋਠਾਂ ਦੇ ਪੱਠੇ ਸੀ, ਮੋਠ ਵੱਢ ਰਹੇ ਸੀ। ਜਦੋਂ ਵੇਖਿਆ ਤੇ ਕਹਿੰਦਾ, ਮੈਂ ਬਾਬਾ ਜੀ ਕੋਲੋਂ ਦਾਤਰੀ ਖੋਹਣ ਦਾ ਯਤਨ ਕਰਾਂ ਕਿ ਮੈਨੂੰ ਦੇ ਦਿਓ ਜੀ, ਮੈਂ ਵੱਢ ਦੇਣਾ। ਪਰ ਉਹ ਕਹਿਣ ਕਿ ਨਹੀਂ, ਪੱਲੀ ਲਿਆ ਤੇ ਪੱਠੇ ਲੈ ਕੇ ਜਾਈਏ। ਜਦੋਂ ਪੱਠੇ ਚੁਕਾਏ ਲਿਆਂਦੇ, ਫਿਰ ਕਹਿਣ ਲੱਗੇ ਬਈ ਅਸੀਂ ਇਸ ਘਰੋਂ ਪ੍ਰਸ਼ਾਦਾ ਛਕਦੇ ਹਾਂ ਤੇ ਇਹ ਬੇਜ਼ਬਾਨੇ ਪਸ਼ੂ ਜੇ ਭੁੱਖੇ ਰਹਿਣ ਤੇ ਸਾਡੇ ਪ੍ਰਸ਼ਾਦਾ ਛਕਣ ਦਾ ਸਾਨੂੰ ਹੱਕ ਨਹੀਂ। ਪਹਿਲਾਂ ਇਹਨਾਂ ਨੂੰ ਪੱਠੇ ਪਾ ਕੇ, ਪਾਣੀ ਢਹਾ ਕੇ, ਨਵਾ ਕੇ, ਤੇ ਫਿਰ ਅਸੀਂ ਪ੍ਰਸ਼ਾਦਾ ਛਕਾਂਗੇ। ਔਰ ਇੰਨੀ ਨਿਮਰਤਾ ਸੀ ਉਹਨਾਂ 'ਚ, ਤੇ ਬੇਜ਼ਬਾਨੇ ਪਸ਼ੂਆਂ ਦਾ ਇਹਨਾਂ ਧਿਆਨ ਰੱਖਦੇ ਸੀ। ਤੇ ਕਹਿੰਦੇ ਮੈਨੂੰ ਉਹਨਾਂ ਨੇ ਟੋਕਾ ਗੇੜਨ ਲਾ ਲਿਆ ਤੇ ਆਪ ਉਹ ਪਿੱਛੇ ਦੱਥੇ ਲਾ ਰਹੇ ਸੀ, ਜਿਹਨੂੰ ਚੀਰ ਨਹੀਂ ਲਾਉਣੀ ਕਹਿੰਦੇ। ਪਿਛਲੇ ਪਾਸੇ ਪੱਠੇ ਵਿੱਚ ਟੋਕੇ ਦੇ ਰਹੇ ਸੀ। ਭਾਈ ਸਰੂਪ ਸਿੰਘ ਜੀ ਕਹਿੰਦੇ ਮੈਂ ਟੋਕਾ ਗੇੜ ਰਿਹਾ ਸੀ ਤੇ ਉਹ ਬਾਣੀ ਨੂੰ ਛੱਡਦੇ ਨਹੀਂ ਸੀ ਮਿੰਟ ਸਕਿੰਟ ਵੀ। ਤਾਂ ਮੈਨੂੰ ਉਹਨਾਂ ਕਿਹਾ ਕਿ ਤੂੰ ਜਪਜੀ ਸਾਹਿਬ ਦਾ ਪਾਠ ਸੁਣਾ ਨਾਲ ਨਾਲ। ਮੈਂ ਜਪਜੀ ਸਾਹਿਬ ਸੁਣਾ ਰਿਹਾ ਸੀ ਤੇ ਮੈਂ ਵੇਖਿਆ ਬਾਬਾ ਜੀ ਤਾਂ ਚੀਰ ਨਹੀਂ ਲਾ ਰਹੇ ਸੀ, ਪਰ ਜਦੋਂ ਮੇਰਾ ਸਾਹਮਣੇ ਧਿਆਨ ਗਿਆ ਤੇ ਬਾਬਾ ਠਾਕਰ ਸਿੰਘ ਉੱਧਰ ਖਲੋਤੇ ਵੀ ਦਿਸੇ ਮੈਨੂੰ। ਦੂਜੇ ਸੱਜੇ ਪਾਸੇ ਮੈਂ ਵੇਖਿਆ ਤੇ ਉੱਧਰ ਵੀ ਬਾਬਾ ਜੀ ਖੜੇ ਦਿਸੇ, ਤੇ ਮੈਂ ਕੁਝ ਹੈਰਾਨ ਜਿਹਾ ਹੋਇਆ ਤੇ ਟੋਕਾ ਕੁਝ ਮੱਧਮ ਹੋਇਆ। ਤੇ ਉਹਨਾਂ ਨੇ ਹੱਸ ਕੇ ਕਹਿਣ ਲੱਗੇ, ਸਰੂਪ ਸਿੰਘ ਕੀ ਕਰਦਾ, ਧਿਆਨ ਨਾਲ ਟੋਕਾ ਗੇੜ। ਫਿਰ ਉਹ ਖੇਡ ਅਲੋਪ ਹੋ ਗਈ। ਫਿਰ ਇਕੱਲੇ ਬਾਬਾ ਜੀ ਚੀਰ ਨਹੀਂ ਲਾ ਰਹੇ ਸੀ।
ਇਸ ਪ੍ਰਕਾਰ ਦੀਆਂ ਖੇਡਾਂ ਉਹਦੇ ਨਾਲ ਵਾਪਰੀਆਂ। ਫਿਰ ਇੱਕ ਵਾਰੀ ਕਹਿਣ ਲੱਗਾ ਕਿ ਮਹਿਤੇ ਨਗਰ ਦੇ ਬਾਹਰ ਇੱਕ ਬੈਕ ਦੇ ਉੱਪਰ ਭਾਈ ਅਮਰੀਕ ਸਿੰਘ ਦੇ ਘਰ ਸਨ ਸ਼ਾਇਦ ਬਾਬਾ ਜੀ, ਤੇ ਮੈਨੂੰ ਕਹਿੰਦੇ ਤੂੰ ਸਾਈਕਲ ਲੈ ਕੇ ਜਾ ਤੇ ਗੁਰਦੁਆਰਾ ਸਾਹਿਬ ਜਾ ਕੇ ਜਲ ਪਾਣੀ ਤਿਆਰ ਕਰ, ਮਤਲਬ ਦੁੱਧ ਦੇ ਵਿੱਚ ਕੁਝ ਜਲ ਤੇ ਕੁਝ ਹੋਰ ਸਮੱਗਰੀ ਪਾ ਕੇ ਜਲ ਪਾਣੀ ਤਿਆਰ ਕਰਨਾ ਸੀ। ਤੇ ਕਹਿੰਦੇ ਮੈਂ ਜਦੋਂ ਤਿਆਰ ਕਰ ਰਿਹਾ ਸੀ ਮੇਰੇ ਮਨ 'ਚ ਫੁਰਨਾ ਆਇਆ ਵੀ ਹੁਣ ਜਲ ਪਾਣੀ ਉੱਥੇ ਲੈ ਕੇ ਜਾਣਾ ਜਾਂ ਬਾਬਾ ਜੀ ਇੱਥੇ ਆ ਜਾਣਗੇ। ਇਹ ਫੁਰਨਾ ਇਸੇ ਮੇਰੇ ਮਨ 'ਚ ਵੀ ਬਾਬਾ ਜੀ ਨੂੰ ਕੌਣ ਛੱਡਣ ਆਵੇਗਾ, ਜਾਂ ਮੈਂ ਸਾਈਕਲ ਤੇ ਲੈ ਕੇ ਜਾਵਾਂ ਦੁੱਧ ਉੱਥੇ। ਅਜੇ ਫੁਰਨਾ ਕਰਦਾ ਸੀ ਤੇ ਮੈਂ ਵੇਖਿਆ ਮੇਰੇ ਕੋਲ ਖੜ ਗਏ ਬਾਬਾ ਜੀ, ਪ੍ਰਗਟ ਹੋ ਗਏ। ਤਾਂ ਕਹਿਣ ਲੱਗੇ ਤਿਆਰ ਹੋ ਗਿਆ ਜਲ ਪਾਣੀ? ਮੈਂ ਕਿਹਾ ਜੀ ਹਾਂ। ਕਹਿੰਦੇ ਲਿਆ ਫਿਰ ਛਕਾ। ਸੋ ਬਾਬਾ ਜੀ ਉੱਥੋਂ ਜਾਣੀ ਗੁਪਤ ਢੰਗ ਨਾਲ ਪਹੁੰਚ ਗਏ ਸੀ। ਸੋ ਇਸੇ ਪ੍ਰਕਾਰ ਇੱਕ ਵਾਰੀ ਅਸੀਂ ਵੀ ਨਾਲ ਸਾਂ ਤੇ ਇੱਕ ਬਜ਼ੁਰਗ ਬਾਬਾ ਜੀ ਨੂੰ ਰਸਤੇ 'ਚ ਬੱਸ ਖੜੀ ਕਰਕੇ ਉਹ ਮਿਲਿਆ। ਕਹਿਣ ਲੱਗਾ ਜੀ ਮੇਰੇ ਦੋਵੇਂ ਪੁੱਤਰ ਪੁਲਿਸ ਨੇ ਚੁੱਕ ਲਏ ਨੇ ਤੇ ਕਈ ਥਾਣਿਆਂ 'ਚ ਪਤਾ ਕੀਤਾ, ਕੁਛ ਨਹੀਂ ਦੱਸਦੇ, ਪਤਾ ਨਹੀਂ ਕਿੱਥੇ ਲੈ ਗਏ। ਮਹਾਂਪੁਰਸ਼ੋ ਤੁਸੀਂ ਛਡਾਓ। ਬਹੁਤ ਵਿਰਾਗ ਕਰਦਾ ਸੀ ਉਹ ਬਜ਼ੁਰਗ। ਤੇ ਬਾਬਾ ਜੀ ਨੇ ਭਾਈ ਸਰੂਪ ਸਿੰਘ ਨੂੰ ਕਿਹਾ, ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੱਕ ਰਾਜਨੀਤਿਕ ਲੀਡਰ ਸੀ, ਉਹ ਬਾਬਾ ਜੀ ਦਾ ਸਤਿਕਾਰ ਬਹੁਤ ਕਰਦਾ ਸੀ। ਉਹਦੇ ਬਾਰੇ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਉਹ 100% ਸਹੀ ਹੋਵੇਗਾ, ਗਲਤ ਨਹੀਂ ਕੋਈ ਹੋਵੇਗਾ, ਕੋਈ ਗਲਤੀ ਨਹੀਂ ਕਰਦਾ ਹੋਵੇਗਾ, ਪਰ ਬਾਬਾ ਜੀ ਨੇ ਭਾਈ ਸਰੂਪ ਸਿੰਘ ਨੂੰ ਕਿਹਾ ਕਿ ਮੇਰੇ ਵੱਲੋਂ ਉਹਨੂੰ ਜਾ ਕੇ ਕਹੋ ਕਿ ਇਹਦੇ ਦੋਵੇਂ ਬੇਟੇ ਲੱਭ ਕੇ ਦੱਸੇ ਕਿੱਥੇ ਆ ਤੇ ਛਡਾਵੇ, ਮੇਰਾ ਉਹਨੂੰ ਬਚਨ ਕਹਿ ਦੇਣਾ। ਤੇ ਸਰੂਪ ਸਿੰਘ ਦੀ ਜੁੱਤੀ ਜਿਹੜੀ ਸੀ ਉਹ ਜਦੋਂ ਪ੍ਰੋਗਰਾਮ ਤੇ ਅਸੀਂ ਗਏ ਸੀ ਉੱਥੋਂ ਚੁੱਕੀ ਗਈ ਸੀ, ਕੋਈ ਸਿੰਘ ਸੇਵਾ ਕਰ ਗਿਆ ਹੋਏਗਾ, ਲੈ ਗਿਆ। ਤੇ ਸਰੂਪ ਸਿੰਘ ਬੱਸ ਤੋਂ ਉਤਰ ਗਿਆ। ਪਰ ਉਹ ਦੱਸਦਾ ਸੀ ਕਿ ਜਦੋਂ ਮੈਂ ਸ਼ਹਿਰ 'ਚ ਵੜਿਆ ਤੇ ਮੇਰੇ ਮਨ 'ਚ ਫੁਰਨਾ ਆਇਆ ਵੀ ਮਹਾਂਪੁਰਸ਼ਾਂ ਕੋਲੋਂ ਨਾ ਤਾਂ ਮੈਂ ਪੈਸੇ ਮੰਗੇ ਤੇ ਨਾ ਉਹਨਾਂ ਹੀ ਮੈਨੂੰ ਦਿੱਤੇ। ਉਹ ਤਾਂ ਜਾਣਦੇ ਹੁੰਦੇ ਆ ਸਾਰਾ ਕੁਝ ਵੀ ਮੇਰੀ ਜੇਬ 'ਚ ਪੈਸਾ ਕੋਈ ਨਹੀਂ। ਹੁਣ ਉਹ ਲੀਡਰ ਬੰਦੇ ਨੂੰ ਮੈਂ ਮਿਲਣ ਜਾਣਾ ਤੇ ਪੈਰਾਂ ਮੇਰਿਆਂ 'ਚ ਜੁੱਤੀ ਵੀ ਨਹੀਂ। ਤੇ ਇਹ ਬਾਬਾ ਜੀ ਨੇ ਕੀ ਕੀਤਾ, ਤੇ ਜਦੋਂ ਮੈਂ ਜੁੱਤੀਆਂ ਵਾਲੀ ਦੁਕਾਨ ਦੇ ਸਾਹਮਣੇ ਗਿਆ, ਇਧਰ ਬਾਬਾ ਜੀ ਬੱਸ ਦੇ ਵਿੱਚ ਸੀਗੇ, ਮਹਿਤੇ ਨੂੰ ਆ ਰਹੇ, ਉੱਥੇ ਪ੍ਰਗਟ ਹੋਏ। ਤਾਂ ਕਹਿਣ ਲੱਗੇ ਆਹ ਲੈ ਸਰੂਪ ਸਿੰਘ ਆਇਆ ਤੇ ਜੁੱਤੀ ਲੈ ਕੇ ਜਾ। ਤੇ ਬਸ ਇੰਨਾ ਬਚਨ ਕਰਕੇ ਪੈਸੇ ਫੜਾ ਕੇ ਬਾਬਾ ਜੀ ਉੱਥੋਂ ਅਲੋਪ ਹੋ ਗਏ। ਇਸ ਪ੍ਰਕਾਰ ਦੀਆਂ ਕਈ ਖੇਡਾਂ ਭਾਈ ਸਰੂਪ ਸਿੰਘ ਜੀ ਦੇ ਨਾਲ ਵਾਪਰੀਆਂ। ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਅਵਸਥਾ ਸੀ ਉਹ ਛੁਪਾ ਕੇ ਰੱਖਦੇ ਸਨ, ਪ੍ਰਗਟ ਨਹੀਂ ਸੀ ਕਰਦੇ। ਔਰ ਦਾਸ ਨਾਲ ਕੁਝ ਬਚਨ ਬਲਾਸ ਐਸੇ ਹੋਏ, ਉਹ ਕੁਛ ਆਪ ਜੀ ਨਾਲ ਸਾਂਝੇ ਕਰਾਂ ਸੰਗਤ ਜੀ। ਜਦੋਂ ਦਾਸ 1986 ਵਿੱਚ ਜਥੇਬੰਦੀ ਵਿੱਚ ਆਇਆ ਤੇ ਕੁਝ ਸਮਾਂ ਹੋਇਆ ਸੀ, ਦਰਸ਼ਨੀ ਡਿਊਟੀ ਦੇ ਵਿੱਚ ਅਖੰਡ ਪਾਠ ਸਾਹਿਬ ਦੀ ਰੌਲ ਤੇ ਮੈਂ ਬੈਠਾ ਸੀ ਤੇ ਰਾਤ ਦਾ ਕੋਈ 1 ਦਾ ਟਾਈਮ ਹੋ ਗਿਆ ਸੀ। ਤੇ ਜਿਹੜਾ ਪਹਿਰੇਦਾਰ ਸੀ ਉਹਨਾਂ ਨੇ ਪਹਿਲਾਂ ਹਨੇਰੀ ਆਉਣ ਕਰਕੇ ਖਿੜਕੀਆਂ ਬੰਦ ਕੀਤੀਆਂ। ਦਰਸ਼ਨ ਡਿਊਟੀ ਦੇ ਉੱਪਰ ਪ੍ਰਕਾਸ਼ ਹੁੰਦਾ ਸੀ ਮਹਾਰਾਜ ਸਾਹਿਬ ਦਾ, ਤੇ ਉੱਥੇ ਅਖੰਡ ਪਾਠ ਸਾਹਿਬ ਚੱਲਦੇ ਸਨ। ਫਿਰ ਹਨੇਰੀ ਹਟ ਗਈ ਪਰ ਗਰਮੀ ਬਹੁਤ ਜ਼ਿਆਦਾ ਲੱਗੀ। ਉਧਰੋਂ ਪਹਿਰੇਦਾਰ ਕਿਤੇ ਸੌਂ ਗਿਆ ਜਾ ਕੇ। ਮੇਰੇ ਮਨ 'ਚ ਫੁਰਨਾ ਆਇਆ ਵੀ ਅੱਗੇ ਤਾਂ ਬਾਬਾ ਜੀ ਇਸ ਵੇਲੇ ਗੇੜਾ ਮਾਰਦੇ ਹੁੰਦੇ ਸੀ ਤੇ ਉਹਨਾਂ ਨਾਲ ਸਿੰਘ ਹੁੰਦੇ ਸੀ, ਚਲੋ ਇਸ਼ਾਰਾ ਕਰ ਦਿੰਦੇ, ਖਿੜਕੀਆਂ ਦਰਵਾਜ਼ੇ ਖੋਲ ਦਿੰਦੇ, ਨਾਲੇ ਕੂਲਰ ਵਿੱਚ ਪਾਣੀ ਪੈ ਜਾਂਦਾ ਤੇ ਦੂਸਰਾ ਪਾਠੀ ਸਿੰਘ ਬਦਲਿਆ ਜਾਂਦਾ। ਹੁਣ ਪਤਾ ਨਹੀਂ ਸ਼ਾਇਦ ਸਾਰੀ ਰਾਤ ਮੈਨੂੰ ਬਹਿਣਾ ਪਵੇ ਰੌਲ ਤੇ, ਅਖੰਡ ਪਾਠ ਸਾਹਿਬ ਦੀ ਰੌਲ ਤੇ। ਤਾਂ ਫਿਰ ਸਰੂਪ ਸਿੰਘ ਹੀ ਉਦੋਂ ਪਹਿਰੇ ਤੇ ਸੀਗਾ, ਭਾਈ ਪਾਲਾ ਸਿੰਘ ਵੀ ਸਨ। ਤੇ ਬਾਬਾ ਜੀ ਇੱਕਦਮ ਉੱਠੇ ਆਪਣੇ ਆਸਣ ਤੋਂ, ਬਿਰਾਜੇ ਹੋਏ ਸੀ, ਮੈਂ ਵੇਖ ਆਇਆ ਸੀ ਬਿਰਾਜੇ, ਤਾਂ ਹੀ ਮੇਰੇ ਮਨ 'ਚ ਫੁਰਨਾ ਆਇਆ। ਤੇ ਬਾਬਾ ਜੀ ਇੱਕਦਮ ਉੱਠੇ ਤੇ ਭੱਜੇ ਆਏ ਸਿੱਧੇ ਦਰਸ਼ਨ ਡਿਊਟੀ 'ਚ, ਚਰਨ ਗੰਗਾ 'ਚੋਂ ਆਪਣੇ ਪੈਰ ਸਾਫ਼ ਕਰਕੇ ਬਾਬਾ ਜੀ ਅੰਦਰ ਵੜੇ ਤੇ ਛੇਤੀ ਨਾਲ ਖਿੜਕੀਆਂ ਆਪ ਖੋਲਣ ਲੱਗ ਪਏ। ਤੇ ਸਰੂਪ ਸਿੰਘ ਨੂੰ ਕਿਹਾ ਵੀ ਜਾ ਜਾ ਕੇ ਪਾਣੀ ਲਿਆ, ਕੂਲਰ 'ਚ ਪਾਣੀ ਤੱਤਾ ਹੋ ਗਿਆ, ਉਹ ਪਾਣੀ ਹੈ ਨਹੀਂ, ਮੁੱਕ ਗਿਆ ਸ਼ਾਇਦ। ਫਿਰ ਉਹ ਪਾਣੀ ਪਵਾਇਆ। ਫਿਰ ਕਹਿਣ ਲੱਗੇ ਜਾ ਪਹਿਰੇਦਾਰ ਠਾ ਕੇ ਲਿਆ, ਕਿੱਥੇ? ਫਿਰ ਪਹਿਰੇਦਾਰ ਠਾਏ, ਅਖੰਡ ਪਾਠੀ ਸਿੰਘ ਨੂੰ ਠਾਲਿਆ ਤੇ ਮੇਰੇ ਕੋਲ ਬਹਿ ਕੇ ਉਹਨਾਂ ਨੇ ਕਾਫੀ ਸਮਾਂ ਗੁਰਬਾਣੀ ਦਾ ਪਾਠ ਸੁਣਿਆ ਤੇ ਫਿਰ ਜਾ ਕੇ ਬਰਾਤ ਗਏ। ਇਸ ਪ੍ਰਕਾਰ ਉਹਨਾਂ ਨੂੰ ਸਾਰੀ ਗਿਆਤ ਹੁੰਦੀ ਸੀ। ਇਸੇ ਤਰ੍ਹਾਂ ਜਦੋਂ ਗੁੰਬਦ ਜਿਹੜੇ ਹਨ ਗੁਰਦੁਆਰਾ ਸਾਹਿਬ ਵਿਖੇ, ਜਦੋਂ ਦਰਬਾਰ ਜਾਈ ਅੰਦਰ ਤੇ ਖੱਬੇ ਹੱਥ ਨਿਸ਼ਾਨ ਸਾਹਿਬ ਦੇ ਨੇੜੇ ਜਿਹੜਾ ਗੁੰਬਦ ਹੈ, ਉਸ ਗੁੰਬਦ ਵਿੱਚ ਦਾਸ ਅਖੰਡ ਪਾਠ ਸਾਹਿਬ ਦੀ ਰੌਲ ਤੇ ਬੈਠਾ ਸੀ। ਤੇ ਉਦੋਂ ਵੀ ਇੰਜ ਹੋਇਆ ਕਿ ਮੇਰੇ ਖਿਆਲ 1 ਤੋਂ 3 ਮੇਰੀ ਡਿਊਟੀ ਸੀ ਜਾਂ 3 ਤੋਂ 5। ਤੇ ਉਦੋਂ ਵੀ ਮੇਰੇ ਮਨ 'ਚ ਫੁਰਨਾ ਆਇਆ ਵੀ ਪਹਿਰੇਦਾਰ ਸਿੰਘ ਸੌਂ ਗਿਆ ਤੇ ਹੁਣ ਸ਼ਾਇਦ 4, 5 ਜਾਂ 6 ਘੰਟੇ ਮੈਨੂੰ ਬੈਠਣਾ ਪਏ, ਇੱਧਰ ਨੂੰ ਕਿਸੇ ਸਿੰਘ ਨੇ ਆਉਣਾ ਨਹੀਂ। ਤੇ ਉਦੋਂ ਵੀ ਗਰਮੀ ਬਹੁਤ ਸੀ
ਤੇ ਉਸ ਵੇਲੇ ਬਾਬਾ ਜੀ ਦੇ ਕੋਲ ਗੜਵਈ ਸਿੰਘ ਹੁੰਦਾ ਸੀ, ਭਾਈ ਬਲਬੀਰ ਸਿੰਘ ਬੰਬ ਪਿੰਡ ਦਾ। ਬਲਬੀਰ ਸਿੰਘ ਬੰਬ ਉਹਨੂੰ ਕਹਿੰਦੇ ਸੀ, ਜਾਂ ਮਹਾਂਪੁਰਖ ਕਿਹਾ ਕਰਦੇ ਸਨ। ਉਹ ਬਾਬਾ ਜੀ ਨੂੰ ਬਾਣੀ ਸੁਣਾਇਆ ਕਰਦਾ ਸੀ। ਉਹਨੂੰ ਬਾਬਾ ਜੀ ਨੇ ਭੇਜਿਆ ਕਿ ਜਾ ਵੇਖ ਕੇ ਆ ਪਾਠੀ ਸਿੰਘ ਬਦਲੇ ਆ ਕਿ ਨਹੀਂ, ਪਹਿਰੇਦਾਰ ਉੱਥੇ ਹੈ ਜਾਂ ਨਹੀਂ। ਉਹਨੇ ਆਣ ਕੇ ਮੈਨੂੰ ਇਸ਼ਾਰਾ ਕੀਤਾ ਤੇ ਮੈਂ ਇਸ਼ਾਰਾ ਕੀਤਾ, ਉਸ ਨੂੰ ਇਸ਼ਾਰੇ ਨਾਲ ਦੱਸਿਆ ਪਹਿਰੇਦਾਰ ਸੌਂ ਗਿਆ। ਫਿਰ ਉਸਨੇ ਜਾ ਕੇ ਪਹਿਰੇਦਾਰ ਉਠਾਏ, ਪਾਠੀ ਸਿੰਘ ਉਠਾਏ ਤੇ ਫਿਰ ਉਹ ਜਾ ਕੇ ਬਾਬਾ ਜੀ ਨੂੰ ਮਿਲਿਆ। ਇਸ ਪ੍ਰਕਾਰ ਦੀਆਂ ਖੇਡਾਂ ਸਨ। ਔਰ ਇੱਕ ਵਾਰੀ ਸੰਤ ਕਰਤਾਰ ਸਿੰਘ ਖਾਲਸਾ ਦੇ ਜਨਮ ਨਗਰ ਭੂਰੇ ਵਿਖੇ ਜਿਹੜੇ ਸਾਡੇ ਨਾਲ ਸਿੰਘ ਹੁੰਦੇ ਸੀ, ਭਾਈ ਸੁਖਦੇਵ ਸਿੰਘ ਧੁੰਨ ਪਿੰਡ ਦੇ, ਸੁੱਖ ਉਹਨਾਂ ਨੂੰ ਕਿਹਾ ਕਰਦੇ ਸਨ, ਤੇ ਭਾਈ ਗੁਰਮੁਖ ਸਿੰਘ ਸੀ ਮਹਿਤੇ ਨਗਰ ਦਾ। ਉਹ ਸਿੰਘ ਉਦੋਂ ਭਗੌੜਾ ਹੋ ਗਿਆ ਸੀ। ਉਹ ਭਾਈ ਸੁਖਦੇਵ ਸਿੰਘ ਦੀ ਜਿਹੜੀ ਲੋਈ ਸੀ, ਬਾਬਾ ਜੀ ਨੇ 2 ਦਿਨ ਪਹਿਲਾਂ ਨੂੰ ਲੈ ਕੇ ਦਿੱਤੀ ਸੀ। ਉਹ ਲੋਈ ਜ਼ਬਰਦਸਤੀ ਉਹਦੇ ਕੋਲੋਂ ਲੈ ਗਿਆ, ਪ੍ਰੇਮ ਸੀ। ਤੇ ਫਿਰ ਉਹ ਸੁਖਦੇਵ ਸਿੰਘ ਮੇਰੇ ਖਹਿੜੇ ਪੈ ਗਿਆ ਕਿ ਤੂੰ ਅਖੰਡ ਪਾਠਾਂ ਦਾ ਜਥੇਦਾਰ ਆ, ਸਾਰੀ ਮਾਇਆ ਤੇਰੇ ਕੋਲ ਆਉਂਦੀ ਹੈ, ਚੜਾਵਾ ਆਦਿਕ ਭੇਟਾ ਸਾਰੀ, ਤੇ ਤੂੰ ਮੈਨੂੰ ਲੋਈ ਲੈ ਕੇ ਦੇ। ਮੈਂ ਬਾਬਾ ਜੀ ਕੋਲੋਂ ਦੁਬਾਰਾ ਮੰਗ ਨਹੀਂ ਸਕਦਾ। ਹੁਣ ਬਾਬਾ ਜੀ ਨੇ ਇੱਥੇ ਭੋਗ ਤੇ ਆਉਣਾ, ਜੇ ਮੈਂ ਮੇਰੀ ਲੋਈ ਉਹਨੇ ਵੇਖ ਲਈ ਕਿ ਮੇਰੇ ਕੋਲ ਹੈ ਨਹੀਂ ਤਾਂ ਪੁੱਛਣਗੇ, ਜੇ ਮੈਂ ਦੱਸਿਆ ਨਾਰਾਜ਼ ਹੋਣਗੇ ਕਿ ਤੂੰ ਕਿਸੇ ਨੂੰ ਲੋਈ ਕਿਉਂ ਦੇਤੀ, ਤੈਨੂੰ ਅਸੀਂ ਲੈ ਕੇ ਦਿੱਤੀ ਸੀ, ਤੇ ਤੂੰ ਮੈਨੂੰ ਮਾਇਆ ਦੇ ਜਾਂ ਲੋਈ ਲੈ ਕੇ ਦੇ। ਤੇ ਮੈਂ ਕਿਹਾ ਵੀ ਮੈਂ ਗੁਰੂ ਘਰ ਦੀ ਮਾਇਆ ਕਿਵੇਂ ਤੈਨੂੰ ਦੇ ਸਕਦਾ। ਪਰ ਉਹ ਕਹਿਣ ਲੱਗਾ ਮੈਂ ਵੀ ਤਾਂ ਗੁਰੂ ਘਰ 'ਚ ਰਹਿਣਾ, ਤੇ ਗੁਰੂ ਘਰ ਦੇ ਸਾਰੇ ਸਿੰਘ ਆ, ਸਿੰਘ ਲੋਈ ਲੈ ਗਿਆ ਤੇ ਮੈਂ ਵੀ ਤਾਂ ਗੁਰੂ ਦਾ ਸਿੰਘ ਹੀ ਆ। ਇੰਜ ਕਹਿ ਕੇ ਉਹਨੇ ਮੇਰੇ ਕੋਲੋਂ ਮਾਇਆ ਲਈ। ਭਾਈ ਖਜ਼ਾਨ ਸਿੰਘ ਜੀ ਕੋਲ ਮਾਇਆ ਹਾਜ਼ਰ ਸੀ, ਮੈਨੂੰ ਦਵਾ ਦਿੱਤੀ। ਬਾਅਦ ਵਿੱਚ ਭਾਈ ਖਜ਼ਾਨ ਸਿੰਘ ਨੇ, ਜਿਨ੍ਹਾਂ ਨੂੰ ਟਾਂਗੂ ਕਿਹਾ ਜਾਂਦਾ ਸੀ, ਉਸ ਭਾਈ ਖਜ਼ਾਨ ਸਿੰਘ ਨੇ ਦਵਾਈ ਲੈਣੀ ਸੀ। ਫਿਰ ਉਹ ਚੜਾਵੇ ਵਾਲੀ ਮਾਇਆ ਵਿੱਚੋਂ ਉਹਨੂੰ ਮੈਂ ਮਾਇਆ ਦੇ ਦਿੱਤੀ। ਜਦੋਂ ਮਹਿਤੇ ਪਹੁੰਚੇ ਤੇ ਬਾਬਾ ਜੀ ਜਿਹੜਾ ਗੁਰਮਤਿ ਵਿਦਿਆਲਾ ਜਿੱਥੇ ਕੀਰਤਨ ਸਿਖਾਇਆ ਜਾਂਦਾ, ਅੰਦਰ ਵੜਦੇ ਸੱਜੇ ਹੱਥ ਜਿਹੜੀ ਬਿਲਡਿੰਗ ਆ ਉਹਦੇ ਉੱਪਰ ਸਨ। ਤੇ ਅੱਗੇ ਤੇ ਆਮ ਤੌਰ ਤੇ ਜਦੋਂ ਮੈਂ ਭੇਟਾ ਸਾਰੀ ਅਖੰਡ ਪਾਠਾਂ ਦੀ ਤੇ ਚੜਾਵਾ ਸਾਰਾ ਬਾਬਾ ਜੀ ਕੋਲ ਲੈ ਕੇ ਜਾਂਦਾ ਸੀ, ਤੇ ਉਹ ਗਿਣਦੇ ਨਹੀਂ ਸੀ। ਜਿਹੜੀ ਵੱਡੇ ਨੋਟ ਹੁੰਦੇ ਸੀ ਉਹ ਜੇਬ 'ਚ ਪਾਈਦੇ ਸੀ, ਤੇ ਬਾਕੀ ਕਈ ਵਾਰੀ ਮੰਜੇ ਥੱਲੇ ਉਹਨਾਂ ਕਹਿਣਾ ਰੱਖਦੇ। ਪਰ ਉਦਣ ਜਿਹੜੀ ਭੇਟਾ ਸੀ ਅਖੰਡ ਪਾਠਾਂ ਦੀ, ਮੈਂ ਚਲਾਕੀ ਜੀ ਨਾਲ ਉਹਨਾਂ ਦੀ ਜੇਬ 'ਚ ਆਪਣੇ ਵੀ ਪਾਉਣ ਲੱਗ ਪਿਆ। ਫਤਿਹ ਗਜਾਈ ਮੈਂ ਕਿਹਾ ਜੀ ਆ ਮਾਇਆ, ਉਹਨਾਂ ਨੇ ਕਿਹਾ ਜੇਬ 'ਚ ਪਾ ਦੇ, ਪਰ ਮੈਂ ਮਾਇਆ ਜੇਬ 'ਚ ਪਾਉਣ ਲੱਗਾ, ਕਿਉਂਕਿ ਉਹ 400-500 ਰੁਪਏ ਦੀ ਲੋਈ ਲੈ ਕੇ ਦਿੱਤੀ ਸੀ, ਉਹ ਉਹਨੇ ਘੱਟ ਸਨ। ਤਾਂ ਮੈਨੂੰ ਕਹਿਣ ਲੱਗੇ ਵੀ ਮਾਇਆ ਗਿਣ। ਤੇ ਜਦੋਂ ਮੈਂ ਗਿਣਨ ਲੱਗਾ ਤੇ ਮੇਰਾ ਮਨ ਅੰਦਰੋਂ ਕੰਬੇ ਵੀ ਪੁੱਛਣਗੇ ਵੀ ਮਾਇਆ ਘੱਟ ਕਿਉਂ। ਮੈਂ ਗਿਣ ਰਿਹਾ ਸੀ ਤਾਂ ਗਿਣਨ ਤੋਂ ਬਾਅਦ ਕਹਿੰਦੇ ਇੰਨੀ ਹੋਈ ਸੀ ਮੇਰੇ ਵੱਲ ਵੇਖ ਕੇ। ਤੇ ਮੈਂ ਝੂਠ ਨਹੀਂ ਬੋਲ ਸਕਿਆ, ਮੈਂ ਕਿਹਾ ਜੀ ਹੈ ਤਾਂ ਕੁਝ ਵੱਧ ਸੀ, ਪਰ ਉਹ ਭਾਈ ਸੁਖਦੇਵ ਸਿੰਘ ਸੁੱਖ ਨੂੰ ਲੋਈ ਲੈ ਕੇ ਦਿੱਤੀ। ਕਹਿੰਦੇ ਕੋਈ ਗੱਲ ਨਹੀਂ, ਆਪਣਾ ਸਿੰਘ ਹੀ ਆ। ਤੇ ਉਹਨਾਂ ਨੇ ਕੁਝ ਨਹੀਂ ਕਿਹਾ ਵੀ ਤੂੰ ਕਿਉਂ ਲੋਈ ਲੈ ਕੇ ਦਿੱਤੀ, ਮਾਇਆ ਕਿਉਂ ਖਰਚੀ। ਕਹਿੰਦੇ ਜੇਬ 'ਚ ਪਾ ਦੇ। ਮੈਨੂੰ ਜਣਾ ਵੀ ਦਿੱਤਾ ਕਿ ਤੂੰ ਸਾਡੇ ਨਾਲ ਧੋਖਾ ਨਹੀਂ ਕਰ ਸਕਦਾ, ਹੇਰਾਫੇਰੀ ਨਹੀਂ ਕਰ ਸਕਦਾ, ਅਤੇ ਕਿਹਾ ਵੀ ਕੁਛ ਨਹੀਂ ਸੀ। ਇਸ ਪ੍ਰਕਾਰ ਦਾ ਸੁਭਾਅ ਸੀ ਉਹਨਾਂ ਦਾ। ਔਰ ਇਸੇ ਪ੍ਰਕਾਰ ਇਹ ਤਾਂ ਉਹਨਾਂ ਦੀ ਅੰਤਰਜਾਮਤਾਂ ਦੀਆਂ ਗੱਲਾਂ ਜਥੇ ਦੇ ਸਿੰਘਾਂ ਨਾਲ ਬੇਅੰਤ ਅਜਿਹੀਆਂ ਵਾਪਰੀਆਂ। ਕਿਸੇ ਸਿੰਘ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਫੁਰਨਾ ਆਉਂਦਾ ਸੀ, ਉਸੇ ਵੇਲੇ ਬੁੱਝ ਲੈਂਦੇ ਸੀ। ਔਰ ਇੱਕ ਵਾਰੀ ਗਣੇਸ਼ਪੁਰ ਭਾਲਟਾ ਪਿੰਡ ਆ ਹੁਸ਼ਿਆਰਪੁਰ ਜ਼ਿਲ੍ਹੇ 'ਚ, ਉੱਥੇ ਉਹ ਮੈਨੂੰ ਨਾਲ ਲੈ ਕੇ ਬਾਹਰ ਘੁੰਮਣ ਲਈ, ਮੈਂ ਬਾਣੀ ਸੁਣਾ ਰਿਹਾ ਸੀ। ਤੇ ਘੁੰਮਦੇ ਹੋਏ ਵਾਪਸ ਪਰਤ ਰਹੇ ਸਾਂ, ਉਦੋਂ ਮੇਰੇ ਮਨ 'ਚ ਫੁਰਨਾ ਆਇਆ ਭਈ ਰਾਗੀ ਸਿੰਘ ਕੀਰਤਨ ਕਰਨ ਲੱਗ ਪਏ ਨੇ, ਮੈਂ ਅਜੇ ਇਸ਼ਨਾਨ ਵੀ ਕਰਨਾ, ਫਿਰ ਕਥਾ ਦੀ ਸੇਵਾ ਵੀ ਆ, ਤੇ ਬਾਬਾ ਜੀ ਮੈਨੂੰ ਛੱਡਦੇ ਨਹੀਂ, ਬਾਣੀ ਸੁਣਾ ਰਿਹਾ ਮੈਂ ਨਾਲ। ਅਜੇ ਫੁਰਨਾ ਆਉਣ ਦੀ ਦੇਰ ਸੀ, ਉਸ ਵੇਲੇ ਕਹਿਣ ਲੱਗੇ ਜਾ ਨਿਸ਼ਾਨ ਸਿੰਘ ਨੂੰ ਭੇਜ, ਤੂੰ ਇਸ਼ਨਾਨ ਕਰ ਲੈ, ਫਿਰ ਕਥਾ ਕਰਨੀ। ਉਸੇ ਵੇਲੇ ਫੁਰਨਾ ਕਰਦੇ ਇਹਦੇ ਆਦਿ। ਔਰ ਇੱਕ ਵਾਰੀ ਫਿਰੋਜ਼ਪੁਰ ਜ਼ਿਲ੍ਹੇ ਜਿਹੜਾ ਮੱਲਾਂ ਵਾਲਾ ਪਿੰਡ ਹੈ, ਉੱਥੋਂ ਦੇ ਸਰਪੰਚ ਸਨ ਭਾਈ ਬਲਕਾਰ ਸਿੰਘ ਜੀ, ਉਹਨਾਂ ਦੇ ਘਰ ਵਿੱਚ ਸਮਾਗਮ ਸੀ। ਅਖੰਡ ਪਾਠ ਸਾਹਿਬ ਉਹਨਾਂ ਨੇ ਕਰਾਇਆ, ਅਸੀਂ ਗਏ ਸੀ ਅਖੰਡ ਪਾਠ ਸਾਹਿਬ ਕਰਨ। ਭੋਗ ਦੇ ਵੇਲੇ ਬਾਬਾ ਜੀ ਨੇ ਪਹੁੰਚਣਾ ਸੀ, ਤੇ ਉਦੋਂ ਬਾਬਾ ਜੀ ਬੰਬੇ ਕਲਕੱਤੇ ਵੱਲੋਂ 3-4 ਮਹੀਨਿਆਂ ਬਾਅਦ ਆਏ ਸੀ। ਤੇ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਸੰਗਤਾਂ ਵਿੱਚ ਬਹੁਤ ਭਾਰੀ ਸ਼ਰਧਾ ਪ੍ਰੇਮ ਸੀ। ਭਾਈ ਬਲਕਾਰ ਸਿੰਘ ਸਰਪੰਚ ਨੇ ਬਹੁਤੀ ਸੰਗਤ ਤਾਂ ਸੱਦੀ ਨਹੀਂ ਸੀ ਹੋਰਨਾਂ ਪਿੰਡਾਂ ਤੋਂ, ਆਪਣੇ ਪਿੰਡ ਦੇ ਹੀ ਪ੍ਰੇਮੀ ਕੁਝ ਸੱਦੇ ਸਨ, ਪਰ ਬਹੁਤ ਜ਼ਿਆਦਾ ਸੰਗਤ ਇਲਾਕੇ ਦੀ ਇਕੱਠੀ ਹੋ ਗਿਆ। ਤੇ ਉਹ ਥੋੜਾ ਜਿਹਾ ਘਬਰਾਇਆ ਤੇ ਬਾਬਾ ਜੀ ਨੂੰ ਕਹਿਣ ਲੱਗਾ, ਬਾਬਾ ਜੀ ਸੰਗਤ ਮੈਂ ਨਹੀਂ ਸੀ ਸੱਦੀ ਜ਼ਿਆਦਾ, ਪਰ ਸੰਗਤਾਂ ਬਹੁਤ ਗਿਣਤੀ 'ਚ ਆ ਗਈਆਂ। ਹੁਣ ਬੇਨਤੀ ਆ ਵੀ ਜਿੰਨਾ ਕੁ ਲੰਗਰ ਪਾਣੀ ਬਣਿਆ ਉਹ ਸਿੰਘਾਂ ਵਾਸਤੇ ਤਾਂ ਹੈ, ਜਾਂ ਤਾਂ ਸਿੰਘਾਂ ਨੂੰ ਪਹਿਲਾਂ ਛਕਾ ਲਈਏ, ਉਹਨੇ ਚਿਰ ਨੂੰ ਸੰਗਤ ਵਾਸਤੇ ਬਣ ਜਾਏਗਾ, ਜਾਂ ਫਿਰ ਸਿੰਘਾਂ ਨੂੰ ਕੁਝ ਸਮਾਂ ਰੋਕ ਲਈਏ, ਸੰਗਤਾਂ ਨੂੰ ਪਹਿਲਾਂ ਛਕਾ ਲਈਏ, ਸਿੰਘਾਂ ਵਾਸਤੇ ਤਿਆਰ ਕਰ ਲੈਂਦੇ।
ਬਾਬਾ ਜੀ ਕਹਿੰਦੇ ਵੇਖਦੇ ਆ, ਤੇ ਕਹਿੰਦੇ ਆਖ ਵਿਖਾ ਕਿੱਥੇ ਕੀ ਬਣਿਆ। ਜਦੋਂ ਰਸੋਈ 'ਚ ਗਏ ਤੇ ਰਸੋਈ ਵਿੱਚੋਂ ਪਤੀਲਿਆਂ ਵਿੱਚ ਸੀ ਦਾਲਾਂ ਸਬਜ਼ੀਆਂ ਕੁਛ, ਤੇ ਬਾਬਾ ਜੀ ਵੇਖ ਕੇ ਕਹਿਣ ਲੱਗੇ ਨਹੀਂ ਬਹੁਤ ਆ। ਤਾਂ ਢੱਕਣ ਲਾ ਉੱਤੇ ਤੇ ਇੱਕ ਚਾਦਰਾ ਉੱਤੇ ਪਾਤਾ, ਤਾਂ ਮੈਨੂੰ ਕਹਿਣ ਲੱਗੇ ਕਿ ਜਪਜੀ ਸਾਹਿਬ ਦਾ ਪਾਠ ਕਰ ਇੱਥੇ ਖੜ ਕੇ। ਜਪਜੀ ਸਾਹਿਬ ਦਾ ਪਾਠ ਕੀਤਾ, ਫਿਰ ਉਹ ਪ੍ਰਸ਼ਾਦੇ ਨੂੰ ਭੋਗ ਲਵਾਇਆ ਗਿਆ, ਅਰਦਾਸ ਕੀਤੀ ਗਈ, ਫਿਰ ਕੱਪੜਾ ਉੱਪਰ ਪਾ ਦਿੱਤਾ। ਤਾਂ ਉੱਥੇ ਖੜ ਗਏ ਆਪ, ਕਹਿੰਦੇ ਵਰਤਾਈ ਚੱਲੋ ਨਹੀਂ ਮੁੱਕੇਗਾ। ਸਾਰੇ ਸਿੰਘਾਂ ਨੇ ਵੀ ਛਕਿਆ, ਆਈਆਂ ਹੋਈਆਂ ਸਾਰੇ ਨਗਰਾਂ ਦੀਆਂ ਸੰਗਤਾਂ ਵੀ ਛਕ ਗਈਆਂ। ਤੇ ਮੈਂ ਵੇਖ ਕੇ ਬੜਾ ਹੈਰਾਨ ਹੋਇਆ ਸੀ ਕਿ ਅੱਧੇ ਅੱਧੇ ਪਤੀਲੇ ਫਿਰ ਭਰੇ ਹੋਏ, ਅੱਧੇ ਅੱਧੇ ਪਤੀਲੇ ਸੀ, ਸਾਰੀਆਂ ਚੀਜ਼ਾਂ ਵਧੀਆਂ ਪਈਆਂ ਸੀ। ਇਸ ਤਰ੍ਹਾਂ ਦੀ ਆਤਮਿਕ ਸੱਤਾ ਨੂੰ ਉਹ ਕਦੇ ਕਦੇ ਲੋੜ ਪੈਣ ਤੇ ਵਰਤ ਲੈਂਦੇ ਸਨ, ਪਰ ਜਣਾਉਂਦੇ ਨਹੀਂ ਸੀ। ਸੋ ਇਸ ਪ੍ਰਕਾਰ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਬੜੀਆਂ ਬਖਸ਼ਿਸ਼ਾਂ ਉਹਨਾਂ ਨੇ ਕੀਤੀਆਂ। ਖਾਸ ਕਰਕੇ ਬਾਹਰ ਵਿਦੇਸ਼ਾਂ ਵਿੱਚ ਜਿਹੜੇ ਇੰਡੀਆ ਤੋਂ ਪੰਜਾਬ ਤੋਂ ਆਏ ਸਿੱਖ ਗੁਰਸਿੱਖੀ ਵਿੱਚ ਨੇ, ਅੰਮ੍ਰਿਤਧਾਰੀ ਹਨ, ਨਿਤਨੇਮੀ ਹਨ, ਉਹਨਾਂ ਵੱਲ ਵੇਖ ਕੇ ਬੜੇ ਪ੍ਰਸੰਨ ਹੁੰਦੇ ਸੀ। ਤੇ ਮੈਨੂੰ ਕਹਿੰਦੇ ਸੀ ਵੀ ਦਲਜੀਤ ਸਿੰਘ ਸਿੱਖੀ ਤਾਂ ਬਹੁਤੀ ਬਾਹਰ ਆ ਗਈ ਆ, ਉੱਥੇ ਤਾਂ ਮੁੰਡੇ ਮੋਨੇ ਹੁੰਦੇ ਜਾ ਰਹੇ, ਪੰਜਾਬ ਦੇ ਵਿੱਚ ਸਿੱਖੀ ਘਟ ਗਈ, ਇੱਥੇ ਬਾਹਰ ਜ਼ਿਆਦਾ। ਤੇ ਇਸ ਕਰਕੇ ਜਿਹੜੇ ਪ੍ਰੇਮੀ ਜੋ ਵੀ ਕੁਛ ਚਾਹੁੰਦੇ ਸਨ, ਕਈਆਂ ਦੇ ਘਰ ਔਲਾਦਾਂ ਨਹੀਂ ਸਨ। ਜਿਵੇਂ ਨਿਊਯਾਰਕ ਇੱਕ ਪਰਿਵਾਰ ਬਜ਼ੁਰਗ ਉਹਨਾਂ ਦਾ, ਉਹ ਮਹਾਂਪੁਰਸ਼ਾਂ ਦੇ ਕੋਲ ਆਇਆ, ਆਂਦਾ ਜੀ ਮੈਂ ਘਰ 'ਚ ਲੰਗਰ ਛਕਾਉਣਾ ਸਿੰਘਾਂ ਨੂੰ। ਤੇ ਉਸ ਵੇਲੇ ਬਾਬਾ ਜੀ ਉਹਦੇ ਘਰ ਗਏ, ਤੇ ਪੌੜੀਆਂ ਚੜ੍ਹ ਕੇ ਉੱਪਰ ਸੀ ਰਿਹਾਇਸ਼ ਉਹਨਾਂ ਦੀ, ਤੇ ਛੋਟਾ ਜਿਹਾ ਸੀ ਉਹ ਅਪਾਰਟਮੈਂਟ ਜਿੱਥੇ ਉਹਨਾਂ ਦਾ ਰਿਹਾਇਸ਼ ਸੀ। ਤੇ ਜਦੋਂ ਸਾਰੇ ਸਿੰਘਾਂ ਨੂੰ ਛਕਾ ਹਟੇ, ਲੰਗਰ ਅਰਦਾਸ ਕਰਨੀ ਸੀ, ਬਾਬਾ ਜੀ ਕਹਿੰਦੇ ਦੱਸ ਕੀ ਚਾਹੀਦਾ। ਉਹ ਕਹਿਣ ਲੱਗਾ ਜੀ ਮੇਰੇ ਘਰ ਪੋਤਰਾ ਹੈ ਨਹੀਂ, ਤੇ ਮੇਰੀ ਜਿਹੜੀ ਨੂੰਹ ਰਾਣੀ ਆ ਉਹਦੇ ਬਾਰੇ ਡਾਕਟਰਾਂ ਦੱਸਿਆ ਕਿ ਇਹਦੀ ਕੁੱਖ ਹਰੀ ਨਹੀਂ ਹੋ ਸਕਦੀ, ਕੋਈ ਐਸਾ ਰੋਗ ਆ ਉਸ ਨੂੰ। ਤਾਂ ਮਹਾਂਪੁਰਸ਼ ਕਹਿਣ ਲੱਗੇ ਨਹੀਂ ਡਾਕਟਰ ਕਿਹੜੇ ਰੱਬ ਹੁੰਦੇ ਨੇ, ਇਹ ਧੀਆਂ ਪੁੱਤਰ ਤਾਂ ਪ੍ਰਮਾਤਮਾ ਬਖਸ਼ਦਾ। ਤੇ ਜਦੋਂ ਅਰਦਾਸ ਕੀਤੀ ਤੇ ਸਾਲ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਘਰ ਭੁਜੰਗੀ ਹੋਇਆ ਸੀ। ਇਸੇ ਪ੍ਰਕਾਰ ਕੈਨੇਡਾ ਦੇ ਵਿੱਚ ਐਬਟਸਫੋਰਡ ਜਿਹੜਾ ਸ਼ਹਿਰ ਹੈ, ਉੱਥੇ ਐਬਟਸਫੋਰਡ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਇੱਕ ਸਿੰਘ ਰਹਿੰਦਾ, ਭਾਈ ਅਮਰੀਕ ਸਿੰਘ। ਉਹਦੇ ਬੇਟੇ ਦੀ ਇੱਕ ਲੱਤ ਖਲੋ ਗਈ ਸੀ, ਤੇ ਇੱਕ ਸਾਲ ਭਰ ਹਸਪਤਾਲ 'ਚ ਰਿਹਾ, ਤੇ ਉਹਦੀ ਲੱਤ ਨਾਲ ਇੱਕ ਇੱਟ ਬੱਧੀ ਹੋਈ ਸੀ ਕਿ ਲੱਤ ਛੋਟੀ ਨਾ ਰਹਿ ਜਾਏ। ਤੇ ਪਰ ਡਾਕਟਰਾਂ ਨੂੰ ਸਮਝ ਕੁਛ ਨਹੀਂ ਸੀ ਆਉਂਦੀ। ਤੇ ਉਸ ਨੂੰ ਪਤਾ ਲੱਗਾ ਕਿ ਇੱਥੇ ਬਾਬਾ ਠਾਕੁਰ ਸਿੰਘ ਜੀ ਆਏ ਹੋਏ ਨੇ ਕੈਨੇਡਾ 'ਚ, ਤੂੰ ਉਹਨਾਂ ਦੇ ਪਾਸ ਲੈ ਕੇ ਜਾ ਆਪਣੇ ਬੇਟੇ ਨੂੰ। ਫਿਰ ਉਸਨੇ ਵੈਨ ਦੇ ਵਿੱਚ ਲੱਦ ਕੇ ਲੈ ਕੇ ਗਿਆ। ਭਾਈ ਅਵਤਾਰ ਸਿੰਘ ਸੰਧਰ ਦੇ ਘਰ ਉਦੋਂ ਬਾਬਾ ਜੀ ਠਹਿਰੇ ਹੋਏ ਸੀ ਸਰੀ ਵਿਖੇ। ਤੇ ਉਸ ਵੇਲੇ ਬਾਬਾ ਜੀ ਦੇ ਦੁਆਲੇ ਜਿਹੜੀ ਸੰਗਤ ਬੈਠੀ ਸੀ, ਮਹਾਂਪੁਰਸ਼ਾਂ ਨੇ ਕਿਹਾ ਸਾਰੇ ਪਰੇ ਹੋ ਜਾਓ, ਰਸਤਾ ਛੱਡ ਦਿਓ। ਤੇ ਜਦੋਂ ਉਹ ਸਿੰਘ ਆਇਆ ਵੈਨ ਦੇ ਵਿੱਚੋਂ, ਉਹਨੇ ਆਪਣੇ ਬੇਟੇ ਨੂੰ ਕੰਧਿਆਂ ਤੇ ਚੁੱਕਿਆ ਹੋਇਆ ਸੀ। ਤੇ ਜਦੋਂ ਲੈ ਕੇ ਆਇਆ ਤੇ ਮਹਾਂਪੁਰਸ਼ ਵੇਖ ਕੇ ਕਹਿਣ ਲੱਗੇ ਆ ਗਏ, ਕਹਿੰਦੇ ਹਾਂਜੀ ਆ ਗਏ। ਤੇ ਫਿਰ ਉਹਨੇ ਬੇਨਤੀ ਕੀਤੀ ਜੀ ਇਹ ਹਾਲਤ ਹੈ, ਇਕੱਲਾ ਇਕੱਲਾ ਮੇਰਾ ਬੇਟਾ, ਸੋਹਣਾ ਬੜਾ ਸੀ, ਭੁਜੰਗੀ ਸੁੰਦਰ ਸਰੂਪ ਸੀ, ਤੇ ਇਹਦੀ ਲੱਤ ਇੰਝ ਖਲੋ ਗਈ ਹੈ। ਮਹਾਂਪੁਰਸ਼ ਕਹਿਣ ਲੱਗੇ ਡਾਕਟਰਾਂ ਦਾ ਡਾਕਟਰ ਗੁਰੂ ਰਾਮਦਾਸ ਮਹਾਰਾਜ ਹੈ, ਤੇ ਤੁਸੀਂ ਇਹਨੂੰ ਹਰਿਮੰਦਰ ਸਾਹਿਬ ਲੈ ਕੇ ਜਾਓ, ਉੱਥੇ ਰੋਜ਼ ਇਸ਼ਨਾਨ ਕਰਾਇਆ ਕਰੋ, ਸੇਵਾ ਕਰਿਆ ਕਰੋ, ਤੇ ਬਾਣੀ ਸੁਣਿਆ ਕਰੋ। ਕਹਿਣ ਲੱਗਾ ਜੀ ਕਿੰਨਾ ਸਮਾਂ? ਕਹਿਣ ਲੱਗੇ ਜਦੋਂ ਹਸਪਤਾਲ ਜਾਈਦਾ, ਡਾਕਟਰਾਂ ਕੋਲ ਜਾਈਦਾ, ਡਾਕਟਰਾਂ ਦੀ ਮਰਜ਼ੀ ਨਾਲ ਹੀ ਫਿਰ ਛੁੱਟੀ ਮਿਲਦੀ ਹੈ। ਇਹਨੂੰ ਉਦੋਂ ਤੱਕ ਉੱਥੇ ਰੱਖਣਾ ਜਦੋਂ ਤੱਕ ਇਹ ਤੰਦਰੁਸਤ ਨਾ ਹੋ ਜਾਏ। ਤਾਂ ਉਹ ਵੀ ਨਿਸ਼ਚੇ ਵਾਲਾ ਸਿੰਘ ਸੀ, ਉਹਨੇ ਮਹਾਂਪੁਰਸ਼ਾਂ ਦਾ ਬਚਨ ਮੰਨਿਆ। ਉਹ ਬੇਟੇ ਨੂੰ ਲੈ ਕੇ ਇੰਡੀਆ ਚਲੇ ਗਏ। ਤੇ ਜਿਸ ਦਿਨ 11 ਦਿਨ ਹੋਏ ਸੀ ਇਸ਼ਨਾਨ ਰੋਜ਼ ਕਰਾਉਂਦਿਆਂ, 11ਵੇਂ ਦਿਨ ਬਾਬਾ ਜੀ ਵੀ ਉਹਨੇ ਚਿਰ ਨੂੰ ਇੰਡੀਆ ਪਹੁੰਚ ਗਏ ਸੀ। ਤੇ ਬਾਬਾ ਜੀ ਵੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਗਏ। ਜਦੋਂ ਉਹ ਇਸ਼ਨਾਨ ਕਰਾ ਰਹੇ ਸੀ ਦੁੱਖ ਭੰਜਣੀ ਬੇਰੀ ਦੇ ਨਜ਼ਦੀਕ, ਤੇ ਉੱਥੇ ਮਿਲੇ, ਤਾਂ ਬਾਬਾ ਜੀ ਵੇਖ ਕੇ ਕਹਿਣ ਲੱਗਾ ਜੇ ਠੀਕ ਨਹੀਂ ਹੋਇਆ ਭੁਜੰਗੀ? ਕਹਿੰਦੇ ਜੀ ਨਹੀਂ ਅਜੇ ਨਹੀਂ ਠੀਕ ਹੋਇਆ। ਤਾਂ ਉਹ ਵੀਲ ਚੇਅਰ ਤੇ ਬਿਠਾ ਕੇ ਅਕਾਲ ਤਖ਼ਤ ਸਾਹਿਬ ਲਾਗੇ ਜਦੋਂ ਲੈ ਕੇ ਗਏ, ਤੇ ਬਾਬਾ ਜੀ ਕਹਿੰਦੇ ਇਹਦੇ ਤੋਂ ਨਹੀਂ ਬੈਠੀਦਾ, ਗੁਰੂ ਘਰ ਆ ਕੇ ਤੇ ਵੀਲ ਚੇਅਰ ਤੇ ਨਹੀਂ ਬਹੀਦਾ। ਤੇ ਬਾਬਾ ਜੀ ਨੇ ਇੱਕ ਸਿੰਘ ਨੂੰ ਕਿਹਾ ਵੀ ਪਕੜ ਦੀ ਬਾਂਹ, ਵੀਲ ਚੇਅਰ ਤੋਂ ਉਠਾ ਕੇ ਤੇ ਬਜ਼ੁਰਗ ਅਵਸਥਾ ਵਿੱਚ ਬਾਬਾ ਜੀ ਨੇ ਇੱਕ ਪਾਸੋਂ ਦੀ ਬਾਂਹ ਫੜੀ ਸੀ, ਤੇ ਅਕਾਲ ਤਖ਼ਤ ਦੀਆਂ ਪੌੜੀਆਂ ਉੱਪਰ ਤਾਂ ਚੜਾਤਾ। ਬਸ ਉਹਦੀ ਲੱਤ ਤੁਰ ਪਈ। ਅੱਜ ਹੋਲ ਭੜਕ ਹੋਰ ਤੰਦਰੁਸਤ ਚੰਗੀ ਤਰ੍ਹਾਂ ਹੋ ਗਿਆ। ਹੁਣ ਉਹ ਸਿੰਘ ਗਤਕਾ ਖੇਡਦਾ, ਹੁਣ ਤਾਂ ਵੱਡੀ ਉਮਰ ਦਾ ਹੋਵੇਗਾ, ਕਾਫੀ ਚਿਰ ਹੋਇਆ ਉਹਦੇ ਦਰਸ਼ਨ ਕੀਤਿਆਂ, ਬਿਲਕੁਲ ਤੰਦਰੁਸਤ ਹੋ ਗਿਆ ਸੀ 9/9। ਸੋ ਇਸ ਪ੍ਰਕਾਰ ਗੁਰੂ ਮਹਾਰਾਜ ਦੇ ਉੱਤੇ ਉਹਨਾਂ ਦਾ ਐਡਾ ਨਿਸ਼ਚਾ ਸੀ, ਤੇ ਉਹਨਾਂ ਦੀ ਬੇਨਤੀ ਗੁਰੂ ਮਹਾਰਾਜ ਪ੍ਰਵਾਨ ਕਰਦੇ ਸੀ। ਇਸੇ ਪ੍ਰਕਾਰ ਇੰਗਲੈਂਡ ਦੇ ਵਿੱਚ ਇੱਕ ਬੀਬੀ ਜੀ ਬਹੁਤ ਹੀ ਸ਼ਰਧਾਵਾਨ ਸੀ,
ਮੈਨੂੰ ਉਸ ਬੀਬੀ ਜੀ ਦਾ ਨਾਮ ਨਹੀਂ ਯਾਦ, ਉਹਨਾਂ ਦੇ ਪਤੀ ਦਾ ਨਾਮ ਯਾਦ ਹੈ। ਤੇ ਪਤੀ ਉਹਨਾਂ ਦੇ ਕੁਝ ਹੋਰ ਸੁਭਾਅ ਦੇ ਸਨ, ਪਰ ਬੀਬੀ ਜੀ ਦੀ ਸ਼ਰਧਾ ਸੀ ਕਿ ਮੈਂ ਆਪਣੇ ਪਤੀ ਨੂੰ ਵੀ ਗੁਰਮੁਖ ਬਣਾਉਣਾ। ਤਾਂ ਫਿਰ ਉਹ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਮੇਰੇ ਘਰ ਵਿੱਚ ਆਪ ਜੀ ਚੱਲੋਗੇ, ਪ੍ਰਸ਼ਾਦਾ ਛਕਾਉਣਾ, ਜਲ ਪਾਣੀ ਦੀ ਸੇਵਾ। ਬਾਬਾ ਜੀ ਨੂੰ ਨਾ ਨਹੀਂ ਕੀਤੀ, ਉਹਦੇ ਘਰ ਚਲੇ ਗਏ। ਸਲੋਹ ਸ਼ਹਿਰ ਦੀ ਗੱਲ, ਉਹਦਾ ਪਤੀ ਸੁਰਿੰਦਰ ਸਿੰਘ ਉਹ ਘਰ ਹੀ ਛੱਡ ਕੇ ਚਲਾ ਗਿਆ ਸੀ, ਕਿਉਂਕਿ ਉਹ ਸਾਧੂਆਂ ਸੰਤਾਂ ਦਾ ਸ਼ਰਧਾਲੂ ਨਹੀਂ ਸੀ ਤੇ ਕੁਝ ਹੋਰ ਸੁਭਾਅ ਦਾ ਸੀ, ਮਨਮਤ ਸੀ। ਪਰ ਬਾਬਾ ਜੀ ਕੁਝ ਸਮਾਂ ਉੱਥੇ ਸੋਫੇ ਤੇ ਬੈਠੇ, ਫਿਰ ਆਪ ਹੀ ਉੱਠ ਕੇ ਸਾਰੇ ਘਰ ਵਿੱਚ ਕਮਰਿਆਂ ਦੇ ਵਿੱਚ ਉਹਨਾਂ ਨੇ ਨਾ ਚਰਨ ਪਾਏ, ਘੁੰਮ ਕੇ ਤੇ ਬਸ ਬਾਹਰ ਨਿਕਲ ਆ ਗਏ। ਤੇ ਜਦੋਂ ਉਹ ਭਾਈ ਸੁਰਿੰਦਰ ਸਿੰਘ ਆਪਣੇ ਬਾਅਦ ਚ ਘਰ ਵੜਿਆ, ਬਾਬਾ ਜੀ ਦੇ ਚਲੇ ਜਾਣ ਤੋਂ ਬਾਅਦ ਉਹਦੀ ਅਵਸਥਾ ਵਿੱਚ ਐਸੀ ਤਬਦੀਲੀ ਆਈ ਕਿ ਉਹ ਮਨਮੁਖ ਤੋਂ ਗੁਰਮੁਖ ਬਣ ਗਿਆ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਬਚਨ ਲਿਖਦੇ ਨੇ ਕਿ ਸਾਧੂ ਦੀ ਵੱਡੀ ਤੋਂ ਵੱਡੀ ਕਰਾਮਾਤ ਇਹ ਕਿ ਕਿਸੇ ਮਨਮੁਖ ਨੂੰ ਜੋ ਗੁਰਮੁਖ ਬਣਾ ਦੇ, ਜਿਹਦੇ ਦਰਸ਼ਨ ਕੀਤਿਆਂ, ਜਿਹਦੇ ਪ੍ਰਭਾਵ ਨਾਲ, ਜਿਹਦੀ ਅਰਦਾਸ ਨਾਲ ਕੋਈ ਮਨਮੁਖ ਤੋਂ ਗੁਰਮੁਖ ਬਣ ਜੇ, ਇਹ ਵੱਡੀ ਕਰਾਮਾਤ ਹੈ, ਇਹ ਵੱਡੀ ਸ਼ਕਤੀ ਹੈ ਸਾਧੂ ਦੀ। ਤੇ ਐਸਾ ਹੀ ਹੋਇਆ। ਭਾਈ ਸੁਰਿੰਦਰ ਸਿੰਘ ਜੀ ਸਰੀਰਕ ਤੌਰ ਤੇ ਹਨ ਇਸ ਵੇਲੇ ਸਲੋਹ ਸ਼ਹਿਰ ਇੰਗਲੈਂਡ ਵਿੱਚ। ਕੋਈ ਵੀ ਉਹਨਾਂ ਨੂੰ ਮਿਲ ਕੇ ਪੁੱਛ ਸਕਦਾ ਵੀ ਕੀ ਵਾਪਰਿਆ। ਅਵਸਥਾ ਅੰਦਰਲੀ ਬਦਲ ਗਈ, ਸੁਭਾਅ ਹੀ ਬਦਲ ਗਿਆ, ਨਿਤਨੇਮੀ ਪ੍ਰੇਮੀ ਸ਼ਰਧਾਵਾਨ ਉਹ ਬਣ ਗਏ। ਇਹੀ ਉਹਨਾਂ ਦੀ ਧਰਮ ਪਤਨੀ ਦੀ ਇੱਛਾ ਸੀ, ਖੁਆਇਸ਼ ਸੀ, ਇਹ ਪੂਰੀ ਹੋ ਗਈ। ਇਸੇ ਪ੍ਰਕਾਰ ਮੈਲਬਰਨ ਸ਼ਹਿਰ ਹੈ ਜਿਹੜਾ ਆਸਟ੍ਰੇਲੀਆ ਦੇ ਵਿੱਚ, ਉੱਥੇ ਭਾਈ ਜੋਗਾ ਸਿੰਘ ਜੀ ਵਸਦੇ ਨੇ। ਤੇ ਉਹਨਾਂ ਨੇ ਮੈਨੂੰ ਬਚਨ ਸੁਣਾਇਆ ਸੀ ਕਿ ਮੈਂ ਤੇ ਮੇਰਾ ਪਿਤਾ ਆਮਣੇ ਸਾਹਮਣੇ ਬਹਿ ਕੇ ਰੋਜ਼ ਅਸੀਂ ਸ਼ਰਾਬ ਪੀਆ ਕਰਦੇ ਸੀ ਰੋਜ਼। ਤੇ ਜਦੋਂ ਮਹਾਂਪੁਰਸ਼ ਇੱਥੇ ਆਏ ਤੇ ਮੈਂ ਉਹਨਾਂ ਦਾ ਦਰਸ਼ਨ ਦੀਦਾਰ ਕੀਤਾ ਪਹਿਲੀ ਦਫਾ, ਤੇ ਐਸਾ ਪ੍ਰਭਾਵ ਪਿਆ ਕਿ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਣੀ। ਤਾਂ ਮੇਰਾ ਪਿਤਾ ਮੈਨੂੰ ਹੁਜਤ ਜੀ ਕਰਨ ਲੱਗਾ ਕਿ ਇਹ ਕਿਹੜੀ ਸਿੱਖਿਆ ਤੂੰ ਲੈ, ਪਰ ਮੈਂ ਕਿਹਾ ਮੈਂ ਨਹੀਂ ਪੀਣੀ। ਕਹਿਣ ਲੱਗਾ ਕੁਛ ਨਹੀਂ ਇਸ ਗੱਲ 'ਚ ਰੱਖਿਆ, ਸ਼ਰਾਬ ਪੀਣ ਨਾਲ ਕੁਛ ਨਹੀਂ ਹੁੰਦਾ। ਪਰ ਮੈਂ ਪੱਕਾ ਹੋ ਗਿਆ ਕਿ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ। ਔਰ ਫਿਰ ਮਹਾਂਪੁਰਸ਼ਾਂ ਦੇ ਬਚਨ ਨਾਲ ਅੰਮ੍ਰਿਤਪਾਨ ਕਰ ਲਿਆ। ਅੰਮ੍ਰਿਤਪਾਨ ਕਰਨ ਤੋਂ ਬਾਅਦ ਉਹ ਕਹਿਣ ਲੱਗਾ ਕਿ ਮੈਂ ਮਨ 'ਚ ਇੱਛਾ ਕੀਤੀ ਕਿ ਮਹਾਂਪੁਰਸ਼ਾਂ ਦੀ ਸੇਵਾ ਕਰਾਂ। ਤੇ ਮਹਾਂਪੁਰਸ਼ਾਂ ਨੇ ਆਪ ਹੀ ਚਾਦਰਾ ਉੱਤੇ ਲਿਆ ਹੋਇਆ ਸੀ, ਮੈਨੂੰ ਇਸ਼ਾਰਾ ਕੀਤਾ ਲੱਤਾਂ ਘੁੱਟਣ ਵਾਸਤੇ। ਮੈਂ ਉਹਨਾਂ ਦੇ ਚਰਨਾਂ 'ਚ ਡਿੱਗ ਪਿਆ ਤੇ ਉਹਨਾਂ ਦੀਆਂ ਲੱਤਾਂ ਘੁੱਟਣ ਲੱਗ ਪਿਆ, ਕਿਉਂਕਿ ਜੋ ਮੇਰੇ ਮਨ ਦਾ ਫੁਰਨਾ ਸੀ ਉਹਨਾਂ ਉਸੇ ਵੇਲੇ ਪੂਰਾ ਕਰਤਾ। ਜਦੋਂ ਮੈਂ ਉਹਨਾਂ ਦੇ ਚਰਨਾਂ ਨੂੰ ਹੱਥ ਲਾਇਆ ਤੇ ਮੇਰੇ ਰੋਮ ਰੋਮ ਵਿੱਚ ਝਰਨਾਹਟ ਛਿੜੀ ਤੇ ਮਾਨੋ ਗੁਰਮੰਤਰ ਦਾ ਜਾਪ ਹੋਣ ਲੱਗ ਪਿਆ। ਔਰ ਫਿਰ ਦੱਸਦਾ ਸੀ ਸਿੰਘ ਵੀ ਮੈਂ ਉਹਨਾਂ ਦੇ ਬੁੱਕਲ 'ਚ ਹੀ ਵੜ ਗਿਆ ਤੇ ਉਹਨਾਂ ਕੁਛ ਨਹੀਂ ਮੈਨੂੰ ਕਿਹਾ, ਬੜਾ ਲਾਡ ਪਿਆਰ ਕੀਤਾ। ਤੇ ਫਿਰ ਉਹ ਕਹਿਣ ਲੱਗਾ ਵੀ ਬਾਬਾ ਜੀ ਜਦੋਂ ਚਲੇ ਗਏ ਤੇ ਮੈਂ ਘਰ ਵਿੱਚ ਰਹਿ ਰਾਸਾ ਦਾ ਪਾਠ ਕਰ ਰਿਹਾ ਸੀ, ਮੇਰੇ ਅੱਖਾਂ ਖੁੱਲੀਆਂ, ਬਾਬਾ ਜੀ ਨੂੰ ਜਹਾਜ਼ ਤੇ ਚੜਾਏ ਸੀ, ਏਅਰਪੋਰਟ ਤੇ ਜਾ ਕੇ ਸੀ। ਤੇ ਜਦੋਂ ਮੈਂ ਆਪਣੇ ਘਰ 'ਚ ਬੈਠਾ ਰਹਿ ਰਾਸਾ ਦਾ ਪਾਠ ਕਰ ਰਿਹਾ ਸੀ ਤੇ ਸਾਹਮਣੇ ਬਾਬਾ ਜੀ ਬੈਠੇ ਦਿਸੇ ਮੈਨੂੰ। ਤੇ ਸਾਲ ਭਰ ਇੰਝ ਹੁੰਦਾ ਰਿਹਾ ਕਿ ਕਈ ਵਾਰੀ ਮੈਂ ਮੰਜੇ ਤੇ ਪਿਆ ਹੁੰਦਾ ਸੀ ਤੇ ਮੇਰੇ ਨਾਲ ਚਾਦਰਾਂ ਲੈ ਕੇ ਪਏ ਹੁੰਦੇ ਸੀ। ਕਈ ਵਾਰੀ ਮੈਂ ਤੁਰੇ ਜਾਂਦਾ ਸੀ ਤੇ ਮੇਰੇ ਨਾਲ ਤੁਰਨ ਲੱਗ ਪੈਂਦੇ ਸਨ। ਕਈ ਵਾਰੀ ਬੈਠਾ ਬਾਣੀ ਪੜ੍ਹਦਾ ਸੀ ਤੇ ਲਾਗੇ ਬੈਠੇ ਹੁੰਦੇ ਸੀ। ਇਸ ਤਰ੍ਹਾਂ ਸਾਲ ਭਰ ਉਹਨਾਂ ਨੇ ਮੇਰੇ ਨਾਲ ਇਹੋ ਜਿਹੇ ਕੌਤਕ ਕੀਤੇ। ਫਿਰ ਉਦੋਂ ਬਾਅਦ ਨਹੀਂ, 1 ਸਾਲ ਭਰ ਇੰਝ ਰਿਹਾ। ਸੋ ਇਸ ਪ੍ਰਕਾਰ ਉਹਨੂੰ ਵੀ ਮਹਾਂਪੁਰਸ਼ਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜ ਦਿੱਤਾ। ਕੋਈ ਪੂਰਵਲਾ ਕਰਮ ਉਹਦਾ ਐਸਾ ਹੋਵੇਗਾ ਜਿਸ ਕਰਕੇ ਐਸੀ ਬਖਸ਼ਿਸ਼ ਉਸ ਦੇ ਉੱਪਰ ਹੋਈ। ਇਹ ਭਾਈ ਜੋਗਾ ਸਿੰਘ ਦੀ ਦੱਸੀ ਆਪਣੀ ਜ਼ਬਾਨੀ ਗੱਲ ਹੈ। ਇਸੇ ਤਰ੍ਹਾਂ ਜਦੋਂ ਸਿਡਨੀ ਸ਼ਹਿਰ ਵਿੱਚ ਬਾਬਾ ਜੀ ਗਏ ਨੇ, ਆਸਟ੍ਰੇਲੀਆ ਦੇ ਸਿਡਨੀ ਸ਼ਹਿਰ 'ਚ, ਤਾਂ ਉੱਥੇ ਇੱਕ ਸਿੰਘ ਸੀ, ਉਹ ਵੀ ਆਇਆ ਏਅਰਪੋਰਟ ਤੇ ਅੱਗੋਂ ਦੀ ਲੈਣ ਵਾਸਤੇ। ਉਹਦੇ ਮਨ 'ਚ ਫੁਰਨਾ ਸੀ ਵੀ ਜਿਨ੍ਹਾਂ ਬਾਰੇ ਕਹਿ ਰਹੇ ਨੇ ਬਾਬਾ ਠਾਕੁਰ ਸਿੰਘ ਜੀ ਬੜੇ ਤਕੜੇ ਜਵਾਨ ਦਰਸ਼ਨੀ ਹੋਣਗੇ, ਇਹੋ ਜਿਹਾ ਫੁਰਨਾ ਸੀ। ਪਰ ਜਦੋਂ ਏਅਰਪੋਰਟ ਤੇ ਵੇਖਿਆ ਬਾਬਾ ਜੀ ਦਾ ਬਿਲਕੁਲ ਪਤਲਾ ਜਿਹਾ ਸਰੀਰ ਤੇ ਪਕੇਰਾ ਰੰਗ ਸੀ ਤੇ ਬਜ਼ੁਰਗ ਜੀ ਅਵਸਥਾ, ਤੇ ਉਹ ਕਹਿੰਦਾ ਮੇਰੇ ਮਨ 'ਚ ਫੁਰਨਾ ਆਇਆ ਵੀ ਇਹ ਦਮਦਮੀ ਟਕਸਾਲ ਦੇ ਮੁਖੀ ਨੇ, ਮੁੱਖ ਸੇਵਾਦਾਰ ਨੇ, ਇਹ ਹੋਣਗੇ ਇੰਨੀ ਤਾਕਤ ਵਾਲੇ ਜਾਂ ਇਹੋ ਜਿਹੇ ਕੁਛ, ਐਸਾ ਖਿਆਲ ਦੇ ਮਨ 'ਚ। ਤੇ ਫਿਰ ਉਹ ਦੱਸਦਾ ਸੀ ਕਿ ਇੱਕ ਤੇ ਜਦੋਂ ਕਾਰ 'ਚ ਬੈਠੇ ਤੇ ਉਸ ਪਾਸਿਓਂ ਕਾਰ ਬੜੀ ਹੇਠਾਂ ਲਿਫੀ ਤੇ ਇਹ ਫਿਰ ਵੀ ਨਹੀਂ ਮਨ ਦਾ ਸ਼ੰਕਾ ਦੂਰ ਹੋਇਆ। ਫਿਰ ਗੁਰਦੁਆਰਾ ਸਾਹਿਬ ਜਦੋਂ ਆਏ ਤੇ ਇੱਕ ਸ਼ਬਦ ਦਾ ਕੀਰਤਨ ਹੋਇਆ, 10 ਮਿੰਟ ਵਿਚਾਰ ਭਾਈ ਪ੍ਰਵਿੰਦਰਪਾਲ ਸਿੰਘ ਬੁੱਟਰ ਸੀ ਉਹਨਾਂ ਕੀਤੀ, ਤੇ ਫਿਰ ਅਰਦਾਸ ਹੋਈ।
ਜਦੋਂ ਅਰਦਾਸ ਹੋਈ ਤੇ ਉਹ ਕਹਿਣ ਲੱਗਾ ਵੀ ਮੇਰੇ ਨੇਤਰ ਬੰਦ ਹੋ ਗਏ, ਪਰ ਮੈਂ ਵੇਖਾਂ ਕਿ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਲਾ ਬਾਬਾ ਠਾਕੁਰ ਸਿੰਘ ਦਾ ਸਰੀਰ ਹੈ ਤੇ ਛੱਤ ਨੂੰ ਸਿਰ ਲੱਗਾ ਹੋਇਆ, ਇੰਜ ਦਿਸੀ ਜਾਏ। ਮੈਂ ਨੇਤਰ ਖੋਲਾਂ ਤੇ ਫਿਰ ਬੰਦ ਹੋ ਜਾਣ। ਫਿਰ ਮੈਂ ਘਰ ਗਿਆ ਤੇ ਸਾਰੀ ਰਾਤ ਇੰਜ ਹੋਇਆ। ਫਿਰ ਉਹ ਗੁਰਦੁਆਰਾ ਸਾਹਿਬ ਆਇਆ ਤੇ ਉੱਥੇ ਗ੍ਰੰਥੀ ਸਿੰਘ ਸਨ, ਭਾਈ ਗੁਰਦੇਵ ਸਿੰਘ ਕਾਲਵਾ ਪਿੰਡ ਦੇ। ਉਹਨਾਂ ਨੂੰ ਕਿਹਾ ਕਿ ਇੰਜ ਮੈਨੂੰ ਹੋਇਆ ਤੇ ਬਾਬਾ ਜੀ ਕੋਲੋਂ ਮੈਨੂੰ ਖਿਮਾ ਕਰਾ ਦਿਓ। ਮੈਂ ਫੁਰਨਾ ਕਰ ਬੈਠਾ ਸੀ, ਇਹੋ ਜਿਹੀ ਸ਼ੰਕਾ ਤੇ ਮੇਰੇ ਨਾਲ ਇੰਜ ਵਾਪਰ ਰਿਹਾ, ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਤੇ ਸਿੰਘਾਂ ਨੂੰ ਦੱਸਿਆ, ਸਿੰਘਾਂ ਨੇ ਗੱਲ ਨਾ ਗੌਲੀ। ਅਗਲੇ ਦਿਨ ਫਿਰ ਆ ਗਿਆ, ਕਹਿਣ ਲੱਗਾ 2 ਰਾਤਾਂ ਹੋ ਗਈਆਂ ਮੈਨੂੰ ਨੀਂਦ ਨਹੀਂ ਆਉਂਦੀ ਤੇ ਮੈਨੂੰ ਡਰ ਵੀ ਬਹੁਤ ਲੱਗਦਾ, ਤੇ ਬਾਬਾ ਜੀ ਨੂੰ ਬੇਨਤੀ ਕਰੋ। ਭਾਈ ਗੁਰਦੇਵ ਸਿੰਘ ਜੀ ਲੈ ਕੇ ਗਏ ਬਾਬਾ ਜੀ ਕੋਲ, ਤੇ ਬਾਬਾ ਜੀ ਉਸ ਵੇਲੇ ਬਾਣੀ ਸੁਣ ਰਹੇ ਸੀ, ਚਾਦਰਾ ਲਿਆ ਹੋਇਆ ਸੀ ਪਤਲਾ ਜਿਹਾ, ਤੇ ਫਿਰ ਉੱਠ ਕੇ ਬਹਿ ਗਏ। ਤਾਂ ਬਚਨ ਕੀਤਾ, ਭਾਈ ਗੁਰਦੇਵ ਸਿੰਘ ਜੀ ਆਪਾਂ ਤਾਂ ਕੁਛ ਨਹੀਂ, ਪਰ ਗੁਰੂ ਕਲਗੀਧਰ ਪਾਤਸ਼ਾਹ ਆਪ ਹੀ ਸਰੀਰ ਦੀ ਲਾਜ ਰੱਖੀ ਜਾਂਦੇ ਆ। ਇਹਨਾਂ ਬਚਨ ਕਰਕੇ ਤਾਂ ਕਹਿਣ ਲੱਗੇ, ਉਹ ਰਿਆ ਸਿੰਘਾ ਨੇੜੇ ਸੱਦ ਕੇ ਤੇ ਬਾਬਾ ਜੀ ਨੇ ਉਹਨੂੰ 2 ਸੇਬ ਦਿੱਤੇ। ਕਹਿਣ ਲੱਗੇ ਲੈ ਛਕੋ ਤੇ ਬਾਣੀ ਪੜਿਆ ਕਰੋ। ਬਸ ਉਦੋਂ ਬਾਅਦ ਫਿਰ ਉਹਦਾ ਡਰ ਸਾਰਾ ਦੂਰ ਹੋ ਗਿਆ। ਜੋ ਉਹ ਇੰਜ ਸੁਪਨੇ ਜੋ ਕੋਈ ਦਿਸਦਾ ਸੀ, ਨੀਂਦ ਨਹੀਂ ਸੀ ਆਉਂਦੀ, ਸਾਰਾ ਕੁਝ ਹਟ ਗਿਆ, ਤੰਦਰੁਸਤ ਹੋ ਗਿਆ ਸੀ। ਇਸ ਪ੍ਰਕਾਰ ਦੇ ਕੌਤਕ ਮਹਾਂਪੁਰਸ਼ਾਂ ਦੇ ਜੀਵਨ ਵਿੱਚ ਕਈ ਵਾਪਰੇ, ਕਈ ਸਿੰਘਾਂ ਦੇ ਨਾਲ। ਅਨੇਕਾਂ ਦੇ ਉੱਪਰ ਬਖਸ਼ਿਸ਼ਾਂ ਕੀਤੀਆਂ, ਕਈਆਂ ਦੇ ਰੋਗ ਵੀ ਦੂਰ ਉਹਨਾਂ ਦੇ ਬਚਨ ਨਾਲ ਹੋਏ, ਅਨੇਕਾਂ ਨੂੰ ਸੰਤਾਨ ਮਿਲੀ। ਭਾਈ ਸਰਬਜੀਤ ਸਿੰਘ ਜੀ ਮੁਕਤਸਰ ਸਾਹਿਬ ਦੇ ਨੇੜੇ ਕਬਰ ਵਾਲਾ ਪਿੰਡ ਆ, ਉੱਥੋਂ ਦੇ ਸਨ। ਬਾਬਾ ਜੀ ਨਾਲ ਰਿਹਾ ਕਰਦੇ ਸੀ, ਬਾਣੀ ਸੁਣਾਉਂਦੇ ਸੀ। ਹੁਣ ਇਸ ਵੇਲੇ ਉਹ ਟੈਕਸਸ ਸ਼ਹਿਰ, ਟੈਕਸਸ ਜਿਹੜੀ ਸਟੇਟ ਆ ਉਹਦੇ ਵਿੱਚ ਹੂਸਟਨ ਸ਼ਹਿਰ ਵਿੱਚ ਰਹਿੰਦੇ ਨੇ ਭਾਈ ਸਰਬਜੀਤ ਸਿੰਘ। ਉਹਨਾਂ ਦੇ ਭੈਣ ਜੀ ਦੇ ਵਿਆਹ ਹੋਏ ਨੂੰ ਕੋਈ 14, 15 ਜਾਂ 16 ਸਾਲ ਸ਼ਾਇਦ ਹੋ ਗਏ ਸੀ, ਤੇ ਉਹਨਾਂ ਦੇ ਘਰ ਬੱਚਾ ਕੋਈ ਨਹੀਂ ਸੀ। ਤੇ ਭਾਈ ਸਰਬਜੀਤ ਸਿੰਘ ਦੇ ਘਰ ਜਦੋਂ ਬਾਬਾ ਜੀ ਗਏ ਤੇ ਉੱਥੇ ਉਹਨਾਂ ਦੇ ਭੈਣ ਜੀ ਤੇ ਜੀਜਾ ਜੀ ਆਏ ਹੋਏ ਸੀ। ਉਸ ਵੇਲੇ ਦਾਸ ਦੀ ਧਰਮ ਪਤਨੀ ਬਲਜਿੰਦਰ ਕੌਰ ਵੀ ਉੱਥੇ ਮੌਜੂਦ ਸੀ। ਤੇ ਉਸ ਵੇਲੇ ਬਾਬਾ ਜੀ ਨੂੰ ਭਾਈ ਸਰਬਜੀਤ ਸਿੰਘ ਨੇ ਬੇਨਤੀ ਕੀਤੀ ਵੀ ਮਹਾਂਪੁਰਸ਼ੋ, ਇਹ ਮੇਰੇ ਭੈਣ ਜੀ ਹਨ ਤੇ ਇੰਨੇ ਸਾਲ ਹੋ ਗਏ ਵਿਆਹ ਨੂੰ, ਉਹਨਾਂ ਦੇ ਘਰ ਸੰਤਾਨ ਨਹੀਂ ਕੋਈ। ਬਾਬਾ ਜੀ ਕਹਿੰਦਾ, ਸ਼ਾਹ ਪਹਿਲਾਂ ਕਿਉਂ ਨਹੀਂ ਦੱਸਿਆ? ਤੂੰ ਸਾਡੇ ਨਾਲ ਰਹਿਣਾ, ਤੂੰ ਪਹਿਲਾਂ ਕਦੇ ਦੱਸਿਆ ਹੀ ਨਹੀਂ। ਤੇ ਉਹ ਚੁੱਪ ਰਿਹਾ। ਫਿਰ ਬਾਬਾ ਜੀ ਕਹਿੰਦੇ, ਬੀਬੀ ਉਰੇ ਆ। ਨੇੜੇ ਆਈ ਬੀਬੀ ਤੇ ਬਾਬਾ ਜੀ ਨੇ 3 ਸੇਬ ਉਹਨਾਂ ਦੀ ਝੋਲੀ 'ਚ ਪਾਏ। ਤੇ ਜਦੋਂ ਉਹਨਾਂ ਛਕ ਲਏ ਤੇ ਸਾਲ ਤੋਂ ਪਹਿਲਾਂ ਤਿੰਨੇ ਇਕੱਠੇ ਭੁਜੰਗੀ ਹੋਏ। ਆਮ ਤੌਰ ਤੇ ਇੱਕ ਭੁਜੰਗੀ, ਇੱਕ ਬੱਚਾ ਜਾਂ 2 ਜੁੜਵੇਂ ਹੁੰਦੇ ਨੇ, ਉਹਨਾਂ ਦੇ ਘਰ 3 ਜੁੜਵੇਂ ਬੱਚੇ ਹੋਏ ਤੇ ਸਾਰੇ ਤੰਦਰੁਸਤ ਨੇ, ਚੜ੍ਹਦੀ ਕਲਾ ਵਿੱਚ ਨੇ। ਸੋ ਇਸ ਪ੍ਰਕਾਰ ਜਦੋਂ ਕਿਸ ਤੇ ਖੁਸ਼ ਪ੍ਰਸੰਨ ਹੋ ਕੇ ਉਹ ਦਾਤ ਬਖਸ਼ਦੇ ਸੀ, ਸਤਿਗੁਰੂ ਮਹਾਰਾਜ ਦੇ ਘਰ ਚੋਂ ਦਵਾਉਂਦੇ ਸਨ, ਮਿਲ ਜਾਂਦੀ ਸੀ। ਆਮ ਤੌਰ ਤੇ ਉਹ ਸਿੱਧਾ ਵਜਨ ਨਹੀਂ ਸੀ ਕਰਦੇ, ਕਿਹਾ ਕਰਦੇ ਸਨ 5 ਸਿੰਘ ਅਰਦਾਸ ਕਰੋ। ਤੇ ਅਨੇਕਾਂ ਹੀ ਬਖਸ਼ਿਸ਼ਾਂ ਇੰਜ ਗੁਰੂ ਮਹਾਰਾਜ ਦੇ ਦਰ ਤੋਂ ਉਹਨਾਂ ਨੇ ਦਵਾਈਆਂ ਲੋਕਾਂ ਨੂੰ। ਸਿਮਰਨ ਦੀ ਕਮਾਈ ਹੋਣ ਕਰਕੇ, ਕਿਉਂਕਿ ਗੁਰਸਿੱਖਾਂ ਦੀ ਬੇਨਤੀ ਸਤਿਗੁਰੂ ਪ੍ਰਵਾਨ ਕਰਦੇ ਨੇ, ਇਸ ਕਰਕੇ ਉਹ ਸੇਵਾ ਤੇ ਸਿਮਰਨ ਦੀ ਮੂਰਤੀ ਸਨ। ਦਾਸ ਆਪਣੇ ਬਾਰੇ ਕੁਝ ਦੱਸਣ ਲੱਗਾ ਕਿ ਮੇਰੇ ਉੱਪਰ ਵੀ ਉਹਨਾਂ ਨੇ ਬੜੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਉਹਨਾਂ ਦੀ ਖੁਸ਼ੀ ਪ੍ਰਸੰਨਤਾ ਕਰਕੇ ਬਹੁਤ ਦਾਤਾਂ ਮਿਲੀਆਂ, ਦੁਨਿਆਵੀ ਵੀ ਤੇ ਉਂਝ ਵੀ। ਔਰ ਕਥਾ ਦੀ ਬਖਸ਼ਿਸ਼ ਵੀ ਮਾਨੋ ਉਹਨਾਂ ਨੇ ਦਾਸ ਦੇ ਉੱਪਰ ਕੀਤੀ। ਉਹਨਾਂ ਦੀ ਖੁਸ਼ੀ ਪ੍ਰਸੰਨਤਾ ਦੇ ਵਿੱਚ ਬੜੀਆਂ ਸ਼ਕਤੀਆਂ ਲੁਕੀਆਂ ਹੋਈਆਂ ਸਨ। ਔਰ ਇੰਜ ਜਿੱਥੇ ਇੰਡੀਆ ਦੇ ਵਿੱਚ, ਭਾਰਤ ਦੇ ਕੋਨੇ-ਕੋਨੇ 'ਚ, ਅਸਾਮ ਤੱਕ, ਬੰਬੇ, ਕਲਕੱਤੇ, ਸਾਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਵਿਚਰ ਕੇ ਉਹਨਾਂ ਨੇ ਜਥੇ ਦੇ ਸਿੰਘਾਂ ਨੂੰ ਨਾਲ ਲਿਜਾ ਕੇ ਗੁਰਮਤ ਗੁਰਸਿੱਖੀ ਦੇ ਬੂਟੇ ਨੂੰ ਹਰਿਆਂ ਭਰਿਆਂ ਰੱਖਣ ਵਾਸਤੇ ਪਾਣੀ ਪਾਇਆ, ਪ੍ਰਚਾਰ ਰੂਪ ਵਿੱਚ। ਉੱਥੇ ਜਥੇ 'ਚ ਰਹਿਣ ਵਾਲੇ ਸਿੰਘਾਂ ਦੇ ਉੱਪਰ ਬੜੀਆਂ ਬਖਸ਼ਿਸ਼ਾਂ ਕੀਤੀਆਂ, ਬੜਿਆਂ ਨੂੰ ਨਿਵਾਜਿਆ। ਜੈਸੀ ਜੈਸੀ ਕਿਸ ਦੀ ਭਾਵਨਾ ਹੁੰਦੀ ਸੀ, ਕੋਈ ਕਿਤੇ ਬੈਠਾ ਯਾਦ ਕਰਦਾ ਸੀ, ਉੱਥੇ ਹੀ ਉਹ ਜਾਣਦੇ ਸਨ, ਸਭ ਦੀ ਭਾਵਨਾ ਉਹ ਜਾਣਦੇ ਸੀ। ਇਸ ਪ੍ਰਕਾਰ ਦੇ ਉਹ ਮਹਾਂਪੁਰਸ਼ ਗੁਰੂ ਕੇ ਪਿਆਰ ਵਾਲੇ ਹੋਏ ਨੇ ਬਾਬਾ ਠਾਕੁਰ ਸਿੰਘ ਸਾਹਿਬ। ਔਰ 20 ਸਾਲ ਤੋਂ ਵੱਧ, 20.5 ਸਾਲ ਉਹਨਾਂ ਨੇ 1984 ਤੋਂ ਬਾਅਦ ਜਥੇਬੰਦੀ ਦੇ ਮੁੱਖ ਸੇਵਾਦਾਰ ਦੇ ਤੌਰ ਤੇ, ਕਾਰਜਕਾਰੀ ਮੁੱਖ ਸੇਵਾਦਾਰ ਬਣ ਕੇ ਉਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ, ਜਦੋਂ ਕਿ ਬਹੁਤ ਭਿਆਨਕ ਸਮਾਂ ਸੀ, ਬਹੁਤ ਖਤਰਨਾਕ ਸਮਾਂ ਸੀ। ਸੋ ਸਰਕਾਰ ਦੀ ਬਾਜ ਅੱਖ ਸੀ ਮਹਿਤੇ ਉੱਪਰ, ਜਥੇਬੰਦੀ ਦੇ ਟਕਸਾਲ ਖਾਸ ਕਰਕੇ ਰੜਕਦੀ ਸੀ ਉਹਨਾਂ ਦੇ ਅੱਖਾਂ ਦੇ ਵਿੱਚ। ਤੇ ਸਿੰਘਾਂ ਦਾ ਪਿਆਰ ਬਾਬਾ ਜੀ ਨਾਲ ਬਹੁਤ ਸੀ, ਕਿਉਂਕਿ ਬਾਬਾ ਜੀ ਬਹੁਤ ਮੁਹੱਬਤ ਕਰਦੇ ਸੀ। ਇਸ ਕਰਕੇ ਕੋਈ ਵੀ ਸਿੰਘ ਜਥੇਬੰਦੀ ਨੂੰ ਛੱਡ ਕੇ ਜਾਣ ਨੂੰ ਤਿਆਰ ਨਹੀਂ ਸੀ, ਭਾਵੇਂ ਕਿ
ਗੌਰਮੈਂਟ ਦੇ ਜਿਹੜੇ ਲੋਕ ਸਨ, ਖਾਸ ਕਰਕੇ ਪੁਲਿਸ ਵਾਲੇ, BSF CRP ਦੂਜੇ ਤੀਜੇ, ਉਹ ਬਹੁਤ ਤੰਗ ਪਰੇਸ਼ਾਨ ਕਰਦੇ ਸੀ। ਸਿੰਘਾਂ ਤੇ ਬੜਾ ਬੜਾ ਤਸ਼ੱਦਦ ਵੀ ਹੋਇਆ ਤੇ ਬੜੇ ਸਿੰਘ ਟਕਸਾਲ ਦੇ ਸ਼ਹੀਦ ਵੀ ਕਰ ਦਿੱਤੇ ਗਏ। ਇੰਨਾ ਖਤਰਾ ਹੋਣ ਦੇ ਬਾਵਜੂਦ ਵੀ ਕੋਈ ਸਿੰਘ ਵੀ ਜਥੇਬੰਦੀ ਨੂੰ ਛੱਡ ਕੇ ਜਾਣ ਨੂੰ ਤਿਆਰ ਨਹੀਂ ਸੀ। ਪਤਾ ਨਹੀਂ ਕੀ ਖਿੱਚ ਸੀ ਬਾਬਾ ਜੀ ਦੇ ਅੰਦਰ ਸਿੰਘਾਂ ਦੇ ਪ੍ਰਤੀ, ਤੇ ਸਿੰਘਾਂ ਦੇ ਮਨਾਂ 'ਚ ਬਾਬਾ ਜੀ ਦੇ ਪ੍ਰਤੀ ਕੀ ਖਿੱਚ ਸੀ ਕਿ ਸਿੰਘ ਛੱਡ ਕੇ ਜਾਣ ਨੂੰ ਤਿਆਰ ਨਹੀਂ ਸੀ, ਜਾਂ ਲੋਭ ਲਾਲਚ ਵੀ ਨਹੀਂ ਸੀ ਕਿ ਛੱਡ ਕੇ ਜਾ ਕੇ ਤੇ ਡਿਊਟੀ ਕਰੀਏ, ਬਹੁਤੀ ਮਾਇਆ ਕਮਾ ਲਈਏ, ਇਕੱਠੀ ਕਰ ਲਈਏ। ਨਹੀਂ, ਪਿਆਰ ਦੀ ਖੇਡ ਐਸੀ ਸੀ। ਸੋ ਬੇਅੰਤ ਬਚਨ ਉਹਨਾਂ ਦੇ ਜੀਵਨ ਦੇ ਹਨ। ਵੱਖਰੇ ਵੱਖਰੇ ਸਿੰਘਾਂ ਦੇ ਨਾਲ ਵੱਖਰੇ ਵੱਖਰੇ ਸਮੇਂ ਤੇ ਕਈ ਘਟਨਾਵਾਂ ਐਸੀਆਂ ਹੋਈਆਂ ਜਿਹੜੀਆਂ ਉਹ ਸਾਰੇ ਸਿੰਘ ਜਾਣਦੇ ਹੀ ਨੇ। ਦਾਸ ਅਰਜ਼ ਕਰਦਾ ਸਾਰੇ ਸਿੰਘਾਂ ਨੂੰ, ਸਮੇਂ ਸਮੇਂ ਤੇ ਫੋਨ ਕਰਕੇ ਬੇਨਤੀ ਕਰਦਾ ਹਾਂ ਕਿ ਸਾਰੇ ਸਿੰਘ ਆਪੋ ਆਪਣੇ ਨਾਲ ਵਾਪਰੇ ਜਿਹੜੇ ਬਚਨ ਨੇ ਉਹ ਲਿਖਣ, ਔਰ ਲਿਖ ਕੇ ਫਿਰ ਇੱਕ ਸੰਚਾ ਤਿਆਰ ਕੀਤਾ ਜਾਏ। ਤੇ ਜਿਵੇਂ ਭਾਈ ਸਤਵੰਤ ਸਿੰਘ ਜੀ ਨੇ ਕੁਝ ਸਿੰਘਾਂ ਦੇ ਕੋਲੋਂ ਬਾਬਾ ਜੀ ਦੇ ਜੀਵਨ ਸਮਾਚਾਰ ਲਿਖਵਾਏ ਹਨ, ਇੱਕ ਕਿਤਾਬ ਤਿਆਰ ਹੋਈ ਹੈ। ਤੇ ਪਰ ਹੋਰ ਬਹੁਤ ਕੁਛ ਆ ਉਹਨਾਂ ਦੇ ਜੀਵਨ ਦੇ ਸੰਬੰਧ ਵਿੱਚ ਲਿਖਣ ਵਾਲਾ, ਬਿਆਨ ਕਰਨ ਵਾਲਾ, ਜਿਹੜਾ ਸਾਰੇ ਸਿੰਘ ਇਕੱਠੇ ਹੋ ਕੇ ਤੇ ਉਹ ਤਿਆਰ ਕਰਨ ਇੱਕ ਸੰਚਾ, ਤੇ ਉਹਨਾਂ ਦੇ ਜੀਵਨ ਸਮਾਚਾਰ ਸਾਰੇ ਇੱਕ ਥਾਂ ਤੇ ਇਕੱਤਰ ਕਰਕੇ ਲਿਖ ਲਏ ਜਾਣ। ਸੋ ਇਹ ਕੋਈ ਕਰਾਮਾਤੀ ਸ਼ਕਤੀਆਂ ਪ੍ਰਗਟ ਕਰਨ ਵਾਸਤੇ ਨਹੀਂ ਮੈਂ ਇੰਜ ਕਰ ਰਿਹਾ। ਕਈ ਵਾਰੀ ਵਧਾ ਚੜਾ ਕੇ ਬੜੀਆਂ ਗੱਲਾਂ ਲਿਖ ਦਿੱਤੀਆਂ ਜਾਂਦੀਆਂ ਜਾਂ ਬੋਲੀਆਂ ਜਾਂਦੀਆਂ ਹਨ, ਵਧਾ ਚੜਾ ਕੇ। ਸੋ ਇਹ ਇੰਜ ਨਹੀਂ ਕਰਨਾ ਚਾਹੀਦਾ, ਤੇ ਨਾ ਹੀ ਦਾਸ ਨੇ ਇੰਜ ਕਰਨ ਦਾ ਕੋਈ ਯਤਨ ਕੀਤਾ। ਜਿੰਨਾ ਕੁ ਵੇਖਿਆ ਉਹ ਉਹਨਾਂ ਕੁ ਬਿਆਨ ਕੀਤਾ। ਪਰ ਸਾਧੂ ਦੇ ਅੰਦਰ ਕੀ ਖੇਡ ਵਾਪਰਦੀ ਹੈ, ਉਹਦੇ ਅੰਦਰ ਗਿਆਨ ਕਿਹੋ ਜਿਹਾ, ਉਹ ਕਿਸ ਅਵਸਥਾ 'ਚ ਖੇਡਦਾ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਸੰਤ ਦੀ ਅੰਦਰਲੀ ਅਵਸਥਾ ਨੂੰ ਕੋਈ ਸੰਤ ਹੀ ਜਾਣ ਸਕਦਾ ਹੈ। ਜਿੰਨਾ ਕੁ ਵੇਖਿਆ ਉਹਦੇ ਲਿਹਾਜ਼ ਨਾਲ ਹੀ ਕੋਈ ਬਿਆਨ ਕਰ ਸਕਦਾ ਹੈ। ਫਿਰ ਮਹਾਂਪੁਰਸ਼ਾਂ ਨੂੰ ਇੰਜ ਵੀ ਵੇਖਿਆ ਗਿਆ ਕਿ ਜਿਵੇਂ ਸਰੀਰ ਦੇ ਵਿੱਚੋਂ ਨਿਕਲ ਚੁੱਕੇ ਹੈ ਨਹੀਂ, ਸਰੀਰ ਦੇ ਅੰਦਰ ਕਈ ਕਈ ਘੰਟੇ ਉਹਨਾਂ ਦਾ ਸਰੀਰ ਨਿਰਹਲ ਪਿਆ ਰਹਿੰਦਾ ਸੀ। ਲਾਗੇ ਸਿੰਘ ਬਾਣੀ ਸੁਣਾ ਰਹੇ ਹੁੰਦੇ ਸਨ ਤੇ ਇੰਜ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਚੜ੍ਹਾਈ ਕਰ ਗਏ, ਬਿਲਕੁਲ ਹਰਕਤ ਨਹੀਂ ਸੀ ਹੁੰਦੀ। ਤੇ ਜਦੋਂ ਸਿੰਘ ਬਾਣੀ ਦਾ ਭੋਗ ਪਾ ਕੇ ਫਤਿਹ ਬੁਲਾਉਂਦਾ ਸੀ, ਉਸੇ ਵੇਲੇ ਉਹਨਾਂ ਦਾ ਸਰੀਰ ਹਿੱਲ ਜਾਂਦਾ ਸੀ। ਔਰ ਇਹੋ ਜਿਹੀਆਂ ਘਟਨਾਵਾਂ ਕਈ ਵਾਰੀ ਦਾਸ ਦੇ ਅੱਖਾਂ ਦੇ ਸਾਹਮਣੇ ਵਾਪਰੀਆਂ। ਤੇ ਇੱਕ ਵਾਰੀ ਭੂਰੇ ਕੋਨੇ ਪਿੰਡ ਸੰਤ ਕਰਤਾਰ ਸਿੰਘ ਖਾਲਸਾ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹਰ ਸਾਲ। ਉੱਥੇ ਰਹੇ ਬਾਬਾ ਜੀ 3-4 ਦਿਨ। ਉੱਥੇ ਸੰਗਤ ਬੇਬਹਾ ਆਈ ਮਿਲਣ ਵਾਸਤੇ, ਤੇ ਗੁਰਬਾਣੀ ਦਾ ਪਾਠ ਬਹੁਤਾ ਨਾ ਸੁਣਿਆ ਗਿਆ। ਤੇ ਜਦੋਂ ਬੱਸ 'ਚ ਆ ਕੇ ਬੈਠੇ ਤੇ ਸੁਖਦੇਵ ਸਿੰਘ ਸੁਖ ਬਾਣੀ ਸੁਣਾਉਣ ਲੱਗਾ ਸੀ। ਬਾਬਾ ਜੀ ਜਿਵੇਂ ਕੋਈ ਭੁੱਬ ਮਾਰ ਕੇ ਰੋਂਦਾ ਇਵੇਂ ਰੋਏ। ਬੜਾ ਵਰਾਗ ਕੀਤਾ ਤੇ ਪੁੱਛਿਆ ਜੀ ਕੀ ਗੱਲ ਹੋਈ? ਕਹਿੰਦੇ ਮੇਰੀ ਹਾਲਤ ਇੰਜ ਹੋਈ ਹੈ ਜਿਵੇਂ ਪਾਣੀ ਤੋਂ ਬਾਹਰ ਮਗਰਮੱਛ ਤੜਫਦਾ। ਤੇ ਮੈਨੂੰ ਬਾਣੀ ਸੁਣਾਓ, ਸਿੰਘਾਂ ਨੂੰ ਕਹੋ ਕਿਸੇ ਨੇ ਕੋਈ ਗੱਲਬਾਤ ਨਹੀਂ ਕਰਨੀ। ਬੱਸ ਦੇ ਵਿੱਚ ਬਾਣੀ ਸੁਣਨ ਲੱਗ ਪਏ ਤੇ ਕਹਿਣ ਲੱਗੇ ਬੱਸ ਦਰਬਾਰ ਸਾਹਿਬ ਲੈ ਚੱਲੋ, ਅੰਮ੍ਰਿਤਸਰ ਸਾਹਿਬ ਲੈ ਚੱਲੋ। ਫਿਰ ਅੰਮ੍ਰਿਤਸਰ ਸਾਹਿਬ ਆ ਕੇ ਤੇ ਜਿਸ ਵੇਲੇ ਹਰਿਮੰਦਰ ਸਾਹਿਬ ਪਹੁੰਚੇ, 4-5 ਘੰਟੇ ਉਹਨਾਂ ਨੇ ਨਿਰਹਲ ਬੈਠ ਕੇ ਕੀਰਤਨ ਸੁਣਿਆ। ਫਿਰ ਜਦੋਂ ਉਹਨਾਂ ਦੇ ਨੇਤਰ ਖੁੱਲੇ ਉੱਠ ਕੇ ਬਾਹਰ ਆਏ ਤਾਂ ਕਹਿਣ ਲੱਗੇ ਹੁਣ ਕੁਛ ਰੱਜਣ ਹੋਇਆ। ਇਸ ਪ੍ਰਕਾਰ ਉਹ ਬਾਣੀ ਨਾਲ ਰੱਜਦੇ ਨਹੀਂ ਸੀ, ਸੁਣਦੇ। ਔਰ ਜਦੋਂ ਆਪ ਜੀ 1990 ਤੋਂ ਬਾਅਦ ਉਹਨਾਂ ਦਾ ਸਰੀਰ ਪਹਿਲੀ ਵਾਰੀ ਢਿੱਲਾ ਹੋਇਆ ਤੇ ਸਿੰਘ ਉਹਨਾਂ ਨੂੰ ਕੱਕੜ ਹਸਪਤਾਲ ਲੈ ਕੇ ਗਏ। ਨਜ਼ਲਾ ਜ਼ੁਕਾਮ ਬਹੁਤ ਜ਼ਿਆਦਾ ਸੀ। ਤੇ ਉਸ ਵੇਲੇ ਜਿਹੜੀ ਡਾਕਟਰ ਹਰਸ਼ਰਨ ਕੌਰ ਸੀ ਕੱਕੜ ਹਸਪੀਟਲ ਦੇ ਇੰਚਾਰਜ ਬੀਬੀ ਜੀ, ਉਹਨਾਂ ਨੇ ਵੇਖਿਆ ਵੀ ਜਿਹੜਾ ਨੁਕਸ ਇਹਨਾਂ ਨੂੰ ਹੈ, ਐਸੇ ਨੁਕਸ ਵਾਲੇ ਬੰਦੇ ਦੇ ਕੋਲ ਉੱਚੀ ਬੋਲਣ ਨਾਲ ਉਹਨੂੰ ਬਹੁਤ ਤਕਲੀਫ ਹੁੰਦੀ। ਪਰ ਬੜੀ ਹੈਰਾਨ ਹੋਈ, ਕਹਿਣ ਲੱਗੀ ਸਿੰਘੋ ਤੁਸੀਂ ਵਾਰੀ-ਵਾਰੀ ਥੱਕ ਜਾਂਦੇ ਹੋ ਬਾਣੀ ਸੁਣਾਉਂਦੇ ਤੇ ਉੱਚੀ-ਉੱਚੀ ਸੁਣਾਉਂਦੇ। ਇਹ ਬਾਬਾ ਜੀ ਬਾਣੀ ਸੁਣਦੇ ਥੱਕਦੇ ਨਹੀਂ। 18 ਘੰਟੇ ਲਗਾਤਾਰ ਹੋ ਗਏ ਇਹਨਾਂ ਦੇ ਕੋਲ ਬਾਣੀ ਦਾ ਜਾਪ ਪਾਠ ਹੋ ਰਿਹਾ ਤੇ ਇਹਨਾਂ ਨੂੰ ਕੋਈ ਦੁੱਖ ਦਰਦ ਨਹੀਂ ਮਹਿਸੂਸ ਹੁੰਦਾ। ਦੱਸਿਆ ਕਿ ਇਹ ਐਸੇ ਹੀ ਹਨ। ਤੇ ਫਿਰ ਉਹ ਧੀ ਬਣ ਗਈ ਸੀ ਬਾਬਾ ਜੀ ਦੀ। ਔਰ ਇਹ ਵੀ ਬਚਨ ਮੈਨੂੰ ਕੋਈ ਸਿੰਘਾਂ ਨੇ ਦੱਸਿਆ, ਇਹ ਤਾਂ ਨਹੀਂ ਪਤਾ ਲੱਗ ਸਕਿਆ ਕਿ ਕੌਣ ਲੋਕ ਸੀ ਜਿਹੜੇ ਇੰਜ ਕਰ ਰਹੇ ਸਨ। ਉਸ ਬੀਬੀ ਜੀ ਨੂੰ ਆਫਰ ਦਿੱਤੀ ਗਈ ਸੀ ਕਿ ਤੂੰ ਜ਼ਹਿਰ ਦਾ ਟੀਕਾ ਲਗਾ ਕੇ ਬਾਬਾ ਜੀ ਨੂੰ ਮਾਰ ਦੇ, 2 ਕਰੋੜ ਰੁਪਈਆ ਦਿੱਤਾ ਜਾਏਗਾ। ਉਸ ਬੀਬੀ ਨੇ ਇਹ ਬਾਬਾ ਜੀ ਨੂੰ ਆਪ ਬਚਨ ਦੱਸਿਆ ਸੀ ਤੇ ਰੋਣ ਲੱਗ ਪਈ ਸੀ ਕਿ ਬਾਬਾ ਜੀ ਮੇਰੇ ਸਿਰ ਤੇ ਹੱਥ ਰੱਖੋ, ਮੇਰਾ ਮਨ ਕਿਤੇ ਡੋਲ ਨਾ ਜਾਏ। ਤੇ ਬਾਬਾ ਜੀ ਹੱਸ ਕੇ ਕਹਿੰਦੇ ਸੀ ਅੱਛਾ ਠਾਕਰ ਸਿੰਘ ਦਾ ਇੰਨਾ ਮੁੱਲ ਪਿਆ, ਕੋਈ ਗੱਲ ਨਹੀਂ ਬੇਟਾ, ਜੇ ਤੂੰ ਡੋਲਣਾ ਹੁੰਦਾ ਤੇ ਡੋਲ ਜਾਣਾ ਸੀ, ਹੁਣ ਨਹੀਂ ਤੂੰ ਡੋਲਦੀ।
ਇਸ ਤਰ੍ਹਾਂ ਦੀ ਖੇਡ ਵੀ ਵਾਪਰੀ ਸੀ। ਔਰ ਫਿਰ ਇੰਜ ਮਹਾਂਪੁਰਸ਼ ਉੱਥੇ ਜਦੋਂ ਰਹੇ ਤੇ ਉਹ ਬੀਬੀ ਜੀ ਨੇ ਫਿਰ ਪੱਕਾ ਹੀ ਕਹਿ ਦਿੱਤਾ ਕਿ ਇਹਨਾਂ ਦੇ ਇਲਾਜ ਦਾ ਅਸੀਂ ਕੋਈ ਪੈਸਾ ਨਹੀਂ ਲੈਣਾ। ਔਰ ਦਵਾਈਆਂ ਦੇ ਥੋੜੇ ਬਹੁਤੇ ਪੈਸੇ ਸਿੰਘ ਦਿੰਦੇ ਰਹੇ, ਪਰ ਉਹ ਬੀਬੀ ਜੀ ਨੇ ਜਿਹੜਾ ਇਲਾਜ ਸੀ ਉਹ ਫ੍ਰੀ ਕਰਨਾ। ਜਦੋਂ ਵੀ ਕਹਿੰਦੇ ਕੋਈ ਢਿੱਲ ਮੱਠ ਹੋਏ ਸਾਡੇ ਕੋਲ ਲੈ ਕੇ ਆਇਆ ਕਰੋ। ਤੇ ਬਹੁਤ ਪ੍ਰਭਾਵ ਛਾਇਆ, ਬੜਾ ਅਸਰ ਹੋਇਆ। ਜਿਹੜੀਆਂ ਸੇਵਾਦਾਰ ਬੀਬੀਆਂ ਸੀ ਉੱਥੇ ਸਫਾਈ ਕਰਨ ਵਾਲੀਆਂ, ਜਦੋਂ ਬਾਬਾ ਜੀ ਨੇ ਛੁੱਟੀ ਲਈ ਉਸ ਹਸਪਤਾਲ ਚੋਂ ਚੱਲਣਾ ਸੀ ਵਾਪਸ, 2-4 ਕੁਆਂਟਲ ਅੰਬ ਮੰਗਾ ਕੇ ਉੱਥੇ ਸਾਰਿਆਂ ਨੂੰ ਵਰਤਾਏ। ਉਹਨਾਂ ਬੜੀ ਸ਼ਰਧਾ ਨਾਲ ਪ੍ਰਸ਼ਾਦ ਵਜੋਂ ਲਏ। ਇਤਿਹਾਦਕ ਬਾਬਾ ਜੀ ਬਹੁਤ ਹੀ ਮਹਾਨ ਹਸਤੀ ਸਨ ਬਾਬਾ ਠਾਕੁਰ ਸਿੰਘ ਜੀ, ਔਰ ਉਹਨਾਂ ਨੇ ਬੜੀਆਂ ਬਖਸ਼ਿਸ਼ਾਂ, ਬੜਾ ਪਿਆਰ ਵੰਡਿਆ। ਖਾਸ ਕਰਕੇ ਜਿਹੜੇ ਸ਼ਹੀਦ ਸਿੰਘਾਂ ਦੇ ਪਰਿਵਾਰ ਹਨ ਉਹਨਾਂ ਨੂੰ ਬਹੁਤ ਉਹਨਾਂ ਨੇ ਸਾਂਭਿਆ, ਬੜੀ ਪੰਥ ਦੀ ਸੇਵਾ ਕੀਤੀ। ਖਾਸ ਕਰਕੇ ਅਕਾਲ ਤਖਤ ਸਾਹਿਬ ਜਦੋਂ 5 ਸੰਤਾਂ ਨੂੰ ਸੇਵਾ ਦਿੱਤੀ ਗਈ ਹੈ, ਕਿਉਂਕਿ ਬੁੱਢਾ ਦਲ ਦੇ ਜਥੇਦਾਰ ਸੰਤਾ ਸਿੰਘ ਵੱਲੋਂ ਜਿਹੜਾ ਸਰਕਾਰ ਨੇ ਕਹਿ ਕੇ ਅਕਾਲ ਤਖਤ ਸਾਹਿਬ ਨੂੰ ਟਾਕੀਆਂ ਆਦਿਕ ਲਵਾਈਆਂ ਸੀ ਵੀ ਇਹ ਸੇਵਾ ਹੋ ਗਈ ਆ, ਪਰ ਉਹ ਮਨਜ਼ੂਰ ਨਹੀਂ ਸੀ ਕੀਤੀ ਪੰਥ ਨੇ। ਫਿਰ ਇਸ ਕਰਕੇ ਕਾਰ ਸੇਵਾ ਵਾਲੇ ਕੁਝ ਬਾਬੇ ਸਨ ਤੇ ਇਧਰੋਂ ਟਕਸਾਲ ਸੀ, 5 ਜਥੇਬੰਦੀਆਂ ਨੂੰ ਇਹ ਸੇਵਾ ਸੰਭਾਲੀ ਗਈ ਸੀ। ਫਿਰ ਉਹ ਇੱਕ ਵਾਰੀ ਸੇਵਾ ਰੋਕ ਦਿੱਤੀ ਗਈ ਸੀ, ਦੁਬਾਰਾ ਫਿਰ ਕੇਵਲ ਤੇ ਕੇਵਲ ਬਾਬਾ ਜੀ ਦੇ ਹਿੱਸੇ ਉਹ ਆਈ। ਸਾਰੀ ਮੁਕੰਮਲਤਾ ਜਿਹੜੀ ਸੀ ਅਕਾਲ ਤਖਤ ਸਾਹਿਬ ਦੀ ਉਹ ਵੀ ਬਾਬਾ ਜੀ ਦੀ ਦੇਖ ਰੇਖ ਵਿੱਚ ਹੋਈ। ਸਾਰਾ ਸੋਨੇ ਦੇ ਪੱਤਰੇ ਆਦਿਕ ਲੱਗੇ, ਸੰਗਮਰਮਰ ਜਿੰਨਾ ਪੱਥਰ ਲੱਗਾ, ਸਾਰੀ ਤਿਆਰੀ ਅਕਾਲ ਤਖਤ ਸਾਹਿਬ ਦੀ ਉਹ ਬਾਬਾ ਜੀ ਨੇ 1996 ਵਿੱਚ ਮੁਕੰਮਲ ਕਰਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਸੰਭਾਲਿਆ ਸੀ। ਇਹ ਵੀ ਬਹੁਤ ਵੱਡੀ ਸੇਵਾ ਉਹਨਾਂ ਮਹਾਂਪੁਰਸ਼ਾਂ ਨੇ ਆਪਣੇ ਜੀਵਨ ਵਿੱਚ ਕਰਵਾਈ ਹੈ। ਔਰ ਮਹਿਤੇ ਵਿਖੇ ਬਿਲਡਿੰਗਾਂ ਜਿਹੜੀਆਂ ਇਮਾਰਤਾਂ ਬਣਾਈਆਂ ਹਨ, ਸੋ ਖਾਸ ਕਰਕੇ ਨਵਾਂ ਸ਼ਹਿਰ ਬਿਲਡਿੰਗ ਉਸ ਨੂੰ ਕਹਿੰਦੇ ਨੇ, ਉੱਥੇ ਵੀ ਕਿਉਂਕਿ ਸਿੰਘਾਂ ਦੀ ਗਿਣਤੀ ਬਹੁਤ ਵੱਧ ਗਈ ਸੀ, ਬਹੁਤ ਜ਼ਿਆਦਾ ਨਵੇਂ ਸਿੰਘ ਭਰਤੀ ਹੋਏ, ਔਰ ਉਹਨਾਂ ਦੇ ਤੇਜ ਪ੍ਰਤਾਪ ਸਦਕਾ ਵੱਖਰੇ ਵੱਖਰੇ ਜਿਹੜੀਆਂ ਬਿਲਡਿੰਗਾਂ ਸੀ ਉਹਨਾਂ ਦੇ ਵਿੱਚ ਸੰਥਿਆ ਚੱਲਦੀ ਸੀ। ਬਹੁਤ ਸਿੰਘ ਗੁਰਬਾਣੀ ਦੀ ਸੰਥਿਆ ਕਰਦੇ ਰਹੇ, ਬੜਿਆਂ ਨੇ ਕੀਰਤਨ ਸਿੱਖਿਆ, ਬੜਿਆਂ ਸਿੰਘਾਂ ਨੇ ਕਥਾ ਸਿੱਖੀ। ਉਸ ਸਮੇਂ ਜਦੋਂ ਬਾਬਾ ਜੀ ਸਨ, ਬਹੁਤ ਜ਼ਿਆਦਾ ਬਾਣੀ ਦਾ ਪ੍ਰਵਾਹ ਉਸ ਵੇਲੇ ਚੱਲਦਾ ਰਿਹਾ। ਜਿੱਧਰ ਨੂੰ ਵੇਖੋ ਸਿੰਘ ਬਾਣੀ ਪੜ੍ਹਦੇ ਤੁਰੇ ਫਿਰਦੇ ਸਨ, ਗੁਰੂ ਕੀ ਬਾਣੀ ਨਾਲ ਜੁੜੇ ਹੁੰਦੇ ਸੀ। ਕੋਈ ਵਾਜਾ ਵਜਾ ਰਿਹਾ ਹੁੰਦਾ ਸੀ, ਗੁਰਬਾਣੀ ਦਾ ਕੀਰਤਨ ਕਰ ਰਿਹਾ ਹੁੰਦਾ ਸੀ, ਅਭਿਆਸ ਕਰ ਰਿਹਾ ਹੁੰਦਾ ਸੀ, ਕੋਈ ਕਥਾ ਦੀ ਮਿਹਨਤ ਕਰ ਰਿਹਾ ਸੀ, ਕੋਈ ਗੁਰਬਾਣੀ ਦੀ ਸੰਥਿਆ ਪਕਾ ਰਿਹਾ ਹੁੰਦਾ ਸੀ, ਕਿਧਰੇ ਸੰਥਿਆ ਹੋ ਰਹੀ ਹੁੰਦੀ ਸੀ। ਇਸ ਪ੍ਰਕਾਰ ਉਹਨਾਂ ਨੇ ਆਪਣੇ ਜੀਵਨ ਦੌਰਾਨ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ। ਤੇ ਠੀਕ 20.5 ਸਾਲ 1984 ਤੋਂ ਬਾਅਦ 2004 ਵਿੱਚ ਜਦੋਂ ਉਹ ਇੱਥੇ ਅਮਰੀਕਾ, ਨਿਊਯਾਰਕ, ਇੰਗਲੈਂਡ ਆਦਿਕ ਧਰਤੀਆਂ ਤੇ ਆਏ ਨੇ, ਉਹ ਜਿਹੜਾ ਆਖਰੀ ਸਾਲ ਸੀ 2004 ਦਾ, ਉਸ ਸਮੇਂ ਦੌਰਾਨ ਉਹਨਾਂ ਨੇ ਬਹੁਤ ਜ਼ਿਆਦਾ ਵਿਰਾਗ ਕੀਤਾ। ਉਹਨਾਂ ਦੀ ਅਵਸਥਾ ਬਹੁਤ ਵਿਰਾਗਵਾਨਾਂ ਵਾਲੀ ਸੀ ਉਦੋਂ। ਤੇ ਜਿਹੜੀ ਜੇਬ 'ਚ ਮਾਇਆ ਹੁੰਦੀ ਸੀ, ਕਈ ਵਾਰੀ ਕਿਸੇ ਰਾਗੀ ਸਿੰਘ ਅੱਗੇ ਰੱਖ ਦਿੰਦੇ ਸਨ, ਕਈ ਵਾਰੀ ਕਥਾਵਾਚਕ ਸਿੰਘ ਨੂੰ ਦੀ ਜੇਬ 'ਚ ਪਾ ਦਿੰਦੇ ਸੀ। ਇਹ ਨਹੀਂ ਵੀ ਕੇਵਲ ਟਕਸਾਲ ਦੇ ਸਿੰਘਾਂ ਦੇ, ਜਿਹੜਾ ਹੋਰ ਵੀ ਕੋਈ ਰਾਗੀ ਸਿੰਘ ਜਾਂ ਢਾਡੀ ਸਿੰਘ ਹੁੰਦਾ ਸੀ ਉਹਨਾਂ ਨੂੰ ਵੀ ਬਹੁਤ ਨਵਾਜਦੇ ਰਹੇ, ਬੜਾ ਹੀ ਸਤਿਕਾਰ ਕਰਦੇ ਰਹੇ। ਉਹ ਯੂਬਾ ਸਿਟੀ ਸ਼ਹਿਰ ਵਿੱਚ ਮਿੱਠੇ ਟਵਾਣੇ ਵਾਲੇ ਰਾਗੀ ਸਿੰਘ ਕੀਰਤਨ ਕਰ ਰਹੇ ਸਨ ਤੇ ਸਾਰੀਆਂ ਜੇਬਾਂ ਖਾਲੀ ਕਰਤੀਆਂ, ਜਿੰਨੀ ਮਾਇਆ ਸੰਗਤ ਵੱਲੋਂ ਹੋਈ ਸੀ ਉਹਨਾਂ ਦੇ ਅੱਗੇ ਰੱਖਤੀ ਤੇ ਕਹਿਣ ਲੱਗੇ ਗੱਡੀ ਦੇ ਵਿੱਚ ਜਿੰਨਾ ਫਲ ਫਰੂਟ ਪਿਆ ਸਾਰਾ ਕੱਢ ਕੇ ਲਿਆਓ, ਰਾਗੀ ਸਿੰਘਾਂ ਦੇ ਅੱਗੇ ਭੇਟਾ ਕਰ ਦਿਓ। ਸੋ ਇਸੇ ਪ੍ਰਕਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਉਹਨਾਂ ਨੂੰ ਫਿਰਜ ਨੂੰ ਗੁਰਦੁਆਰਾ ਸਾਹਿਬ ਵਿਖੇ ਮਿਲੇ, ਉਹਨਾਂ ਦੀ ਗੋਦ ਵਿੱਚ ਆਪਣਾ ਸੀਸ ਸੁੱਟ ਕੇ ਬਹੁਤ ਚਿਰ ਵਿਰਾਗ ਕੀਤਾ। ਇਤਿਹਾਦਕ ਫਿਰ ਜਦੋਂ ਇੰਡੀਆ ਗਏ ਤੇ ਸਿੰਘ ਨਾਲ ਦੇ ਦੱਸਦੇ ਸਨ ਕਿ ਆਪ ਜੀ ਗਿਆਨੀ ਵੀਰ ਸਿੰਘ ਜੀ ਮੱਦੋ ਕੇ ਬਰਾੜ ਵਾਲੇ ਜਿਹੜੇ ਸਨ ਉਹਨਾਂ ਨੂੰ ਮਿਲਣ ਵਾਸਤੇ ਸਪੈਸ਼ਲ ਗਏ। ਤੇ ਜਦੋਂ ਉਹਨਾਂ ਦਾ ਦਰਸ਼ਨ ਹੋਇਆ ਦੂਰੋਂ ਤੇ ਬਾਬਾ ਜੀ ਮਿੱਟੀ ਦੇ ਵਿੱਚ ਹੀ ਲੰਮੇ ਪੈ ਗਏ ਤੇ ਉਹਨਾਂ ਦਾ ਦਾੜੇ ਨੂੰ ਵੀ ਧੂੜ ਲੱਗੀ ਤੇ ਕੱਪੜੇ ਵੀ ਸਾਰੇ ਮੈਲੇ ਹੋ ਗਏ, ਮਿੱਟੀ ਨਾਲ ਭਰ ਗਏ। ਤੇ ਉਹ ਅੱਗੋਂ ਗਿਆਨੀ ਵੀਰ ਸਿੰਘ ਜੀ ਉੱਠ ਕੇ ਮੰਜੇ ਤੋਂ ਅੱਗੋਂ ਦੀ ਲੈਣ ਆਏ, ਹੱਥ ਜੋੜ ਕੇ ਕਿਹਾ ਬਾਬਾ ਜੀ ਤੁਸੀਂ ਇੰਜ ਕਿਉਂ ਕੀਤਾ? ਆਪ ਪਰਨੇ ਨਾਲ ਝਾੜਨ ਲੱਗ ਪਏ ਆਪ ਜੀ ਦਾ ਚੋਲਾ। ਤੇ ਬਾਬਾ ਜੀ ਵਿਰਾਗ ਨਾਲ ਕਹਿਣ ਲੱਗੇ ਤੁਸੀਂ ਬ੍ਰਹਮ ਗਿਆਨੀਆਂ ਦੇ ਸੇਵਾਦਾਰ ਹੋ, ਸੰਤ ਗੁਰਬਚਨ ਸਿੰਘ ਖਾਲਸਾ ਜੀ ਦੇ ਵਿਦਿਆਰਥੀ ਹੋ। ਤੇ ਮੈਂ ਵਿਚਾਰਿਆ ਸਰੀਰਾਂ ਦਾ ਕੋਈ ਪਤਾ ਨਹੀਂ ਹੁੰਦਾ, ਸਰੀਰ ਮੇਰਾ ਵੀ ਬਿਰਧ ਹੈ ਤੇ ਜਿਉਂਦਿਆਂ ਜਿਉਂਦਿਆਂ ਤੁਹਾਡੇ ਦਰਸ਼ਨ ਹੋ ਜਾਣ, ਇਸ ਲਈ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ। ਇਸ ਪ੍ਰਕਾਰ ਉਹਨਾਂ ਨੇ ਆਖਰੀ ਸਾਲ ਵਿੱਚ ਬਹੁਤ ਜ਼ਿਆਦਾ ਵਿਰਾਗ ਕੀਤਾ ਤੇ ਫਿਰ ਉਹਨਾਂ ਫੁਰਨਾ ਕਰ ਲਿਆ ਸਰੀਰ ਤਿਆਗਣ ਦਾ। ਤੇ ਉਧਰ ਹਜੂਰ ਸਾਹਿਬ ਵਾਲੇ ਪਾਸੇ ਗਿਆ ਹੋਇਆ ਮਹਾਂਪੁਰਸ਼ਾਂ ਦਾ ਸਰੀਰ ਕੁਝ ਢਿੱਲਾ ਹੋਇਆ ਤੇ ਫਿਰ
ਹਸਪਤਾਲ ਦੇ ਵਿੱਚੋਂ ਜ਼ਬਰਦਸਤੀ ਛੁੱਟੀ ਲੈ ਕੇ ਕਹਿਣ ਲੱਗੇ ਨੇ ਪੰਜਾਬ ਚੱਲਣਾ, ਤੇ ਡਰਾਈਵਰ ਸਿੰਘ ਨੂੰ ਕਿਹਾ ਕਿ ਸੌਣਾ ਨਹੀਂ, ਲਗਾਤਾਰ ਗੱਡੀ ਚਲਾਓ, ਛੇਤੀ ਪੰਜਾਬ ਪਹੁੰਚਣਾ। ਤੇ ਫਿਰ ਰਸਤੇ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਨੀਂਦ ਆਉਂਦੀ ਸੀ, ਡਰਾਈਵਰ ਸਿੰਘ ਨੂੰ ਕਹਿਣ ਲੱਗੇ 20 ਮਿੰਟ ਦਾ ਸਮਾਂ, 20 ਮਿੰਟ ਸੌਂ ਲੈ। ਤੇ ਫਿਰ ਜਗਾ ਲਿਆ, ਫਿਰ ਕਹਿੰਦੇ ਗੱਡੀ ਚਲਾਓ। ਤੇ ਫਿਰ ਉਹਨਾਂ ਦੀ ਇੱਛਾ ਤਾਂ ਇਹ ਸੀ ਕਿ ਮਹਿਤੇ ਗੁਰਦੁਆਰਾ ਸਾਹਿਬ ਚਲੀਏ ਜਾਂ ਸ਼ਹੀਦਗੰਜ ਗੁਰਦੁਆਰਾ ਸਾਹਿਬ ਬੀ ਬਲਾਕ ਅੰਮ੍ਰਿਤਸਰ ਸਾਹਿਬ 1978 ਜਿਹੜੇ 13 ਸਿੰਘ ਸ਼ਹੀਦ ਹੋਏ ਉਹਨਾਂ ਦੀ ਯਾਦ 'ਚ ਬਣਿਆ, ਉੱਥੇ ਲੈ ਚੱਲੋ। ਪਰ ਸਿੰਘਾਂ ਨੇ ਬਹੁਤ ਬੇਨਤੀਆਂ ਕੀਤੀਆਂ, ਖਾਸ ਕਰਕੇ ਭਾਈ ਮੋਹਕਮ ਸਿੰਘ ਨੂੰ ਸੱਦਿਆ ਗਿਆ, ਉਹਨਾਂ ਨੇ ਬੇਨਤੀ ਕੀਤੀ। ਫਿਰ ਕੱਕੜ ਹਸਪਤਾਲ ਬਾਬਾ ਜੀ ਦਾਖਲ ਰਹੇ। ਤੇ ਜਿਹੜੇ ਸਿੰਘ ਉੱਥੇ ਲਾਗੇ ਮੌਜੂਦ ਸਨ ਉਹਨਾਂ ਬਾਅਦ ਵਿੱਚ ਦੱਸਿਆ, ਤੇ ਦਾਸ ਨੂੰ ਇੰਨਾ ਕੁ ਅਨੁਭਵ ਹੋਇਆ ਸੀ ਉਹਨਾਂ ਦੇ ਸਰੀਰ ਤਿਆਗਣ ਤੋਂ 15 ਕੁ ਦਿਨ ਪਹਿਲਾਂ। ਦਾਸ ਨੇ ਆਪਣੀ ਸਿੰਘਣੀ ਨਾਲੇ ਵਚਨ ਸਾਂਝਾ ਕੀਤਾ ਸੀ ਕਿ ਬਾਬਾ ਜੀ ਦੀ ਯਾਦ ਬਹੁਤ ਜ਼ਿਆਦਾ ਆ ਰਹੀ, ਅੰਦਰ ਧੂ ਬੜੀ ਪੈਂਦੀ ਆ, ਇੰਜ ਪ੍ਰਤੀਤ ਹੁੰਦਾ ਕਿ ਬਾਬਾ ਜੀ ਨੇ ਸਰੀਰ ਤਿਆਗ ਦੇਣਾ। ਇਹ ਮੇਰੀ ਸਿੰਘਣੀ ਮੈਨੂੰ ਇਹ ਗੱਲ ਕਹਿਣ ਲੱਗੀ ਵੀ ਤੁਸੀਂ ਇਹ ਵਚਨ ਨਾ ਕਰੋ, ਇੰਜ ਨਹੀਂ ਹੋ ਸਕਦਾ, ਬਾਬਾ ਜੀ ਇੰਜ ਸਰੀਰ ਨਹੀਂ ਛੱਡ ਸਕਦੇ। ਤਾਂ ਮੈਂ ਕਿਹਾ ਨਹੀਂ, ਇੰਜ ਜਾਪਦਾ। ਤੇ ਠੀਕ ਇਸੇ ਤਰ੍ਹਾਂ ਉਹਨਾਂ ਸਿੰਘਾਂ ਨੇ ਦੱਸਿਆ ਕਿ ਰਾਤ ਇੱਥੇ ਸੀਗੇ ਮਹਾਂਪੁਰਸ਼, ਤੇ ਅੰਮ੍ਰਿਤ ਵੇਲੇ 1 ਵਜੇ ਉੱਠ ਕੇ ਇਸ਼ਨਾਨ ਕਰ ਲਿਆ। ਹਾਂ, ਇਹ ਵੀ ਬਚਨ ਦੱਸਣਾ ਜ਼ਰੂਰੀ ਸਮਝਦਾ ਕਿ ਉਹਨਾਂ ਦੇ ਜੀਵਨ ਵਿੱਚ ਆਲਸ ਨਾਂ ਦੀ ਚੀਜ਼ ਨਹੀਂ ਦਾਸ ਨੇ ਵੇਖੀ। ਉਹ ਕੁਝ ਸਮਾਂ ਆਰਾਮ ਕਰਦੇ ਦਿਸਦੇ ਸੀ ਪਰ ਸੁੱਤੇ ਨਹੀਂ। ਆਰਾਮ ਕਰਦੇ ਸਮੇਂ ਬਾਣੀ ਸੁਣਦੇ ਰਹਿੰਦੇ ਸਨ, ਤੇ ਰਾਤ 1 ਵਜੇ ਤੋਂ ਬਾਅਦ ਉੱਠ ਕੇ ਇਸ਼ਨਾਨ ਕਰ ਲੈਂਦੇ ਸੀ। ਬਾਣੀ ਦਾ ਪ੍ਰਵਾਹ ਚੱਲਦਾ ਸੀ। ਦਿਨ ਵੇਲੇ ਵੀ ਜੇ ਥੋੜਾ ਜਿਹਾ ਬੱਸ 'ਚ ਆਰਾਮ ਕਰਨ ਤੇ ਫਿਰ ਚਲੋ ਇਸ਼ਨਾਨ ਕਰਨਾ, ਤੇ ਮਹਾਰਾਜ ਦੀ ਬਾਣੀ ਨਾਲ ਜੁੜੇ ਰਹਿੰਦੇ ਸਨ। ਸੋ ਇਸੇ ਪ੍ਰਕਾਰ ਇੱਕ ਵਾਰੀ ਦਾਸ ਪਿੰਡੋਂ, ਮੈਂ ਬਿਮਾਰ ਹੋਇਆ ਸੀ, ਤੰਦਰੁਸਤ ਹੋਣ ਤੋਂ ਬਾਅਦ ਜਦੋਂ ਉਹਨਾਂ ਦੇ ਦਰਸ਼ਨ ਕਰਨ ਗਿਆ ਤੇ ਪਸ਼ੂਆਂ ਵਾਲੇ ਪਾਸੇ ਉਹਨਾਂ ਦਾ ਮੰਜਾ ਸੀ, ਉੱਥੇ ਮੈਂ ਮਸਾਂ ਲੱਭ ਕੇ ਪਹੁੰਚਾ ਤੇ ਹੱਸ ਪਏ, ਕਹਿਣ ਲੱਗਿਆ ਵੋਟਾਂ ਵਾਲੇ ਲੋਕ, ਚੋਣਾਂ ਹੋਣੀਆਂ ਨੇ ਤੇ ਵੋਟਾਂ ਵਾਲੇ ਜਿਹੜੇ ਲੀਡਰ ਨੇ ਉਹ ਬੜੇ ਆਉਂਦੇ ਸੀ, ਬੜਾ ਤੰਗ ਪਰੇਸ਼ਾਨ ਕਰਦੇ। ਤੇ ਮੇਰਾ ਮਨ ਇਹੋ ਜਿਹਾ ਬਣ ਗਿਆ, ਮਹਾਰਾਜ ਸਾਹਿਬ ਦੀ ਬਾਣੀ ਤੋਂ ਬਗੈਰ ਹੋਰ ਕੁਝ ਚੰਗਾ ਹੀ ਨਹੀਂ ਲੱਗਦਾ, ਤੇ ਇਸ ਕਰਕੇ ਮੈਂ ਇੱਥੇ ਮੰਜਾ ਡਾਇਆ। ਇਸ ਪ੍ਰਕਾਰ ਦਾ ਸੁਭਾਅ ਸੀ ਉਹਨਾਂ ਦਾ। ਤੇ ਉਸ ਵੇਲੇ ਜਦੋਂ ਇੱਥੋਂ ਗਏ ਵੀ ਅਮਰੀਕਾ ਤੋਂ ਮੰਟੀਕੇ ਵਿਖੇ ਆਪ ਜੀ ਠਹਿਰੇ ਹੋਏ ਸੀ, ਇੱਥੋਂ ਚੱਲਣ ਲੱਗੇ ਨਿਊਯਾਰਕ ਨੂੰ ਜਾਣਾ ਸੀ, ਤਾਂ ਦਾਸ ਦੀ ਸਿੰਘਣੀ ਨੂੰ ਆਪ ਸੱਦਾ ਭੇਜ ਕੇ ਬੁਲਾਇਆ ਤੇ ਬੀਬੀ ਨੂੰ ਸੱਦ ਕੇ ਲਿਆਓ। ਤੇ ਬਾਬਾ ਜੀ ਹੱਥ ਜੋੜ ਕੇ ਕਹਿਣ ਲੱਗੇ ਇੱਥੇ ਤੁਹਾਡੇ ਕੋਲ ਰਹਿੰਦਿਆਂ ਕੋਈ ਗਲਤੀਆਂ ਹੋਈਆਂ ਹੋਣਗੀਆਂ, ਮਾਫ ਕਰਿਓ। ਤੇ ਸਿੰਘਣੀ ਕਹਿਣ ਲੱਗੀ ਬਾਬਾ ਜੀ ਇਹੋ ਜਿਹਾ ਵਚਨ ਤੁਸੀਂ ਕਿਉਂ ਕਰਦੇ ਹੋ, ਤੇ ਫਿਰ ਦੱਸੋ ਕਦੋਂ ਆਉਣਾ, ਛੇਤੀ ਆਇਓ। ਤਾਂ ਹੱਥ ਜੋੜ ਕੇ ਫਿਰ ਕਹਿਣ ਲੱਗੇ ਬਸ ਮਾਫ ਕਰਿਓ। ਮਤਲਬ ਇਹ ਸੀ ਕਿ ਹੁਣ ਦੁਬਾਰਾ ਅਸੀਂ ਇੱਥੇ ਨਹੀਂ ਆਉਣਾ। ਔਰ ਬੇਕਰਸਫੀਲਡ ਭਾਈ ਰਵਿੰਦਰ ਸਿੰਘ ਦੇ ਘਰ ਭਾਈ ਸੂਰਤ ਸਿੰਘ ਖਾਲਸਾ ਜੀ ਦੇ ਬੇਟੇ ਜੋ ਹਨ ਉਹਨਾਂ ਦੇ ਘਰ ਠਹਿਰੇ ਸੀ, ਤੇ ਉੱਥੇ ਵੀ ਸਿੰਘਾਂ ਨੂੰ ਆਪ ਦਹੀਂ ਦੇ ਵਿੱਚ ਮਿੱਠਾ ਘੋਲ ਕੇ ਛਕਾਇਆ, ਤੇ ਫਿਰ ਆਪ ਕਹਿ ਕੇ ਇੱਕ ਫੋਟੋ ਖਿਚਵਾਈ, ਤੇ ਵੀ ਕਿਹਾ ਸੀ ਬਚਨ ਕਿ ਆਹ ਸਮਾਂ ਮੁੜ ਕੇ ਨਹੀਂ ਸਿੰਘੋਂ ਮਿਲਣਾ। ਇਸੇ ਪ੍ਰਕਾਰ ਜਦੋਂ ਉਹਨਾਂ ਨੇ ਸਰੀਰ ਛੱਡਣਾ ਸੀ 1 ਵਜੇ ਰਾਤ ਦੇ ਉੱਠ ਕੇ ਇਸ਼ਨਾਨ ਕੀਤਾ, ਤੇ ਇਸ਼ਨਾਨ ਕਰਕੇ ਪਹਿਲਾਂ ਬਾਣੀ ਨਿਤਨੇਮ ਕੀਤਾ ਆਪ, ਫਿਰ ਹਰਮੰਦਰ ਸਾਹਿਬ ਤੋਂ ਕੀਰਤਨ ਜੋ ਰਿਲੇ ਹੁੰਦਾ ਉਹ ਸੁਣਦੇ ਰਹੇ, ਤੇ ਥੋੜਾ ਪ੍ਰਸ਼ਾਦਾ ਵੀ ਛਕਿਆ ਤੜਕੇ ਹੀ। ਤੇ ਫਿਰ 5:45 ਵਜੇ ਸਾਰੇ ਸਿੰਘਾਂ ਨੂੰ ਕਹਿ ਰਹੇ ਸੀ ਆਓ ਸਿੰਘੋ ਸੱਚਖੰਡ ਚੱਲੀਏ, ਆਓ ਸਿੰਘੋ ਸੱਚਖੰਡ ਨੂੰ ਚੱਲੀਏ। ਤਾਂ ਸਿੰਘਾਂ ਦਾ ਖਿਆਲ ਸੀ ਕਿ ਹਰਮੰਦਰ ਸਾਹਿਬ ਜਾਣ ਨੂੰ ਕਹਿੰਦੇ ਨੇ, ਤੇ 5:45 ਵਜੇ ਫਿਰ ਉਹਨਾਂ ਦਾ ਸਵਾਸ ਰੁਕ ਗਿਆ, ਤੇ ਹੱਥ ਜੁੜੇ ਹੋਏ ਸੀ। ਜੇ ਫਤਿਹ ਜਾ ਕੇ ਮਾਨੋ ਉਹਨਾਂ ਨੇ ਆਪਣਾ ਸਰੀਰ ਛੱਡ ਦਿੱਤਾ। 24 ਦਸੰਬਰ 2004 ਨੂੰ ਦਾਸ ਇੱਥੇ ਮੰਟੀਕਾ ਸ਼ਹਿਰ ਵਿਖੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਰਹਿ ਰਾਸ ਦਾ ਪਾਠ ਕਰਕੇ ਜਦੋਂ ਮੈਂ ਬਾਹਰ ਨਿਕਲਿਆ, ਤੇ ਉਦੋਂ ਫੋਨ ਆਇਆ ਸੀ ਬਾਬਾ ਜੀ ਦੇ ਗੜਵਈ ਭਾਈ ਸੁਖਵਿੰਦਰ ਸਿੰਘ, ਜਿਨ੍ਹਾਂ ਨੂੰ ਸੰਘਾ ਜੀ ਕਿਹਾ ਜਾਂਦਾ। ਤਾਂ ਉਹਨੇ ਦੱਸਿਆ ਸੀ ਕਿ ਬਾਬਾ ਜੀ ਸਰੀਰ ਤਿਆਗ ਗਏ। ਬੜੀ ਹਿਰਦੇ ਵੇਦਕ ਬਾਤ ਸੀ, ਗੱਲ ਸੀ ਇਹ, ਬੜਾ ਕਸ਼ਟ ਦੁੱਖ ਤਕਲੀਫ ਹੋਈ, ਪਰ ਵਾਹਿਗੁਰੂ ਦੀ ਰਜ਼ਾ ਵਿੱਚ ਕੋਈ ਦਖਲਅੰਦਾਜ਼ੀ ਕਰ ਹੀ ਨਹੀਂ ਸਕਦਾ, ਕਿਸੇ ਦੀ ਕੋਈ ਸਮਰੱਥਾ ਹੀ ਨਹੀਂ। ਇਹ ਰੱਬ ਦੇ ਪਿਆਰੇ ਜੋ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਰਹਿੰਦੇ ਨੇ। ਰੱਬ ਦਾ ਹੁਕਮ ਐਸਾ ਹੋਇਆ ਕਿ ਉਹ ਜਿੰਨਾ ਸਮਾਂ ਉਹਨਾਂ ਸੇਵਾ ਨਿਭਾਉਣੀ ਸੀ ਨਿਭਾ ਕੇ ਉਹ ਆਪਣਾ ਸਰੀਰ ਤਿਆਗ ਕੇ ਚਲੇ ਗਏ। ਸੋ ਉਹਨਾਂ ਦੀਆਂ ਗੱਲਾਂ ਉਹਨਾਂ ਨਾਲ ਹਨ। ਹਾਂ, ਸੰਗਤ ਨੂੰ ਰੱਬ ਦੇ ਪਿਆਰਿਆਂ ਦੇ ਜੀਵਨ ਸਮਾਚਾਰ ਸੁਣ ਕੇ, ਵਿਚਾਰ ਕੇ, ਜਾਂ ਲਿਖੇ ਹੋਏ ਹੋਣ ਪੜ੍ਹ ਕੇ, ਤੇ ਜੀਵਨ ਵਿੱਚ ਰਹਿਨੁਮਾਈ ਪ੍ਰਾਪਤ ਹੁੰਦੀ ਹੈ। ਕਿਉਂਕਿ ਰੱਬ ਦੇ ਪਿਆਰਿਆਂ ਦਾ ਜੀਵਨ ਇੱਕ ਮਾਰਗ ਦਰਸ਼ਕ ਹੁੰਦਾ ਹੈ, ਜਾਂ ਰੌਸ਼ਨ ਮਨਾਰ ਦੀ ਨਿਆਈ ਹੁੰਦਾ ਹੈ। ਹੋਰਨਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ। ਸੰਸਾਰ ਇੱਕ ਕੈਦਖਾਨਾ ਹੈ। ਇਸ ਕੈਦਖਾਨੇ ਦੇ ਵਿੱਚ ਅਸੀਂ ਕਰਮਾਂ ਦੇ ਬੱਧੇ ਹੋਏ ਕੈਦਖਾਨੇ 'ਚ ਪਏ ਹੋਏ ਹਾਂ, ਤੇ ਇਸ ਕੈਦਖਾਨੇ ਵਿੱਚੋਂ ਨਿਕਲਣ ਵਾਸਤੇ ਜਿਵੇਂ ਕੈਦੀਆਂ ਨੂੰ ਸਿੱਖਿਆ ਦੇਣ ਲਈ ਧਾਰਮਿਕ ਲੋਕ ਸੱਦੇ ਜਾਂਦੇ ਨੇ,
ਵੀ ਤੁਸੀਂ ਗੁਨਾਹ ਕੀਤੇ ਤੇ ਕੈਦਖਾਨੇ 'ਚ ਪਏ ਹੋ, ਹੁਣ ਤੁਹਾਡੀ ਸਜ਼ਾ ਪੂਰੀ ਹੋਣ ਵਾਲੀ ਆ ਤੇ ਤੁਸੀਂ ਦੁਬਾਰਾ ਉਹ ਬੁਰੇ ਕਰਮ ਨਾ ਕਰਨੇ ਤਾਂ ਕਿ ਦੁਬਾਰਾ ਤੋਂ ਕੈਦ ਨਾ ਹੋਣਾ ਪਏ, ਜੇਲਾਂ ਨਾ ਕੱਟਣੀਆਂ ਪੈਣ। ਇਸੇ ਤਰ੍ਹਾਂ ਜਨਮ ਮਰਨ ਦੁਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ। ਉਹਨਾਂ ਦੀ ਅਵਸਥਾ ਦਾ ਜਿੱਥੇ ਜਾਣਨ ਵਾਲਿਆਂ ਤੇ ਪ੍ਰਭਾਵ ਪੈਂਦਾ ਸੀ, ਉੱਥੇ ਜਿਹੜੇ ਲੋਕ ਨਹੀਂ ਸੀ ਵੀ ਜਾਣਦੇ ਉਹਨਾਂ ਤੇ ਪ੍ਰਭਾਵ ਵੀ ਪੈਂਦਾ ਸੀ। ਇੰਗਲੈਂਡ ਦੇ ਵਿੱਚ ਇੱਕ ਡਾਕਟਰ ਆਪ ਜੀ ਨੂੰ ਚੈੱਕ ਕਰਨ ਵਾਸਤੇ ਹਸਪਤਾਲ ਜਦੋਂ ਖੜਿਆ ਗਿਆ, ਪਹਿਲਾਂ ਦੱਸਿਆ ਸੀ ਕਿ ਆਪ ਜੀ ਨੂੰ ਹਰਨੀਆਂ ਦਾ ਨੁਕਸਾ ਹੈ, ਪਰ ਜਦੋਂ ਬਾਬਾ ਜੀ ਦੇ ਮੁਖ ਤੋਂ ਬਚਨ ਹੋਇਆ ਕਹਿੰਦੇ ਨਹੀਂ, ਡਾਕਟਰਾਂ ਨੂੰ ਭੁਲੇਖਾ ਕੁਛ ਨਹੀਂ ਹੈ। ਫਿਰ ਦੁਬਾਰਾ ਚੈੱਕ ਕੀਤਾ ਤੇ ਕੁਛ ਵੀ ਨਹੀਂ ਸੀ। ਔਰ ਇਸੇ ਪ੍ਰਕਾਰ ਫਿਰ ਉਹ ਡਾਕਟਰ ਕਈ ਮੀਲ ਗੱਡੀ ਚਲਾ ਕੇ ਆਪ ਜੀ ਨੂੰ ਚੈੱਕ ਕਰਨ ਵਾਸਤੇ ਆਉਂਦਾ ਰਿਹਾ। ਆਪ ਜੀ ਦੇ ਦਰਸ਼ਨ ਕਰਕੇ ਪ੍ਰਭਾਵਿਤ ਹੋਇਆ ਸੀ। ਔਰ ਇਸੇ ਪ੍ਰਕਾਰ ਇੱਕ ਵਾਰੀ ਬਾਬਾ ਜੀ ਨੇ ਜਰਮਨੀ ਤੋਂ ਇੰਡੀਆ ਨੂੰ ਜਾਣਾ ਸੀ ਤੇ ਜਾਰਡਨ ਦੇਸ਼ ਵਿੱਚ ਜਹਾਜ਼ ਬਦਲਣਾ ਸੀ। ਇਹ ਨਾਲ ਦੇ ਸਿੰਘਾਂ ਨੇ ਬਚਨ ਸੁਣਾਇਆ, ਭਾਈ ਪ੍ਰਵਿੰਦਰਪਾਲ ਸਿੰਘ ਬੁੱਟਰ ਜੀ ਨੇ, ਵੀ ਉੱਥੇ ਸਨੋ ਬਹੁਤ ਜ਼ਿਆਦਾ ਪੈ ਗਈ ਤੇ ਫਲਾਈਟਾਂ ਰੱਦ ਹੋ ਗਈਆਂ ਸੀ। ਤੇ ਕੁਝ ਸਮਾਂ ਹੋਇਆ, ਫਿਰ ਬਾਬਾ ਜੀ ਨੇ ਕਿਹਾ ਕਿ ਗੁਰੂ ਮਹਾਰਾਜ ਦੇ ਚਰਨਾਂ 'ਚ ਆਪਾਂ ਅਰਦਾਸ ਕਰਦੇ ਹਾਂ ਤੇ ਇੱਥੇ ਰੁਕਣਾ ਪਏਗਾ। ਨਹੀਂ ਤਾਂ ਜਦੋਂ ਅਰਦਾਸ ਖਲੋ ਕੇ ਕੀਤੀ ਤੇ ਫਿਰ ਉਸ ਵੇਲੇ ਸੂਰਜ ਨਿਕਲ ਆਇਆ, ਸਨੋ ਰੁਕ ਗਈ ਤੇ ਬਾਬਾ ਜੀ ਵਾਲਾ ਜਹਾਜ਼ ਜਿਹੜਾ ਜਾਣਾ ਸੀ ਇੰਡੀਆ ਨੂੰ, ਉਹੀ ਗਿਆ। ਬਾਅਦ 'ਚ ਫਿਰ ਸਨੋ ਪਈ। ਇਹ ਖੇਡ ਵੀ ਹੋਈ ਸੀ ਤੇ ਉੱਥੇ ਇੱਕ ਅੰਗਰੇਜ਼ ਸੀ ਗੋਰਾ ਕੋਈ, ਉਹਨੂੰ ਦੱਸਿਆ ਤੇ ਕੁਛ ਨਹੀਂ ਸੀ ਗਿਆ। ਆਪਣੇ ਆਪ ਹੀ ਬਾਬਾ ਜੀ ਦੀ ਅਵਸਥਾ ਵੇਖ ਕੇ, ਇਹਨਾਂ ਦਾ ਚਿਹਰਾ ਮੋਹਰਾ ਵੇਖ ਕੇ ਅੰਦਾਜ਼ਾ ਉਹਨੇ ਲਾਇਆ ਤੇ ਉਹ ਕੋਲ ਆਇਆ ਤੇ ਉਹਨੇ ਇਹਨਾਂ ਨੂੰ ਪੁੱਛਿਆ ਸੀ ਇੰਗਲਿਸ਼ ਭਾਸ਼ਾ ਵਿੱਚ ਕਿ ਕੌਣ ਨੇ, ਤੇ ਇਹਨਾਂ ਦੱਸਿਆ ਕਿ ਸੰਤ ਨੇ। ਉਹ ਕਹਿਣ ਲੱਗਾ ਇਹ ਗੌਡ ਦੇ ਬਹੁਤ ਨੇੜੇ ਨੇ, ਪਰਮਾਤਮਾ ਦੇ ਬਹੁਤ ਨੇੜੇ ਨੇ। ਐਸਾ ਪ੍ਰਭਾਵ ਉਸ ਦੇ ਮਨ ਤੇ ਵੀ ਪਿਆ ਸੀ। ਇਹ ਤੇ ਆਦਿਕ ਇਉਂ ਉਹਨਾਂ ਦੇ ਅੰਦਰ ਜੋ ਕੁਝ ਸੀ ਉਹ ਤੇ ਅਸੀਂ ਨਹੀਂ ਜਾਣਦੇ, ਪਰ ਜੋ ਸੁਤੇ ਸਿੱਧ ਉਹਨਾਂ ਦੀ ਬਾਹਰਲੀ ਅਵਸਥਾ ਬਾਹਰੋਂ ਵੇਖ ਕੇ ਸਾਨੂੰ ਪਤਾ ਲੱਗਦਾ ਸੀ, ਉਹਦੇ ਅਨੁਸਾਰ ਉਹ ਬਹੁਤ ਉੱਚ ਕੋਟੀ ਦੇ ਮਹਾਂਪੁਰਸ਼ ਸਨ। ਤਾਂ ਹੀ ਸਾਰੇ ਪੰਥ ਵਿੱਚ ਉਹਨਾਂ ਦਾ ਮਾਣ ਸਨਮਾਨ ਆਦਰ ਵੀ ਸੀ। ਪਰ ਐਡਾ ਆਦਰ ਮਾਣ ਸਨਮਾਨ ਹੋਣ ਦੇ ਬਾਵਜੂਦ ਉਹਨਾਂ ਦੇ ਅੰਦਰ ਜਿਹੜੀ ਨਿਮਰਤਾ ਸੀ ਉਹ ਵੀ ਕਿਸੇ ਹੋਰ ਵਿੱਚ ਨਹੀਂ ਵੇਖੀ ਗਈ। ਅਤਿਅੰਤ ਦਰਜੇ ਦੇ ਉਹ ਨਿਮਰ ਸਨ। ਇੱਕ ਵਾਰੀ ਅਨੰਦਪੁਰ ਸਾਹਿਬ ਦਾਸ ਦੇ ਸਾਹਮਣੇ ਜਿਹੜੇ ਭਾਈ ਮਹਿੰਦਰ ਸਿੰਘ ਜੀ ਹਨ ਇੰਗਲੈਂਡ ਵਾਲੇ, ਉਹਨਾਂ ਨੇ ਉੱਥੇ ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਬਣਾਇਆ। ਥੱਲੇ ਲੰਗਰ ਹਾਲ ਹੈ, ਉੱਪਰ ਗੁਰਦੁਆਰਾ ਸਾਹਿਬ ਹੈ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ ਤੇ ਆਨੰਦਗੜ੍ਹ ਕਿਲੇ ਦੇ ਵਿਚਕਾਰ ਜੇ। ਉਹ ਬਾਬਾ ਜੀ ਨੂੰ ਮਿਲਣ ਵਾਸਤੇ ਆਏ ਤਾਂ ਬਾਬਾ ਜੀ ਨੇ ਉੱਥੇ ਅਨੰਦਪੁਰ ਸਾਹਿਬ ਜਿਹੜਾ ਸਥਾਨ ਹੈ ਟਕਸਾਲ ਵੱਲੋਂ, ਉੱਥੇ ਚੰਗੀ ਤਰ੍ਹਾਂ ਸਫਾਈਆਂ ਕਰਾਈਆਂ, ਉਹਨਾਂ ਦੇ ਬੈਠਣ ਲਈ ਆਸਣ ਲਾਇਆ। ਜਦੋਂ ਆਏ ਤੇ ਆਪ ਜਲ ਪਾਣੀ ਉਹਨਾਂ ਨੂੰ ਛਕਾਉਣ ਲੱਗ ਪਏ। ਬੜਾ ਆਦਰ ਮਾਣ ਕੀਤਾ, ਉਹਨਾਂ ਨੂੰ ਸਰੋਪੇ ਦਿੱਤੇ। ਜਦੋਂ ਤੁਰਨ ਲੱਗੇ ਤੇ ਉਹਨਾਂ ਦੇ ਨੇਤਰਾਂ 'ਚ ਹੰਝੂ ਆ ਗਏ ਤਾਂ ਕਹਿਣ ਲੱਗੇ, ਬਾਬਾ ਜੀ ਤੁਸੀਂ ਸਾਡਾ ਇੰਨਾ ਸਤਿਕਾਰ ਕਿਉਂ ਕਰਦੇ ਹੋ? ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਦਰ ਦੇ ਕੂਕਰ ਹਾਂ। ਤਾਂ ਬਾਬਾ ਜੀ ਦੇ ਵੀ ਨੇਤਰਾਂ 'ਚ ਹੰਝੂ ਆ ਗਏ ਤੇ ਹੱਥ ਜੋੜ ਕੇ ਕਹਿਣ ਲੱਗੇ, ਇਸ ਕਰਕੇ ਕਿਉਂਕਿ ਮੇਰੇ ਕੋਲੋਂ ਕੂਕਰ ਵੀ ਨਹੀਂ ਬਣਿਆ ਗਿਆ। ਹੁਣ ਉਹ ਅੱਗੋਂ ਬੋਲ ਨਹੀਂ ਸੀ ਸਕਦੇ। ਉਹਨਾਂ ਤਾਂ ਕਿਹਾ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਦਰ ਦੇ ਕੂਕਰ ਹਾਂ ਜੀ। ਤੇ ਬਾਬਾ ਜੀ ਕਹਿਣ ਲੱਗੇ, ਮੈਂ ਇਸ ਕਰਕੇ ਤੁਹਾਡਾ ਸਤਿਕਾਰ ਕਰਦਾ ਹਾਂ ਕਿਉਂਕਿ ਮੇਰੇ ਕੋਲੋਂ ਕੂਕਰ ਵੀ ਨਹੀਂ ਬਣਿਆ ਗਿਆ। ਤਾਂ ਉਹਨਾਂ ਨੇ ਬਾਬਾ ਜੀ ਦੇ ਚਰਨਾਂ ਵੱਲ ਨੂੰ ਹੱਥ ਵਧਾਏ, ਪਰ ਬਾਬਾ ਜੀ ਨੇ ਫੜ ਲਏ ਸੀ, ਹੱਥ ਨਹੀਂ ਲਾਉਣ ਦਿੱਤੇ। ਔਰ ਸਾਰਾ ਜੀਵਨ ਭਰ ਆਪ ਜੀ ਨੇ ਮੱਥਾ ਟਿਕਾਉਣ ਦੀ ਕੋਈ ਲਾਲਸਾ ਨਹੀਂ ਰੱਖੀ। ਅਗਰ ਬਦੋ ਬਦੀ ਲੋਕ ਟਿਕ ਦਿੰਦੇ ਸੀ ਵੱਖਰੀ ਗੱਲ ਹੈ, ਪਰ ਸਿੰਘਾਂ ਨੂੰ ਕਿਹਾ ਹੋਇਆ ਸੀ ਕਿ ਰੋਕਣਾ ਕਿਸੇ ਨੂੰ, ਮੇਰੇ ਤਾਈਂ ਮੱਥਾ ਨਹੀਂ ਟੇਕਣ ਦੇਣਾ। ਔਰ ਇੱਕ ਦੋ ਬਚਨ ਹੋਰ ਆਪ ਜੀ ਨਾਲ ਸਾਂਝੇ ਕਰਾਂ। ਵਡਾਲਾ ਗ੍ਰੰਥੀਆ ਪਿੰਡ ਹੈ ਗੁਰਦਾਸਪੁਰ ਜ਼ਿਲ੍ਹੇ 'ਚ, ਉੱਥੇ ਬਾਬਾ ਜੀ ਨੇ ਜਾਣਾ ਸੀ। ਮੈਨੂੰ ਕਿਹਾ ਕਿ ਆਪਣੇ ਰਾਗੀ ਸਿੰਘ ਭਾਈ ਕਾਰਜ ਸਿੰਘ ਹੋਰੀ ਗਏ ਨੇ ਤੇ ਆਪਾਂ ਕਥਾ ਤਾਂ ਨਹੀਂ ਕਰਨੀ ਪਰ ਚੱਲਣਾ ਆਪਾਂ, ਤੂੰ ਆ ਜਾਈਂ ਟਾਈਮ ਨਾਲ। ਤੇ ਮੈਂ ਪਹੁੰਚਿਆ ਤੇ ਫਿਰ ਗਏ ਉੱਥੇ ਇੱਕ ਸੰਤ ਕਹਾਉਣ ਵਾਲੇ ਬੰਦੇ ਨੇ ਆਉਣਾ ਸੀ। ਸੰਤ ਕਹਾਉਣ ਵਾਲੇ ਨੇ, ਚਲੋ ਮੈਂ ਨਾ ਉਸ ਦਾ ਕੀ ਲੈਣਾ। ਜਦੋਂ ਉਹ ਲੇਟ ਹੀ ਆਉਂਦਾ ਹੁੰਦਾ ਸੀ ਆਮ ਤੌਰ ਤੇ ਕਿ ਦੁਨੀਆ ਬਹੁਤੀ ਇਕੱਠੀ ਹੋ ਜਾਏ, ਤੇ ਉਹਦੀ ਇੱਛਾ ਹੁੰਦੀ ਸੀ ਕਿ ਜਦੋਂ ਮੈਂ ਜਾਵਾਂ ਮੈਨੂੰ ਅੱਗੋਂ ਦੀ ਲੋਕ ਲੈਣ ਆਉਣ। ਹਰ ਸਾਲ ਇਸੇ ਤਰ੍ਹਾਂ ਹੀ ਉਹਦੇ ਸਮਾਗਮ ਜਦੋਂ ਹੁੰਦੇ ਸੀ ਤੇ ਲੋਕ ਅੱਗੋਂ ਦੀ ਲੈਣ ਜਾਂਦੇ ਸੀ। ਤੇ ਦਾਸ ਉਦੋਂ ਮਹਾਰਾਜ ਸਾਹਿਬ ਦੀ ਤਾਬਿਆ ਬੈਠਿਆ ਕਥਾ ਕਰ ਰਿਹਾ ਸੀ ਤੇ ਸੰਗਤ ਉੱਠ ਕੇ ਲੈਣ ਚੱਲੀ। ਪਤਾ ਲੱਗ ਗਿਆ, ਹਿਲਜੁਲ ਜੀ ਹੋਈ। ਤਾਂ ਮੈਂ ਬੇਨਤੀ ਕੀਤੀ ਕਿ ਮੈਨੂੰ ਪਤਾ ਲੱਗਾ ਫਲਾਣੇ ਸੰਤ ਆ ਗਏ ਨੇ ਤੇ ਸੰਗਤ ਜੀ ਤੁਸੀਂ ਉੱਠ ਕੇ ਲੈਣ ਨਹੀਂ ਜਾਣਾ। ਜੇ ਮਹਾਰਾਜ ਦੀ ਹਜ਼ੂਰੀ 'ਚ ਉੱਠ ਕੇ ਜਾਓਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਰਾਦਰ ਹੋਵੇਗਾ, ਤੋਹੀਨ ਹੋਵੇਗੀ। ਜਿਹੜੇ ਸੰਤ ਨੇ ਉਹ ਗੁੱਸਾ ਨਹੀਂ ਕਰਦੇ। ਅਗਰ ਜੇ ਇਸ ਗੱਲ ਦਾ ਗੁੱਸਾ ਕਰਨਗੇ ਕਿ ਮੈਨੂੰ ਤੁਸੀਂ ਲੈਣ ਨਹੀਂ ਆਏ
ਉਹ ਲੋਕ ਖੇਸ ਚਾਦਰਾਂ ਵਿਛਾਉਂਦੇ ਸਨ ਉਹਦੇ ਅੱਗੇ ਜਦੋਂ ਆਉਂਦਾ ਸੀ। ਤੇ ਜਦੋਂ ਮੈਂ ਇੰਜ ਬੋਲਿਆ ਤੇ ਜਿਹੜੇ ਸੰਤ ਨੇ ਉਹਦੇ ਗੁੱਸਾ ਨਹੀਂ ਕਰਦੇ, ਜੇ ਗੁੱਸਾ ਕਰਨਗੇ ਤੇ ਫਿਰ ਸੰਤ ਨਹੀਂ ਹੋਣਗੇ। ਡਾਇਰੈਕਟ ਬੋਲ ਦਿੱਤਾ। ਉਹ ਮਹਾਂਪੁਰਸ਼ਾਂ ਹੀ ਬੁਲਾਇਆ ਮੈਨੂੰ। ਤੇ ਜਿਸ ਵੇਲੇ ਉਹ ਆਇਆ ਤੇ ਠੀਕ ਸੰਗਤ ਨਹੀਂ ਗਈ, ਮੇਰੇ ਬੇਨਤੀ ਕਰਨ ਕਰਕੇ ਸੰਗਤ ਉੱਠ ਕੇ ਨਹੀਂ ਗਈ। ਬਾਬਾ ਜੀ ਵੀ ਮੇਰੇ ਕੋਲ ਬੈਠੇ ਸੀ, ਉਹਨਾਂ ਦਾ ਪ੍ਰਤਾਪ ਸੀ, ਸੰਗਤ ਮੰਨ ਗਈ ਨਹੀਂ। ਉਹ ਆਇਆ ਪਰ ਬਹੁਤ ਨਾਰਾਜ਼ ਸੀ ਅੰਦਰੋਂ। ਉਹਨੇ ਜਿਹੜਾ ਕੀਰਤਨ ਕਰਨਾ ਸੀ ਧਾਰਨਾ ਵਾਲਾ, ਉਹ ਟਾਈਮ ਵੀ ਨਹੀਂ ਲਾਇਆ। 10 ਮਿੰਟ ਬਹਿ ਗਈ ਤੇ ਉੱਠ ਕੇ ਉਹ ਚਲਾ ਗਿਆ। ਤੇ ਫਿਰ ਬਾਬਾ ਜੀ ਦੀ ਨਿਮਰਤਾ ਤੇ ਫਿਰ ਉਹਨੂੰ ਜਾ ਕੇ ਬਾਹਰ ਮਿਲੇ ਵੀ, ਸਤਿਕਾਰ ਨਾਲ ਤੋਰ ਕੇ ਆਏ ਬਾਬਾ ਜੀ। ਤੇ ਜਦੋਂ ਸਮਾਪਤੀ ਹੋ ਗਈ, ਹੁਕਮਨਾਮਾ ਸਾਹਿਬ ਲਿਆ ਗਿਆ, ਦੇਗ ਵਰਤ ਰਹੀ ਸੀ ਤੇ ਇੱਕ ਨੌਜਵਾਨ ਨੇ ਮੈਕ ਫੜਿਆ, ਕਹਿਣ ਲੱਗਾ ਸਾਧ ਸੰਗਤ ਜੀ, ਜਿਨ੍ਹਾਂ ਸੰਤਾਂ ਕਰਕੇ ਸਾਰਾ ਸਮਾਗਮ ਹੋਇਆ, ਉਹ ਸੰਤ ਨਾਰਾਜ਼ ਹੋ ਗਏ, ਚਲੇ ਗਏ ਤੇ ਬਚਨ ਕਰ ਗਿਆ ਵੀ ਤੁਹਾਨੂੰ ਪਤਾ ਲੱਗ ਜਾਏਗਾ ਕਿਸੇ ਸੰਤ ਦਾ ਨਰਾਦਰ ਕਿਵੇਂ ਕਰੀਦਾ। ਤੇ ਇਹ ਤਾਂ ਬੜੀ ਮਾੜੀ ਗੱਲ ਹੋਈ। ਅਸੀਂ ਰੁਪਈਆ ਇਕੱਠਾ ਕਰਕੇ ਸਮਾਗਮ ਕਰਵਾਇਆ ਸੀ ਤੇ ਉਹਨਾਂ ਦਾ ਨਰਾਦਰ ਹੋ ਗਿਆ। ਫਿਰ ਬਾਬਾ ਜੀ ਨੇ ਮੇਰੇ ਵੱਲ ਵੇਖਿਆ, ਸਿਰਫ ਇਸ਼ਾਰਾ ਕੀਤਾ, ਬੋਲੇ ਨਹੀਂ ਕੁਛ ਵੀ, ਸਿਰਫ ਵੇਖਿਆ ਮੇਰੇ ਵੱਲ। ਫਿਰ ਮੈਂ ਕਿਹਾ ਨੌਜਵਾਨਾਂ ਜਰਾ ਆ ਮੈਕ ਮੈਨੂੰ ਫੜਾ। ਜਦੋਂ ਮੈਕ ਮੈਨੂੰ ਫੜਾਇਆ ਤੇ ਮੈਂ ਬੇਨਤੀ ਕੀਤੀ ਵੀ ਸਾਧ ਸੰਗਤ ਜੀ, ਆ ਕੋਲ ਬੈਠੇ ਨੇ ਮਹਾਂਪੁਰਸ਼, ਜਿਹੜਾ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਚੱਲ ਕੇ ਆਏ, ਉਹਦਾ ਵੱਡੇ ਤੋਂ ਵੱਡਾ ਸਨਮਾਨ ਇਹ ਹੁੰਦਾ ਹੈ ਕਿ ਉਸ ਨੂੰ ਸਮਾਂ ਦਿੱਤਾ ਜਾਏ ਵੀ ਤੁਸੀਂ ਆਪਣੇ ਪ੍ਰਵਚਨ ਸੁਣਾਓ। ਤੇ ਜਦੋਂ ਦਾਸ ਕਥਾ ਕਰ ਰਿਹਾ ਸੀ, ਬਾਬਾ ਜੀ ਨੇ ਮੈਨੂੰ ਰੋਕਿਆ ਸੀ ਕਿ ਕਥਾ ਰੋਕ ਦੇ, ਇਹਨਾਂ ਸੰਤਾਂ ਨੇ ਪ੍ਰਚਾਰ ਕਰਨਾ। ਮੈਂ ਸਮਾਪਤੀ ਕਰਨ ਲੱਗਾ ਸੀ ਤੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਕਿ ਨਹੀਂ, ਮੈਂ ਪ੍ਰਚਾਰ ਨਹੀਂ ਕਰਨਾ, ਮੇਰਾ ਗੋਡਾ ਦੁਖਦਾ, ਮੈਂ ਬਹੁਤਾ ਚਿਰ ਬਹਿ ਨਹੀਂ ਸਕਦਾ। ਤੇ ਉੱਠ ਕੇ ਚਲਾ ਗਿਆ। ਬਾਬਾ ਜੀ ਫਿਰ ਵੀ ਉਹਨੂੰ ਵਿਦਾ ਕਰਨਗੇ। ਇਹਦੋਂ ਵੱਡਾ ਸਤਿਕਾਰ ਹੋਰ ਕੀ ਹੋ ਸਕਦਾ। ਤੇ ਮੈਂ ਬੇਨਤੀ ਕੀਤੀ ਸੀ ਕਿ ਜਿਹੜਾ ਸੰਤ ਹੁੰਦਾ ਉਹ ਇੰਜ ਨਾਰਾਜ਼ ਨਹੀਂ ਹੁੰਦਾ ਇਹਨਾਂ ਗੱਲਾਂ ਤੋਂ, ਔਰ ਜਿਹੜਾ ਚਾਹਵੇ ਕਿ ਮੇਰਾ ਸਤਿਕਾਰ ਗੁਰੂ ਮਹਾਰਾਜ ਨਾਲੋਂ ਵੀ ਜ਼ਿਆਦਾ ਹੋਵੇ, ਉਹ ਸੰਤ ਨਹੀਂ ਜੇ ਹੁੰਦਾ। ਫਿਰ ਉੱਥੇ ਰੌਲਾ ਪਿਆ, ਸਿਆਣੇ ਬੰਦੇ ਸਮਝ ਗਏ ਗੱਲ ਤੇ ਉਹਨਾਂ ਨੇ ਕਿਹਾ ਅੱਜ ਤੋਂ ਬਾਅਦ ਇਹਦਾ ਬਾਈਕਾਟ, ਇਹਨੂੰ ਸੰਤ ਨੂੰ ਮੁੜ ਕੇ ਨਹੀਂ ਸੱਦਿਆ ਜਾਏਗਾ, ਬਨੌਟੀ ਹੈ, ਇਹ ਸੰਤ ਅਸਲੀ ਨਹੀਂ ਹੈ। ਤੇ ਫਿਰ ਬੱਸ ਵਿੱਚ ਆਉਂਦਿਆਂ ਬਾਬਾ ਜੀ ਮੈਨੂੰ ਕਹਿਣ ਲੱਗੇ ਵੀ ਅੱਜ ਕੀ ਹੋਇਆ। ਮੈਨੂੰ ਕਹਿਣ ਲੱਗੇ ਵੀ ਦਲਜੀਤ ਸਿੰਘ ਅੱਜ ਕੀ ਹੋਇਆ। ਮੈਂ ਕਿਹਾ ਜੀ ਆਪ ਸਭ ਜਾਣਦੇ ਹੀ ਹੋ। ਕਹਿੰਦੇ ਨਹੀਂ ਫਿਰ ਵੀ ਤੂੰ ਦੱਸ, ਤੇਰਾ ਕੀ ਖਿਆਲ। ਮੈਂ ਕਿਹਾ ਜੀ ਸੰਤ ਕਰਤਾਰ ਸਿੰਘ ਖਾਲਸਾ ਜੀ ਨੇ ਕਿਹਾ ਭਈ ਸੰਤ ਬਨੌਟੀ ਤਾਂ ਬਣਿਆ ਜਾ ਸਕਦਾ, ਲੋਕ ਮਗਰ ਲੱਗ ਸਕਦੇ ਨੇ, ਪਰ ਰੱਬ ਦਾ ਸੰਤ ਆਪ ਯਤਨ ਕਰਕੇ ਕੋਈ ਨਹੀਂ ਬਣ ਸਕਦਾ। ਜਿਹਨੂੰ ਰੱਬ ਬਣਾ ਦੇ ਉਹਨੂੰ ਕੋਈ ਡੇਗ ਨਹੀਂ ਸਕਦਾ, ਉਹਦੇ ਸੰਤ ਪੁਣੇ 'ਚ ਕੋਈ ਫਰਕ ਨਹੀਂ ਪੈਂਦਾ। ਤੇ ਜਿਹਨੂੰ ਰੱਬ ਨਾ ਬਣਾਏ, ਬਣੌਟੀ ਜਿਹੜਾ ਹੁੰਦਾ ਉਹ ਅੱਜ ਵੀ ਗਿਆ ਤੇ ਕੱਲ ਵੀ ਗਿਆ। ਬਨਾਵਟ ਤੇ ਬਨਾਵਟ ਹੁੰਦੀ ਹੈ। ਇਸ ਕਰਕੇ ਜਿਹਨੂੰ ਰੱਬ ਨੇ ਨਹੀਂ ਸੰਤ ਬਣਾਇਆ, ਉਹ ਸੰਤ ਕਿਵੇਂ ਬਣ ਜਾਏ। ਤਾਂ ਹੱਸ ਪਏ, ਕਹਿਣ ਲੱਗੇ ਹਾਂ ਇਹੀ ਗੱਲ ਹੈ। ਫਿਰ ਉਹੀ ਸੰਤ ਕੈਨੇਡਾ ਇੱਕ ਵਾਰੀ ਆਇਆ ਇਸ ਤੇ ਬਾਬਾ ਜੀ ਇੱਕ ਸਿੰਘ ਦੇ ਘਰ ਠਹਿਰੇ ਸਨ ਤੇ ਉੱਥੇ ਮਿਲਣ ਵਾਸਤੇ ਆ ਗਿਆ। ਤੇ ਬਾਬਾ ਜੀ ਕੋਲ ਇਹ ਗੱਲਾਂ ਉਹਨੇ ਛੇੜ ਲਈਆਂ। ਵੇਖੋ ਜੀ ਅੱਜ ਕੱਲ ਪ੍ਰਚਾਰ ਐਸਾ ਹੋ ਰਿਹਾ ਵੀ ਕਹਿੰਦੇ ਸੰਤ ਹੀ ਕੋਈ ਨਹੀਂ ਹੁੰਦਾ। ਦੇਖੋ ਜੀ ਸੰਤ ਸੁੰਦਰ ਸਿੰਘ ਜੀ ਏਡੇ ਵੱਡੇ ਮਹਾਂਪੁਰਸ਼, ਬਾਬਾ ਈਸ਼ਰ ਸਿੰਘ ਰਾੜੇ ਵਾਲੇ, ਬਾਬਾ ਆਨੰਦ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ, ਉਹਨਾਂ ਦੀ ਕਥਾ ਵਿੱਚ ਕਿੰਨਾ ਅੰਮ੍ਰਿਤ ਵਰਸਦਾ, ਉਹ ਸੰਤ ਹੀ ਸਨ। ਤਾਂ ਬਾਬਾ ਜੀ ਸੁਣਦੇ ਰਹੇ ਤੇ ਫਿਰ ਬਾਬਾ ਜੀ ਕਹਿਣ ਲੱਗੇ, ਉਹਦਾ ਨਾਂ ਲੈ ਗਏ, ਕਹਿਣ ਲੱਗੇ ਉਹ ਤਾਂ ਸੰਤ ਸਨ ਪਰ ਆਪਾਂ ਤਾਂ ਸੰਤ ਨਹੀਂ ਨਾ। ਮਤਲਬ ਸੀ ਮਹਾਂਪੁਰਸ਼ਾਂ ਦਾ ਕਿ ਤੂੰ ਆਪਣੇ ਆਪ ਨੂੰ ਸੰਤ ਕਹਾਉਣਾ, ਤੂੰ ਤਾਂ ਸੰਤ ਨਹੀਂ ਨਾ। ਜਿਨ੍ਹਾਂ ਦਾ ਨਾਮ ਲੈ ਰਿਹਾ ਉਹ ਤਾਂ ਠੀਕ ਸੰਤ ਸਨ। ਫਿਰ ਵੀ ਉਹ ਕੁਛ ਨਾ ਕੁਛ ਬੋਲਦਾ ਗਿਆ ਤੇ ਫਿਰ ਬਾਬਾ ਜੀ ਨੇ ਇਸ਼ਾਰਾ ਕੀਤਾ ਮੈਨੂੰ ਵੀ ਟੇਪ ਲਾ ਦਿਓ ਸੰਤਾਂ ਦੀ ਕਥਾ ਦੀ। ਸੰਤ ਗੁਰਬਚਨ ਸਿੰਘ ਖਾਲਸਾ ਜੀ ਦੀ ਜਿਹੜੀ ਰਿਕਾਰਡ ਕਥਾ ਹੈ ਨਾ, ਟੇਪਾਂ, ਉਹ ਇੱਕ ਟੇਪ ਲਾਤੀ ਗਈ ਕਥਾ ਦੀ। ਉਹ 5 ਮਿੰਟ ਵੀ ਨਹੀਂ ਬਹਿ ਸਕਿਆ ਤੇ ਉੱਠ ਕੇ ਦੌੜ ਗਿਆ ਤੇ ਬਾਬਾ ਜੀ ਹੱਥ ਕਰਕੇ ਹੱਸ ਪਏ। ਕਹਿੰਦੇ ਜਿਹੜਾ ਇੰਨੀਆਂ ਵਡਿਆਈਆਂ ਕਰਦਾ ਸੀ ਵੀ ਉਹਨਾਂ ਸੰਤਾਂ ਦੀ ਕਥਾ 'ਚ ਬੜਾ ਅੰਮ੍ਰਿਤ ਵਰਸਦਾ ਹੋ ਜਾਂਦਾ ਜੀ, 5 ਮਿੰਟ ਵੀ ਬਹਿ ਕੇ ਸੁਣ ਨਹੀਂ ਸਕਿਆ। ਇਉਂ ਗੱਲਾਂ ਬਾਤੀ ਬੜੇ ਸੰਤ ਲੋਕ, ਫਰੀਦਾ ਗੱਲੀ ਸੋ ਸੱਜਣ ਵੀ ਇੱਕ ਢੂੰਢੇਂਦੀ ਨਾ ਲਹਾਂ, ਧੁਖਾਂ ਜਿਉ ਮਾਲੀ ਕਾਰਨ ਤਿੰਨਾ ਮਾਂ ਪਿਰੀ। ਇਸ ਪ੍ਰਕਾਰ ਦਾ ਹੀ ਹੈ ਇਹ ਜਿਹੜਾ ਮਸਲਾ ਹੈ ਬਨੌਟੀ ਸੰਤਾਂ ਦਾ। ਇਸੇ ਤਰ੍ਹਾਂ ਦਾਸ ਨੂੰ ਇੱਕ ਵਾਰੀ ਬਾਬਾ ਜੀ ਨੇ ਭੇਜਿਆ ਚੰਡੀਗੜ੍ਹ, ਸ਼ਾਇਦ ਕਿਸੇ ਪਿੰਡ ਵਿੱਚ ਭੇਜਿਆ ਸੀ ਨਾਭਾ ਸਾਹਿਬ ਤੋਂ। ਨਾਭਾ ਸਾਹਿਬ ਜਥਾ ਇੱਕ ਮਹੀਨਾ ਠਹਿਰਦਾ ਸੀ ਹਰ ਸਾਲ ਸੰਤ ਗੁਰਬਚਨ ਸਿੰਘ ਖਾਲਸਾ ਦੇ ਵੇਲੇ ਤੋਂ, ਤੇ ਬਾਬਾ ਜੀ ਵੀ ਇਸ ਤਰ੍ਹਾਂ ਜਾਇਆ ਕਰਦੇ ਸਨ। ਫਿਰ ਪੰਜੋਖਰਾ ਸਾਹਿਬ ਵੀ 1 ਮਹੀਨਾ ਠਹਿਰਿਆ ਕਰਦੇ ਸਨ ਤੇ ਉਹਨਾਂ ਸਮਿਆਂ 'ਚ ਉੱਥੇ ਗੁਰਦੁਆਰਾ ਸਾਹਿਬਾਨਾਂ 'ਚ ਵੀ ਪ੍ਰਚਾਰ ਹੁੰਦਾ ਸੀ, ਸਵੇਰੇ ਸ਼ਾਮ ਕਥਾ ਕੀਰਤਨ, ਤੇ ਹੋਰਨਾਂ ਨਗਰਾਂ ਵਿੱਚ ਵੀ ਲੋਕ ਸੱਦ ਕੇ ਲੈ ਕੇ ਜਾਂਦੇ ਸੀ। ਉਹ ਕਿਸੇ ਪਿੰਡ ਦੇ ਪ੍ਰੇਮੀ ਆਏ ਤੇ ਮੇਰੀ ਡਿਊਟੀ ਲੱਗੀ ਕਿ ਤੂੰ ਕਥਾ ਵਾਸਤੇ ਜਾਣਾ। ਜਦੋਂ ਮੈਂ ਤੁਰਨ ਲੱਗਾ ਤੇ ਮੈਨੂੰ ਇਸ਼ਾਰਾ ਕੀਤਾ ਵੀ ਉਰੇ ਆ ਜਾ। ਬਾਹਰ ਸੀ ਖੜੇ, ਮੈਨੂੰ ਕਹਿਣ ਲੱਗੇ ਉਸ ਪਿੰਡ ਦੇ ਵਿੱਚ
ਕੋਈ ਬਨੌਟੀ ਸੰਤ ਆਉਂਦਾ ਤੇ ਇੰਜ ਲੋਕ ਉੱਠ ਕੇ ਚਾਦਰਾਂ ਦਰੀਆਂ ਗਲੀਚੇ ਵਿਛਾਉਂਦੇ ਨੇ, ਬਾਹਰ ਜਾ ਕੇ ਉਹਨੂੰ ਲੈ ਕੇ ਆਉਂਦੇ। ਤੇ ਜਦੋਂ ਮੈਂ ਜਾਣਾ ਉਦੋਂ ਵੀ ਇੰਜ ਨਾ ਕਰਨ, ਧਿਆਨ ਰੱਖੀਏ ਤੇਰੀ ਜ਼ਿੰਮੇਵਾਰੀ। ਮੈਂ ਕਿਹਾ ਜੀ ਠੀਕ ਆ। ਤੇ ਕੁਝ ਲੋਕ ਤੇ ਇੰਜ ਦੇ ਹੈ ਸਨ ਕਿ ਜਦੋਂ ਉਹ ਸਾਧੂ ਸੰਤ ਆਉਂਦੇ ਸੀ ਉਹ ਦਰੀਆਂ ਗਲੀਚੇ ਵਿਛਾਉਂਦੇ ਸਨ ਅੱਗੇ ਜਾ ਕੇ, ਤੇ ਕੁਝ ਇਸ ਗੱਲ ਦਾ ਵਿਰੋਧ ਕਰਦੇ ਸੀ। ਇਸ ਤਰ੍ਹਾਂ ਦੀ ਉਸ ਪਿੰਡ ਵਿੱਚ ਸੀ ਗੱਲਬਾਤ। ਦਾਸ ਜਦੋਂ ਗਿਆ ਤੇ ਮੈਂ ਉੱਥੇ ਕਥਾ ਕਰਦਿਆਂ ਬੇਨਤੀ ਕੀਤੀ ਸੀ ਕਿ ਇੱਥੇ ਬਾਬਾ ਜੀ ਆ ਰਹੇ ਆ ਤੇ ਕਿਸੇ ਪ੍ਰੇਮੀ ਨੇ ਕੋਈ ਚਾਦਰ ਦਰੀ ਗਲੀਚਾ ਕੁਝ ਵਿਛਾਉਣ ਦਾ ਯਤਨ ਨਹੀਂ ਕਰਨਾ ਤੇ ਸੰਗਤ ਵਿੱਚੋਂ ਉੱਠ ਕੇ ਅੱਗੋਂ ਦੀ ਲੈਣ ਨਹੀਂ ਜਾਣਾ। ਉਹ ਖੁਸ਼ ਨਹੀਂ ਹੋਣਗੇ, ਨਾਰਾਜ਼ ਹੋਣਗੇ। ਜਿਹੜੇ ਅੱਜ ਸੰਤ ਆ ਰਹੇ ਇੰਜ ਨਹੀਂ ਹੈ ਜਿਹੜਾ ਤੁਸੀਂ ਸਮਝਦੇ ਹੋ, ਇੰਜ ਨਹੀਂ ਕਰਨਾ। ਤੇ ਫਿਰ ਉਹ ਸਾਰੇ ਜਿਹੜੇ ਇੰਜ ਕਰਦੇ ਸਨ ਉਹਨਾਂ ਨੇ ਨਹੀਂ ਇਹ ਕੰਮ ਕੀਤਾ। ਸਾਰੇ ਪਿੰਡ ਵਿੱਚ ਫਿਰ ਏਕਤਾ ਹੋ ਗਈ ਸੀ ਤੇ ਫਿਰ ਕਹਿਣ ਲੱਗੇ ਨਹੀਂ ਐਸਾ ਕਰਨਾ ਚਾਹੀਦਾ, ਅੱਗੇ ਤੋਂ ਅਸੀਂ ਵੀ ਇੰਜ ਨਹੀਂ ਕਰਿਆ ਕਰਾਂਗੇ। ਜਿਹੜਾ ਬਖਾਂਦ ਸੀ ਪਿੰਡ ਵਿੱਚ, ਕੁਝ ਲੋਕ ਇਸ ਗੱਲ ਦੇ ਵਿਰੋਧੀ ਸੀ ਤੇ ਕੁਝ ਇਸ ਪੱਖ ਦੇ ਸਨ ਕਿ ਚਾਦਰਾਂ ਗਲੀਚੇ ਦਰੀਆਂ ਵਿਛਾਉਣੀਆਂ ਚਾਹੀਦੀਆਂ, ਅੱਗੋਂ ਦੀ ਲੈਣ ਜਾਣਾ ਚਾਹੀਦਾ। ਫਿਰ ਉਹ ਵੀ ਇਹ ਕੰਮ ਕਰਨ ਨੂੰ ਹਟ ਗਏ ਸਨ। ਸੋ ਇਸ ਪ੍ਰਕਾਰ ਦੇ ਉਹ ਮਹਾਂਪੁਰਸ਼ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੀ ਸਤਿਕਾਰ ਵੱਧ ਤੋਂ ਵੱਧ ਉਹ ਕਰਾਉਣਾ ਚਾਹੁੰਦੇ ਸਨ। ਇਹੀ ਦਮਦਮੀ ਟਕਸਾਲ ਵੱਲੋਂ ਉਹਨਾਂ ਨੂੰ ਵੀ ਸਿੱਖਿਆ ਪ੍ਰਾਪਤ ਸੀ, ਸਾਨੂੰ ਵੀ ਉਹਨਾਂ ਇਹੀ ਸਿੱਖਿਆ ਦਿੱਤੀ। ਇਸੇ ਦਾ ਹੀ ਪ੍ਰਚਾਰ ਆਪਣੇ ਜੀਵਨ ਦੌਰਾਨ ਉਹਨਾਂ ਕੀਤਾ। ਸੋ ਇਸ ਪ੍ਰਕਾਰ ਇਹ ਸੰਖੇਪ ਜਿਹੀਆਂ ਬੇਨਤੀਆਂ ਮਹਾਂਪੁਰਸ਼ਾਂ ਦੇ ਜੀਵਨ ਸਮਾਚਾਰ ਦੇ ਸੰਬੰਧ ਵਿੱਚ ਕਿ ਜੋ ਕੁਝ ਅੱਖੀਂ ਦੇਖਿਆ ਉਹਨਾਂ ਨੂੰ ਤੇ ਉਹਦੇ ਅਨੁਸਾਰ ਤੁਸ਼ਕ ਬੁੱਧੀ ਅਨੁਸਾਰ ਕੁਝ ਬਚਨ ਦਾਸ ਨੇ ਉਹਨਾਂ ਦੇ ਜੀਵਨ ਸੰਬੰਧੀ ਨਿਰੂਪਣ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ। ਇੰਨੀ ਕੁ ਭੇਟ ਪ੍ਰਵਾਨ ਕਰਨੀ ਗੁਰੂ ਸੰਗਤ ਨੇ। ਭੁੱਲਾਂ ਚੁੱਕਾਂ ਹੋਈਆਂ ਬੇਅੰਤ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।